टीवी NRI देख रहे पंजाब ते देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਖੇਡ ਚਰਚਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਖਾਸ ਕੋਚ ਸਰਦਾਰ ਸਰਦੂਲ ਸਿੰਘ ਰੰਧਾਵਾ ਜੀ ਨੂੰ ਬੁਲਾਇਆ। ਉਹਨਾਂ ਦੇ ਨਾਲ ਅਸੀਂ ਕਬੱਡੀ ਦੇ ਬਾਰੇ ਪੁਰਾਣੇ ਸਮੇਂ ਦੀਆਂ ਨਵੇਂ ਸਮੇਂ ਦੀਆਂ ਗੱਲਾਂ ਬਾਤਾਂ ਕਰਾਂਗੇ। ਸਰਦੂਲ ਸਾਹਿਬ ਤੁਹਾਡਾ टीवी NRI ਤੇ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਤੇ ਮੇਰੇ ਨਾਲ ਹਨ ਖੇਡ ਪੱਤਰਕਾਰ ਇੰਦਰਜੀਤ ਚਾਹਲ ਜੀ। जी बहुत धन्यवाद परमजीत जी। ਸਰਦੂਲ ਸਾਹਿਬ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਹੁਣ ਦੀ ਕਬੱਡੀ ਤੇ ਪਹਿਲਾਂ ਦੀ ਕਬੱਡੀ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀ ਤੇ ਕੀ ਫਰਕ ਹੈ ਤਾਂ ਕਬੱਡੀ ਦਾ ਮੈਂ ਚਾਹੁੰਦਾ ਕਿ ਇਹ ਚੀਜ਼ ਦੱਸਣ ਤੋਂ ਪਹਿਲਾਂ ਥੋੜਾ ਜਿਹਾ ਕਬੱਡੀ ਦਾ ਰੀਜਨ ਦੱਸੀਏ ਵੀ ਪਹਿਲਾਂ ਕਿੱਦਾਂ ਖੇਡੀ ਜਾਂਦੀ ਸੀ ਤੇ ਹੁਣ ਕਿੱਦਾਂ ਖੇਡੀ ਜਾਂਦੀ ਹੈ। ਫਿਰ ਹੀ ਆਪਾਂ ਕੰਪੇਅਰ ਕਰ ਸਕਦੇ ਹਾਂ, ਮੁਕਾਬਲਾ ਕਰ ਸਕਾਂਗੇ ਵੀ ਪਹਿਲਾਂ ਕਿੱਦਾਂ ਖੇਡੀ ਜਾਂਦੀ ਤੇ ਹੁਣ ਕੀ ਫਰਕ ਹੈ। ਹਾਂਜੀ ਬਿਲਕੁਲ। ਸੋ ਇਹ ਕਬੱਡੀ ਦਾ ਜਿਹੜਾ ਰੀਜਨ ਹੋਇਆ, ਸ਼ੁਰੂਆਤ ਹੋਈ ਆ, ਪੈਦਾ ਹੋਈ ਆ ਕਬੱਡੀ, ਇਹ ਐਕਚੁਅਲੀ ਰੈਸਲਿੰਗ ਕੁਸ਼ਤੀਆਂ ਤੋਂ ਸ਼ੁਰੂ ਹੋਈ ਆ। ਕੁਸ਼ਤੀ ਤੋਂ ਡਿਵੈਲਪਮੈਂਟ ਹੁੰਦੀ, ਜਿਸ ਤਰ੍ਹਾਂ ਆਪਾਂ ਗੁੱਲੀ ਡੰਡੇ ਤੋਂ ਕ੍ਰਿਕਟ ਡਿਵੈਲਪਮੈਂਟ ਹੋਈ ਆ, ਖੁੰਡੀ ਤੋਂ ਹਾਕੀ ਗਾਂ ਡਿਵੈਲਪ ਹੋਈ ਆ। ਹਾਂਜੀ। ਇਸੇ ਤਰ੍ਹਾਂ ਜਿਹੜੀ ਕਬੱਡੀ ਜਿਹੜੀ ਆ ਇਹ ਰੈਸਲਿੰਗ ਕੁਸ਼ਤੀਆਂ ਦੇ ਉੱਤੋਂ ਹੀ ਗਾਂ ਜਿਹੜੀ ਆ ਇਹਦਾ ਜਨਮ ਹੋਇਆ। ਬਿਲਕੁਲ। ਸੋ ਪਹਿਲੋਂ ਜੋ ਮੇਰੇ ਜਨਮ ਤੋਂ ਪਹਿਲੋਂ ਦੀ ਗੱਲ ਆ, ਇਹ ਪਹਿਲੋਂ ਇਹਨੂੰ ਪੱਕੀ ਸੌਂਚੀ ਵੀ ਕਿਹਾ ਜਾਂਦਾ ਸੀਗਾ। ਉਦੋਂ ਕੋਈ ਗਰਾਊਂਡ ਨਹੀਂ ਸੀ ਹੁੰਦੀ, ਉੱਦਾਂ ਹੀ ਢੇਰੀਆਂ ਬਣਾ ਕੇ ਵਾਹਣਾ ਵੂਹਣਾ ਦੇ ਵਿੱਚ ਜਿੱਦਾਂ ਆਮ ਪਿੰਡਾਂ ਦੇ ਵਿੱਚ ਹੁੰਦੇ ਆ। ਹਾਂਜੀ। ਉਦੋਂ ਗਰਾਊਂਡਾਂ ਵੀ ਇੰਨੀਆਂ ਡਿਵੈਲਪ ਨਹੀਂ ਸੀ ਹੁੰਦੀਆਂ ਅਤੇ ਉਦੋਂ ਵਾਹਣਾਂ ਦੇ ਵਿੱਚ ਹੀ ਢੇਰੀਆਂ ਦੋ ਬਣਾ ਕੇ ਕੁਛ ਬੰਦੇ ਉੱਧਰ ਖੜ੍ਹ ਜਾਣੇ, ਕੁਛ ਉੱਧਰ, ਜਾਣੀ ਟੀਮ ਵਰਕ ਦੇ ਤੌਰ 'ਤੇ। ਹਾਂਜੀ ਹਾਂਜੀ। ਅਤੇ ਖੁੱਲ੍ਹੀ ਕਬੱਡੀ ਹੁੰਦੀ ਸੀ, ਜਿੱਥੋਂ ਮਰਜ਼ੀ ਤੁਸੀਂ ਸਾਹ ਸੂਹ ਜਿਹੜਾ ਲਗਾਤਾਰ ਨਹੀਂ ਸੀ ਉਦੋਂ ਪੈਂਦਾ। ਉਦੋਂ ਇਹ ਸੀ ਵੀ ਜਿਹੜਾ ਤਕੜਾ ਖਿਡਾਰੀ ਹੈਗਾ, ਇੱਕ ਦੋ ਟੀਮਾਂ ਕੱਢਦੀਆਂ, ਇੱਕ ਪਾਲੇ ਤੋਂ ਉੱਧਰਲੇ ਪਾਸੇ, ਢੇਰੀਆਂ ਤੋਂ ਦੂਜੀ ਉੱਧਰਲੇ ਪਾਸੇ। ਠੀਕ ਹੈ ਜੀ। ਅਤੇ ਜਿੱਦਾਂ ਹੁਣ ਤੁਹਾਡੀ ਟੀਮ ਨੇ ਉਹਦੇ ਰੇਡ ਕਰਨ ਜਾਣਾ, ਸਾਹ ਪਾਉਣਾ, ਅਤੇ ਉਹਨੇ ਪਹਿਲਾਂ ਉੱਥੇ ਜਾ ਕੇ ਪਹੁੰਚ ਜਾਣਾ ਦੂਰ, ਜਿੱਥੇ ਆਪਾਂ ਸਰਕਲ ਲਾਉਂਦੇ ਅੱਜ ਕੱਲ੍ਹ ਇਸ ਤਰੀਕੇ ਨਾਲ। ਅਤੇ ਦੂਸਰੀ ਟੀਮ ਦੇ ਨੇ ਉਹਨਾਂ ਫਿਰ ਜਾਫੀ ਅੱਗੇ ਜਾਣਾ ਉਹਨੂੰ ਫੜਨਾ, ਰੋਕਣ ਲਈ। ਬਿਲਕੁਲ। ਉਦੋਂ ਫਿਰ ਜਿਹੜਾ ਕੁੱਟ ਕੇ ਜਿਹੜਾ ਛਾਤੀ ਜੀ ਮਾਰ, ਹੱਥ ਦੋਵੇਂ ਧੌਣ 'ਤੇ ਮਾਰ, ਜੋ ਮਰਜ਼ੀ ਹੋਵੇ, ਜਿੱਦਾਂ ਅੱਜ ਕੱਲ੍ਹ ਮਾਝੇ ਜੀ ਥੋੜ੍ਹੀ ਬਹੁਤੀ ਉਹਦਾ ਚਪੇੜਾ ਵਾਲੀ ਕਬੱਡੀ ਕਹਿੰਦੇ। ਹਾਂਜੀ। ਉਦੋਂ ਤੇਲ ਤੂਲ ਵੀ ਖੁੱਲ੍ਹਾ ਮਲਦੇ ਸੀ। ਉਦੋਂ ਕੋਈ ਇੱਦਾਂ ਨਹੀਂ ਸੀ ਗੱਲ ਹੈਗੀ ਵੀ ਤੇਲ ਲਾਇਆ ਜੀ ਤੈਨੂੰ ਖੇਡਣ ਨਹੀਂ ਦੇਣਾ, ਤਿਲਕਣ ਹੋ ਜੂ। ਹਾਂ, ਉਦੋਂ ਇਹ ਵੀ ਤਿਲਕਣਾ, ਤੇਲ ਪੂਰਾ ਲਾ ਕੇ ਫਿਰ ਕੁੱਟਣ ਕਟਾਉਣ ਦੇ ਵਿੱਚ ਹੱਥ ਵੀ ਸਲੇਪ ਕਰਨ, ਨਹੀਂ ਅਤੇ ਫਿਰ ਸੱਟ ਵੀ ਜ਼ਿਆਦਾ ਲੱਗਦੀ ਸੀ। ਬਿਲਕੁਲ। ਸੋ ਇਸ ਕਰਕੇ ਉਹ ਜਿਹੜੀ ਕਬੱਡੀ ਆ ਉਹਦਾ ਉਹ ਰੂਪ ਦੇ ਵਿੱਚ ਉਹ ਖੇਡੀ ਜਾਂਦੀ ਸੀ ਪਹਿਲਾਂ। ਬਿਲਕੁਲ। ਕੋਚ ਸਾਹਿਬ, ਜਿਹੜੀ ਉਸ ਸਮੇਂ ਦੀ ਤੁਸੀਂ ਗੱਲ ਕੀਤੀ ਆ ਤੇਲ ਲਾ ਕੇ, ਮੰਨ ਲਓ ਆਪਾਂ ਗਰਾਊਂਡ ਦੇ ਵਿੱਚ ਆ, ਜਦੋਂ ਤੇਲ ਲਾ ਕੇ ਆਪਾਂ ਗਰਾਊਂਡ ਦੇ ਵਿੱਚ ਚੱਲ ਜਾਂਦੇ ਉਦੋਂ ਤਾਂ ਸਰੀਰ ਮੁੜ ਕੇ ਤਿਲਕਣਬਾਜੀ ਜੀ ਹੋ ਜਾਂਦੀ। ਉਹ ਇਕੱਲੇ ਚਪੇੜਾ ਮਾਰਨੀ ਖੇਡਦੇ ਸੀ ਕਿ ਫੜਦੇ ਇੱਦਾਂ ਸੀ, ਮੈਨੂੰ ਰੋਕਦੇ ਸੀ, ਐਂ ਤਾਂ ਨਹੀਂ ਸੀ ਕੋਈ ਅਲਾਊਡ ਹੈਗਾ, ਪਰ ਆਮ ਜਿਹੜਾ ਲੋਕੀ ਲਾਈਕ ਕਰਦੇ ਸੀ ਨਾ ਜਿਹੜੇ। ਹਾਂਜੀ। ਕਿਉਂ ਇਹ ਜਾਂਗਲੀਆਂ ਦੀ ਖੇਡ ਵੀ ਆਪਾਂ ਕਹਿ ਸਕਦੇ ਹਾਂ, ਜਾਂ ਮਾਝੇ 'ਚ ਖੇਡੀ ਜਾਂਦੀ, ਜਾਂ ਮਾਝੇ ਤਾਂ ਬਾਅਦ ਆਈ ਹੈ ਨਾ ਇਹ। ਉਦੋਂ ਪਾਕਿਸਤਾਨ ਤੇ ਹਿੰਦੁਸਤਾਨ ਇੱਕੋ ਗੱਲ ਸੀ ਨਾ। ਹਾਂਜੀ ਹਾਂਜੀ। ਸੋ ਉਦੋਂ ਇਹ ਸੀਗਾ ਵੀ ਜਾਨ ਕਿਹਦੇ 'ਚ ਜ਼ਿਆਦਾ, ਤਿਲਕਣ ਦੇ ਬਾਵਜੂਦ ਵੀ ਕਿਹੜਾ ਬੰਦਾ ਰੋਕ ਸਕਦਾ ਅਤੇ ਕਿਹੜਾ ਉਹਨੂੰ ਕੁੱਟ ਕੇ ਤੇ ਭੱਜ ਆਪਦੇ ਪੁਆਇੰਟ ਲਿਜਾ ਸਕਦਾ, ਆਪਣੇ ਬੰਨੇ ਜਾ ਸਕਦਾ। ਠੀਕ ਹੈ ਜੀ। ਸੋ ਉਦੋਂ ਤੇਲ ਤੂਲ ਦਾ ਕੋਈ ਨਹੀਂ ਸੀ, ਸਿਰਫ ਇਹ ਤਾਕਤ ਵੇਖੀ ਜਾਂਦੀ ਸੀ ਵੀ ਕੁੱਟ ਕੇ ਅਗਲੇ ਨੂੰ ਹੱਥ ਖੜੇ ਕਰਾ ਕੇ ਤੇ ਫਿਰ ਉਹਨਾਂ ਕੋਲ ਪੁਆਇੰਟ ਲੈਣਾ। ਤੇ ਨਹੀਂ ਕੋਚ ਸਾਹਿਬ, ਉਦੋਂ ਜਿਹੜੀ ਰੇਡ ਸੀਗੀ ਕਿੰਨੇ ਮਿੰਟ ਕਿੰਨੇ ਸੈਕਿੰਡ ਦੀ ਸੀ? ਨਹੀਂ ਕੋਈ ਖੁੱਲ੍ਹਾ ਟਾਈਮ ਸੀ। ਜਦੋਂ ਹੱਥ ਖੜੇ ਕਰਦੇ ਨੇ ਵੀ ਬਸ ਹੋ ਗਈ ਮੇਰੀ, ਸਾਹ ਪਾਉਣ ਵਾਲੇ ਨੇ। ਗਰਾਊਂਡ ਦਾ ਦਾਇਰਾ ਵੀ ਕੋਈ ਹੁੰਦਾ ਸੀਗਾ ਨਹੀਂ, ਖੁੱਲ੍ਹਾ ਹੀ? ਦੋ ਢੇਰੀਆਂ ਜਿੱਦਾਂ ਆਪਾਂ ਪਾਲੇ ਕਹਿੰਦੇ ਆ। ਹਾਂਜੀ। ਕਿਉਂਕਿ ਉਹਦੇ ਵਿੱਚ ਦੀ ਜਦੋਂ ਵੀ ਕੋਈ ਸਾਹ ਲਿਆ ਪੁਆਇੰਟ ਲੈ ਕੇ ਆਉਂਦਾ, ਉਹਦੇ ਵਿੱਚ ਦੀ ਜਾਣਾ ਹੁੰਦਾ ਸੀ, ਵਿੱਚ ਦੀ ਜਾਣਾ। ਕੱਪੜੇ ਰੱਖ ਕੇ ਉਧਰੋਂ ਉੱਧਰ ਕੱਪੜੇ ਲਾਏ ਹੋਣੇ, ਦੂਜੇ ਲਾਏ ਹੋਣੇ, ਉਹ ਢੇਰੀਆਂ ਬਣਾਈ ਜਾਂਦੀਆਂ। ਬਿਲਕੁਲ ਜੀ। ਸੋ ਇਸ ਤਰੀਕੇ ਨਾਲ ਉਦੋਂ ਕੋਈ ਟਾਈਮ ਨਹੀਂ ਸੀ, ਉਦੋਂ ਕੋਈ ਸਰਕਲ ਨਹੀਂ ਸੀ, ਕੋਈ ਗਰਾਊਂਡ ਦੀ ਪੈਮਾਇਸ਼ ਨਹੀਂ ਸੀ ਵੀ ਇੰਨੇ ਫੁੱਟ ਚਾਹੀਦੀ, ਇੰਨੇ ਚਾਹੀਦੀ, ਖੁੱਲ੍ਹੀ ਸੀ ਉਹ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਫਿਰ ਕਰਦਿਆਂ ਕਰਾਉਂਦਿਆਂ ਫਿਰ ਢੇਰੀ ਵਾਲੀ ਆ ਗਈ ਕਬੱਡੀ। ਠੀਕ ਹੈ। ਢੇਰੀ ਵਾਲੀ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਕੁੱਟ ਕਟਾਈ ਆ ਜਿਹੜਾ ਉਹ ਬੰਦ ਕਰ ਦਿੱਤਾ ਵੀ ਸੱਟਾਂ, ਕਿਉਂਕਿ ਕਿਸੇ ਵੇਲੇ ਲੜਦਿਆਂ ਚਪੇੜਾਂ ਮਾਰਦਿਆਂ ਅੱਖ 'ਚ ਵੱਜ ਗਈ, ਕੰਨ 'ਤੇ ਵੱਜ ਗਈ, ਕੰਨ ਬੋਲਾ ਹੋ ਜਾਣਾ। ਸੋ ਉਹਨੂੰ ਕਰਦਿਆਂ ਇਹਦੀ ਵੀ ਥੋੜ੍ਹੀ ਜਿਹੀ ਜਿਹੜੀ ਆ ਫਾਰਮੇਸ਼ਨ ਆਈ ਕਿ ਇਹਨੂੰ ਕੁਛ ਅਸੂਲਾਂ ਨਾਲ ਖੜਾਇਆ ਜਾਵੇ। ਠੀਕ ਹੈ। ਸੋ ਇਸ ਤਰੀਕੇ ਨਾਲ ਮੁੜ ਕੇ ਫਿਰ ਢੇਰੀ ਵਾਲੀ, ਜਿੱਦਾਂ ਕਿ ਹੁਣ ਮਾਝੇ 3-4 ਜ਼ਿਲ੍ਹਿਆਂ ਖੇਡੀ ਜਾਂਦੀ ਆ, ਜਿਹੜੇ ਬਾਰਡਰ ਦੇ ਜ਼ਿਲ੍ਹੇ ਆ, ਕਿਉਂਕਿ ਪਾਕਿਸਤਾਨ ਦੇ ਨਾਲ ਲੱਗਦੇ ਆ ਉਹ ਜੀ, ਉਹ ਰੰਗਤ ਹੈਗੀ ਹਾਲੇ ਉਹ ਵੀ। ਜਿੱਦਾਂ ਗੁਰਦਾਸਪੁਰ ਲਾ ਲਓ ਤੁਸੀਂ, ਅੰਮ੍ਰਿਤਸਰ, ਤਰਨਤਾਰਨ, ਇੱਧਰ ਫਿਰੋਜ਼ਪੁਰ ਸਾਈਡ 'ਤੇ ਵੀ ਇਹ ਢੇਰੀ ਵਾਲੀ ਪ੍ਰਚਲਿਤ ਰਹੀ ਹੈ ਕਬੱਡੀ ਬਹੁਤ। ਠੀਕ ਹੈ। ਅਤੇ ਇਹ ਦੋ ਜ਼ਿਲ੍ਹੇ ਤਾਂ ਅਜੇ ਵੀ ਬਹੁਤ ਪਾਪੂਲਰ ਆ।
ਸੋ ਉਹਦੇ ਵਿੱਚ ਇਹ ਖੇਡਣ ਦਾ ਇਹੀ ਤਰੀਕਾ ਹੁੰਦਾ ਕਿ ਉਹ 2 ਟੀਮਾਂ ਬਣ ਜਾਂਦੀਆਂ, ਇੱਕ ਬੰਦਾ ਪਹਿਲਾਂ ਹੀ ਪਹੁੰਚ ਜਾਂਦਾ ਅੱਗੇ ਜਾ ਕੇ ਜਿਹਨੇ ਸਾਹ ਪਾਉਣਾ ਹੁੰਦਾ, ਦੂਜਾ ਜਿਹੜਾ ਫਿਰ ਉਹਨਾਂ ਦੂਸਰੇ ਪਾਸੇ ਦੀ ਟੀਮ ਦਾ ਉਹਨੂੰ ਰੋਕਣ ਜਾਣਾ। ਉਹਦੇ ਵਿੱਚ ਥੋੜ੍ਹਾ ਜਿਹਾ ਫਾਉਲ ਜਿਹੜਾ ਉਹ ਉਹਨਾਂ ਦੇ ਤਾਂ ਵੀ ਅੱਖ 'ਚ ਨਹੀਂ ਮਾਰਨੀ, ਕੰਨ 'ਤੇ ਨਹੀਂ ਮਾਰਨੀ, ਮੂੰਹ ਨਹੀਂ ਬੰਦ ਕਰਨਾ, ਸਾਹ ਨਹੀਂ ਬੰਦ ਕਰਨਾ। ਸੋ ਥੋੜ੍ਹੀ ਜਿਹੀ ਰੂਲ ਰੈਗੂਲੇਸ਼ਨ ਬਣ ਗਏ। ਠੀਕ ਹੈ ਜੀ। ਤੋ ਕਰਦਿਆਂ ਕਰਾਉਂਦਿਆਂ ਫਿਰ ਉਸ ਤੋਂ ਬਾਅਦ ਇਹਨੂੰ ਇੰਟਰਸਟਿੰਗ ਬਣਾਉਣ ਵਾਸਤੇ 1950 ਦੇ ਏੜ ਦੇ ਵਿੱਚ ਇਹਨਾਂ ਨੇ ਕੋਈ ਰੂਲ ਬਣਾਏ ਵੀ ਇਹਨੂੰ ਰੂਲਾਂ ਦੇ ਮੁਤਾਬਕ ਖਿਡਾਇਆ ਜਾਏ ਤਾਂ ਕਿ ਕੋਈ ਇਹਦਾ ਅਸੂਲ ਹੋਵੇ, ਤਾਂ ਕਿ ਉਸ ਅਸੂਲਾਂ ਦੇ ਤਹਿਤ ਹੀ ਇਹ ਜਿਹੜਾ ਮੈਚ ਖੇਡਿਆ ਜਾਵੇ। ਬਿਲਕੁਲ ਜੀ। ਉਹਦੇ ਵਿੱਚ ਟਾਈਮ ਵੀ ਉਹਨਾਂ ਰੱਖ ਦਿੱਤਾ ਵੀ ਇੰਨਾ ਖੇਡਣਾ, ਅੱਧਾ ਘੰਟਾ ਜੋ ਪਹਿਲੋਂ, ਫਿਰ ਉਸ ਤੋਂ ਬਾਅਦ 20 ਮਿੰਟ ਵੀ ਆ ਗਏ, ਹੁਣ 30 ਸਕਿੰਟ ਦਾ ਰੇਡ ਵੀ ਆ ਗਿਆ। ਸੋ ਇਸ ਤਰੀਕੇ ਨਾਲ ਇਹਦੀ ਸ਼ੇਪ ਬਦਲਦੀ ਗਈ ਜੋ ਸਮਾਂ ਬਦਲਦਾ ਗਿਆ, ਟੈਕਨੋਲੋਜੀ ਦੇ ਹਿਸਾਬ ਨਾਲ ਚੇਂਜ ਹੁੰਦਾ ਗਿਆ। ਜਿਵੇਂ ਹਾਂਜੀ ਮਾਡਰਨ ਟਾਈਮ ਦੇ ਵਿੱਚ ਜਿੱਦਾਂ ਆਪਾਂ ਕਰੀਏ। ਕੋਚ ਸਾਹਿਬ, ਉਸ ਸਮੇਂ 'ਤੇ ਜੇ ਆਪਾਂ ਗੱਲ ਕਰੀਏ ਅੱਜ ਦੀ ਕਬੱਡੀ ਦੇ ਮੁਕਾਬਲੇ ਦੇ ਵਿੱਚ ਖਿਡਾਰੀ ਜ਼ਿਆਦਾ ਤਕੜੇ ਹੁੰਦੇ ਸੀਗੇ। ਉਹ ਖਿਡਾਰੀ ਜਿਹੜੇ ਇਨਾਮ ਦੇ ਲਈ ਖੇਡਦੇ ਸੀ ਜਾਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਖੇਡਦੇ ਸੀ ਕਿ ਸਾਡੇ 'ਚ ਜਾਨ ਰਵੇ, ਅਸੀਂ ਆਪਣੀ ਜਾਨ ਨੂੰ ਇੱਕ ਦੂਸਰੇ ਨਾਲ ਅਜਮਾ ਕੇ ਦੇਖੀਏ, ਉਹ ਘੱਟ ਉਦੋਂ ਇਨਾਮ ਦੀ ਰਾਸ਼ੀ ਘੱਟ ਹੁੰਦੀ ਸੀਗੀ? ਨਹੀਂ ਜੀ, ਉਦੋਂ ਤਾਂ ਜਿਹੜੀ ਖੇਡ ਸੀ ਇਹ ਖੇਡ ਕਬੱਡੀ ਲਈ ਖੇਡੀ ਜਾਂਦੀ ਸੀ, ਜਾਂ ਆਪਣਾ ਫੈਮਿਲੀ ਦੇ ਨਾਮ ਵਾਸਤੇ ਵੀ ਮੇਰਾ ਫਲਾਣੇ ਦਾ ਮੁੰਡਾ ਬਹੁਤ ਤਗੜਾ ਖੇਡਦਾ। ਬਿਲਕੁਲ ਜੀ। ਜਾਂ ਫਿਰ ਉਸ ਤੋਂ ਬਾਅਦ ਆ ਗਿਆ ਵੀ ਪਿੰਡ ਦੀ ਟੀਮ ਬਹੁਤ ਆ ਜੀ ਤਗੜੀ ਆ। ਤੇ ਪ੍ਰਾਈਜ਼ ਤੇ ਜਦੋਂ ਦਾ ਮੈਂ 1962 'ਚ ਸ਼ੁਰੂ ਕੀਤੀ ਖੇਡਣੀ, ਉਦੋਂ ਮੈਨੂੰ ਪਤਾ ਵੀ ਐਡੀ ਕੱਪੀਆਂ ਇੱਥੋਂ ਜਾ ਕੇ ਦਿੰਦੇ ਰਹੇ ਸਾਨੂੰ ਜਦੋਂ ਕੋਈ ਵਿਨਰ ਆਉਂਦਾ ਸੀ, ਜਾਂ ਉਦੋਂ ਤੌਲੀਏ ਜਾਂ ਬਨੈਣਾ, ਸਾਰਿਆਂ ਬਾਹਰ 10 ਖੇਡਣੇ 10 ਬਨੈਣਾ ਦੇ ਦੇਣੀਆਂ, ਕੋਈ ਕੈਸ਼ ਪ੍ਰਾਈਜ਼ ਨਹੀਂ, ਕੁਛ ਨਹੀਂ ਸੀ। ਸੋ ਉਦੋਂ ਜਿਹੜੀ ਜ਼ਮੀਰ ਵਾਸਤੇ ਖੇਡੀ ਜਾਂਦੀ, ਕਬੱਡੀ ਖੇਡ ਲਈ ਖੇਡੀ ਜਾਂਦੀ ਸੀ, ਨਾਲ ਹੀ ਜ਼ਮੀਰ ਲਈ ਖੇਡੀ ਜਾਂਦੀ ਸੀ ਵੀ ਹਾਂ ਵੀ ਮੈਂ ਤਗੜਾ ਜੀ, ਫਲਾਣਾ ਪਿੰਡ ਦਾ ਬੜਾ ਤਗੜਾ ਮੁੰਡਾ, ਫਲਾਣੀ ਪਿੰਡ ਦੀ ਬੜੀ ਟੀਮ ਤਗੜੀ ਹੈ। ਸੋ ਉਹਦੇ ਵਿੱਚ ਜਿਹੜਾ ਲੋਕਾਂ ਦਾ ਔਨਰ ਮਿਲਦਾ ਸੀ, ਇਲਾਕੇ 'ਚ ਫਿਰ ਬੱਲੇ ਬੱਲੇ ਹੋ ਜਾਣੇ ਵੀ ਬੜੇ ਫਲਾਣੇ ਪਿੰਡ ਦਾ ਮੁੰਡਾ ਬਹੁਤ ਵਧੀਆ ਖੇਡਦਾ, ਟੀਮ ਬੜੀ ਤਗੜੀ ਹੈ। ਮੈਨੂੰ ਪਤਾ ਸੀ ਜਦੋਂ ਮੈਂ ਖੇਡਣ ਲੱਗਾ, ਤੁਹਾਨੂੰ ਦੱਸਿਆ 63-64 'ਚ ਉਦੋਂ ਫਲੇ ਫੁਲੇ ਚੱਲਦੇ ਹੁੰਦੇ ਸੀਗੇ ਤੇ ਪਿੰਡਾਂ 'ਚ ਸਾਨੂੰ ਖਿਡਾਉਂਦੇ ਸੀ। ਜਦੋਂ ਫਲੇ ਜਿੱਥੇ ਵਾਕੇ ਕਣਕ ਕੱਢੀ ਹੁੰਦੀ ਹੈ ਉਹੀ ਗਰਾਊਂਡ ਹੁੰਦੀ ਸੀ, ਤੇ ਉਹਦੇ ਵਿੱਚ ਹੀ ਮਤਲਬ ਵੀ ਜਿਹੜੀਆਂ ਟੀਮਾਂ ਚੈਲੰਜ ਦੀਆਂ ਖਿਡਾਉਂਦੇ ਸੀ, ਉਦੋਂ ਟੂਰਨਾਮੈਂਟ ਬਹੁਤ ਘੱਟ ਹੁੰਦੇ ਸੀ। ਠੀਕ ਹੈ। ਜਿੱਦਾਂ ਆਪਣੇ ਮੁਸਲਮਾਨਾਂ ਪੀਰਾਂ ਫਕੀਰਾਂ ਦੇ ਜਿੱਥੇ ਜਗ੍ਹਾ ਹੈਗੀਆਂ, ਹਾਂਜੀ, ਉਹ ਖਾਸ ਕਰਕੇ ਜੇਠ ਹਾੜ ਦੇ ਵਿੱਚ ਮੇਲੇ ਲੱਗਦੇ ਆ, ਗਰਮੀਆਂ 'ਚ, ਤਾਂ ਉਦੋਂ ਫਿਰ ਉਹ ਚੈਲੰਜ ਮੈਚ ਹੁੰਦੇ ਸੀ। ਅੱਜ ਪਹਿਲਾਂ ਸਿਨਾ ਭੇਜ ਦੇਣਾ ਪਿੰਡਾਂ ਵੀ ਅੱਜ ਉੱਥੇ ਆ ਜਾਓ, ਉਸ ਮੇਲੇ 'ਤੇ ਵੇਖਾਂਗੇ ਤੁਹਾਡੇ ਨਾਲ। ਇਸ ਤਰ੍ਹਾਂ ਇਹੋ ਜਿਹੇ ਚੈਲੰਜ ਮੈਚ ਹੁੰਦੇ, ਜਿਹੜੇ ਸਰਕਾਰੀ ਤੌਰ 'ਤੇ ਮੈਚ ਹੋਏ ਉਹ ਬਹੁਤ ਘੱਟ ਹੁੰਦੇ ਸੀ ਉਦੋਂ। ਠੀਕ ਹੈ। ਸਕੂਲਾਂ 'ਚ ਹੋਣਾ ਜਾਂ ਕਾਲਜਾਂ ਕੁਲਜਾਂ 'ਚ ਹੋ ਜਾਣੇ, ਜਾਂ ਕਿਤੇ ਕਬੱਡੀ ਐਸੋਸੀਏਸ਼ਨ ਜਿਹੜੀ ਹੁੰਦੀ ਹੈ ਪੰਜਾਬ ਦੀ, ਉਹਨੇ ਕਿਤੇ ਕਰਾ ਦੇਣੀ। ਸੋ ਬਹੁਤ ਘੱਟ ਸੀ ਚਾਂਸ ਉਦੋਂ ਮਿਲਦੇ ਰਹੇ ਆ। ਠੀਕ ਹੈ ਜੀ। ਇੰਦਰਜੀਤ ਚਾਹਲ ਜੀ, ਤੁਸੀਂ ਪਹਿਲੇ ਮੈਚ ਦੇਖੇ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਣਾ, ਜਿਹੜੇ ਪਹਿਲੇ ਮੈਚਾਂ ਦੇ ਵਿੱਚ ਤੁਹਾਡੀ ਕੋਈ ਫੈਮਿਲੀ ਦੇ ਵਿੱਚ, ਕਿਉਂਕਿ ਤੁਸੀਂ ਤਾਂ ਖੇਡ ਪੱਤਰਕਾਰ ਆ, ਕੋਈ ਖੇਡਦਾ ਸੀਗਾ ਜਿਹੜਾ ਉਸ ਸਮੇਂ ਤੁਹਾਨੂੰ ਕੋਈ ਜਾਣਕਾਰੀ ਹੈਗੀ ਕਿਹੜੇ ਇਨਾਮ ਮਿਲਦੇ ਸੀਗੇ? ਤੇ ਉਸ ਸਮੇਂ ਜਿਵੇਂ ਕੋਚ ਸਾਹਿਬ ਜੀ ਨੇ ਕਿਹਾ ਕਿ ਜ਼ਮੀਰ ਦੇ ਲਈ ਖੇਡੀ ਜਾਂਦੀ ਸੀ, ਆਪਣੇ ਪਿੰਡ ਦੇ ਲਈ ਖੇਡੀ ਜਾਂਦੀ ਸੀ, ਆਪਣੀ ਜਾਨ ਅਜਮਾਉਣ ਦੇ ਲਈ ਖੇਡੀ ਜਾਂਦੀ ਸੀ ਕਬੱਡੀ। ਉਸ ਸਮੇਂ ਕੋਈ ਇਨਾਮ ਦੀ ਰਾਸ਼ੀ ਥੋੜ੍ਹੀ ਘੱਟ ਸੀ, ਤੁਹਾਨੂੰ ਕੋਈ ਜਾਣਕਾਰੀ ਹੈ? ਪਰਮਜੀਤ ਜੀ, ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਉਦੋਂ ਕਬੱਡੀ ਜਿਹੜੇ ਨਾਮ ਲਈ ਖੇਡੀ ਜਾਂਦੀ ਸੀ, ਜਾਂ ਕੋਈ ਪਿੰਡ ਦਾ ਫਿਰਕਾ ਸੀ ਉਹਦੇ ਵਾਸਤੇ ਖੇਡੀ ਜਾਂਦੀ ਸੀ ਕਿ ਜਿਹੜਾ ਸਾਡੇ ਪਿੰਡ ਦਾ ਨਾਮ ਆ ਉੱਚਾ ਹੋਵੇ। ਉਦੋਂ ਇਨਾਮ ਵੀ ਕੱਚੇ ਬਣਾਉਣਾ ਸੀ, ਜਿੱਦਾਂ ਕੋਚ ਸਾਹਿਬ ਨੇ ਦੱਸਿਆ। ਹੁਣ ਜਦੋਂ ਸਮਾਂ ਬਦਲਿਆ, ਜਿਹੜੀ ਕਬੱਡੀ ਆ ਜੇ ਕੱਖਾਂ ਤੋਂ ਲੱਖਾਂ ਦੀ ਹੋ ਗਈ ਤੇ ਕਰੋੜਾਂ ਦੀ ਹੋ ਗਈ, ਤਾਂ ਕਬੱਡੀ ਦੇ ਵਿੱਚ ਪ੍ਰੋਫੈਸ਼ਨ ਆ ਗਿਆ। ਹੁਣ ਕਬੱਡੀ ਖੇਡੀ ਜਾਂਦੀ ਆ ਪੈਸੇ ਲਈ, ਪ੍ਰੋਫੈਸ਼ਨ ਵਾਸਤੇ ਇੱਕ ਰੋਜ਼ਗਾਰ ਬਣ ਗਿਆ। ਸ਼ੌਂਕ ਤੋਂ ਹੌਲੀ ਹੌਲੀ ਇਹ ਕਬੱਡੀ ਜਿਹੜੀ ਖੇਡ ਆ, ਜਿਹਨੂੰ ਪੰਜਾਬੀਆਂ ਦੀ ਮਾਂ ਖੇਡ ਕਹਿੰਦੇ ਆ, ਇਹ ਕਦੇ ਸ਼ੌਂਕ ਦੇ ਤੌਰ 'ਤੇ ਖੇਡਦੇ ਸੀ ਖਿਡਾਰੀ, ਹੁਣ ਰੋਜ਼ਗਾਰ ਬਣ ਗਿਆ। ਅੱਜ ਕੱਲ੍ਹ ਤੁਸੀਂ ਦੇਖਦੇ ਆ 3 ਫੈਡਰੇਸ਼ਨਾਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਵਾ ਤੇ 8-8 ਟੀਮਾਂ ਉਹਨਾਂ ਦੇ ਖੇਡਦੀਆਂ। ਕਬੱਡੀ ਦਾ ਰੂਪ ਬਦਲ ਗਿਆ। ਹੁਣ ਇਸ ਤੋਂ ਪਹਿਲਾਂ ਤਾਂ ਕਬੱਡੀ ਕਹਿੰਦੇ ਨਹੀਂ, ਮਾਂ ਖੇਡ, ਮਿੱਟੀ ਦੀ ਖੇਡ, ਪਿੰਡਾਂ ਦੀ ਖੇਡ। ਹੁਣ ਇਹ ਪਿੰਡਾਂ ਤੋਂ ਨਿਕਲ ਕੇ ਵਿਦੇਸ਼ਾਂ ਤੱਕ ਹੋਈ ਆ। ਵਰਲਡ ਕੱਪ ਹੋ ਗਏ ਇਸ ਕਬੱਡੀ ਦੇ, 6 ਵਰਲਡ ਕੱਪ ਹੋ ਗਿਆ। ਪ੍ਰੋਫੈਸ਼ਨ ਆ ਗਿਆ ਕਬੱਡੀ ਦਾ। ਪਰ ਕਬੱਡੀ ਦਾ ਬਦਲਿਆ ਬਹੁਤ ਕੁਛ ਆ। ਇੱਥੇ ਗੱਲ ਇਹ ਵੀ ਜ਼ਿਕਰਯੋਗ ਆ ਕਿ ਨਿਯਮ ਨਹੀਂ ਬਦਲ ਸਕੇ। ਨਿਯਮ ਹਰ ਵਾਰ ਹੁੰਦੇ ਆ ਵੀ ਚੇਂਜ ਕਰਦੇ, ਪਰ ਡਿਸਪਲਿਨ ਨਹੀਂ ਆ ਸਕਿਆ ਕਬੱਡੀ ਦੇ ਵਿੱਚ। ਹਾਲੇ ਵੀ ਇਹ ਵੱਡੀ ਲੋੜ ਆ ਕਿ ਨਿਯਮਬੱਧ ਹੋਵੇ ਕਿਸੇ ਤਰ੍ਹਾਂ ਕਬੱਡੀ, ਕਿਉਂਕਿ ਇਸੇ ਨਾਲ ਹੀ ਮਿਲਦੀ ਜੁਲਦੀ ਕਬੱਡੀ ਆ ਨੈਸ਼ਨਲ ਸਟਾਈਲ, ਜਿਹਨੇ
ਤਰੱਕੀ ਬਹੁਤ ਕੀਤੀ ਆ, ਕਿਉਂਕਿ ਮਾਂ ਖੇਡ ਕਬੱਡੀ ਨੇ ਚਾਹੇ ਤਰੱਕੀ ਕਰ ਲਈ ਪੈਸੇ ਦੇ ਪੱਖ ਤੋਂ, ਪੈਸਾ ਬਹੁਤ ਆ ਗਿਆ ਕਬੱਡੀ ਦੇ ਵਿੱਚ, ਦੇਸ਼ਾਂ ਦੇ ਵਿੱਚ ਵੀ ਪਹੁੰਚ ਗਿਆ, ਪਰ ਜਿਹਨੂੰ ਕਹਿੰਦੇ ਨਾ ਆਪਾਂ ਖੇਡ ਲੈਵਲ 'ਤੇ, ਜਿਸ ਤਰ੍ਹਾਂ ਓਲੰਪਿਕ ਖੇਡਾਂ ਹੋ ਗਈਆਂ, ਏਸ਼ੀਅਨ ਖੇਡਾਂ ਹੋ ਗਈਆਂ, ਹੁਣ ਪੰਜਾਬ ਦੀ ਜਿਹੜੀ ਮਾਂ ਖੇਡ ਕਬੱਡੀ ਆ, ਪੰਜਾਬ ਸਟਾਈਲ ਕਬੱਡੀ ਆ, ਇਹਨੂੰ ਹਾਲੇ ਤੱਕ ਭਾਰਤ ਵਿੱਚ ਹੀ ਮਾਨਤਾ ਲਈ ਜੂਝ ਰਹੀ ਹਨ। ਅਤੇ ਬਾਕੀ ਕੋਚ ਸਾਹਿਬ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਆ ਟੈਕਨੀਕਲ ਤੌਰ 'ਤੇ, ਔਰ ਮੈਂ ਇਹ ਸਵਾਲ ਕਰਦਾ ਕੋਚ ਸਾਹਿਬ ਨੂੰ ਕਿ ਕੋਚ ਸਾਹਿਬ ਨਿਯਮਾਂ ਦੇ ਵਿੱਚ ਕਿਉਂ ਨਹੀਂ ਵੱਧ ਸਕੀ ਕਬੱਡੀ? ਐਕਚੁਅਲੀ ਇਹਦਾ ਕੋਈ ਸਿਸਟਮ ਹੈ ਕਬੱਡੀ ਦਾ। ਦੇਖੋ ਮੈਂ ਤੁਹਾਨੂੰ ਦੱਸਦਾ ਜੀ ਵੀ ਐਜ਼ ਏ ਕੋਚ ਪਹਿਲੋਂ 1970 'ਚ ਕਬੱਡੀ ਕੋਚ ਜ਼ਿਲ੍ਹਾ ਰੋਪੜ 'ਚ ਰਿਹਾ ਜੀ। ਮੈਂ ਫਿਰ ਕਰਦਾ ਕਰਾਉਂਦਾ ਫਿਰ ਫਰੀਦਕੋਟ ਚਲੇ ਗਏ, ਫਿਰ ਉੱਥੇ ਸਪੋਰਟਸ ਸਕੂਲ ਖੁੱਲ੍ਹਦਾ, ਬਾਦਲ ਸਾਹਿਬ ਨੇ ਉੱਥੇ 2-3 ਗੇਮਾਂ ਦਾ ਉੱਥੇ ਮੈਨੂੰ ਇੰਚਾਰਜ ਬਣਾ ਕੇ ਨਾਲ ਕਬੱਡੀ ਸੀ ਕਰਦਿਆਂ ਕਰਾਉਂਦਾ। ਮੈਂ ਜਲੰਧਰ 80 'ਚ ਆਇਆ ਜੀ, ਮਤਲਬ ਰੋਪੜ ਤੋਂ ਉੱਥੇ ਫਰੀਦਕੋਟ ਸਪੋਰਟਸ ਸਕੂਲ, ਬਾਦਲ, ਫਿਰ ਬਠਿੰਡਾ, ਫਿਰ ਲੁਧਿਆਣਾ, ਮੇਰੀ ਟਰਾਂਸਫਰ ਲੁਧਿਆਣੇ ਤੋਂ ਜਲੰਧਰ ਆਇਆ 80 'ਚ। ਮੈਂ 10 ਸਾਲ ਬਾਹਰ ਰਿਹਾ, 10-12। ਸੋ ਮੈਂ ਇੱਥੇ ਆ ਕੇ ਕਬੱਡੀ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਰਿਹਾ ਜੀ। ਪ੍ਰਧਾਨ ਰਹੇ ਸਰਦਾਰ ਬਲਵੀਰ ਸਿੰਘ, ਜਿਹੜੇ ਆਪਣੇ ਮਿਨਿਸਟਰ ਰਹੇ ਆ ਸ਼ੰਕਰ ਵਾਲੇ ਜੀ। ਤੋਂ ਅਸੀਂ ਇਹ ਸਿਸਟਮ ਬਣਾਇਆ, ਮਤਲਬ ਸਾਰੇ ਯੂਨਿਟ ਬਣਾਏ ਸੀ, 12 ਜ਼ਿਲ੍ਹੇ ਸੀਗੇ ਉਦੋਂ। ਹਰ ਜ਼ਿਲ੍ਹੇ ਪ੍ਰਧਾਨ ਅਤੇ ਸੈਕਟਰੀ ਦੇ ਨਾਲ ਉਹਦੀ ਜਿਹੜੀ ਦੂਜੀ ਵਰਕਿੰਗ ਹੁੰਦੀ ਹੈ। ਇਹਦੇ ਵਿੱਚ ਜਿਹੜੀ ਅਸੀਂ ਫਿਰ ਪਹਿਲਾਂ ਜ਼ਿਲ੍ਹਾ ਲੈਵਲ ਦੀ ਟੂਰਨਾਮੈਂਟ ਕਰਾਈਦਾ, ਉਹ ਵੀ ਅਸੂਲਾਂ ਮੁਤਾਬਕ ਕਰਾਈਦਾ, ਔਰ ਉਸ ਤੋਂ ਬਾਅਦ ਫਿਰ ਜਿਹੜੀ ਸਟੇਟ ਚੈਂਪੀਅਨਸ਼ਿਪ ਉਹ ਵੀ ਅਸੂਲ ਹੈਗੇ ਆ, ਰੂਲ ਹੈਗੇ, ਬੜੇ ਵਧੀਆ ਰੂਲ ਆ। ਲੇਕਿਨ ਇਹ ਬੜੇ ਅਫਸੋਸ ਦੀ ਗੱਲ ਆ ਕਿ ਜਦੋਂ ਦੀ ਪ੍ਰੋਫੈਸ਼ਨਲ ਹੋਈ ਹੈ, ਇੰਨਾ ਪੈਸਾ ਇਨਵੋਲਵ ਹੋਇਆ, ਹਰ ਜਿਹੜੀ ਕਲੱਬ ਆ ਜਾਂ ਜਿੱਦਾਂ ਤੁਸੀਂ ਨਾਰਥ ਆ ਜਾਂ ਦੂਜੀਆਂ ਹੋਰ ਫੈਡਰੇਸ਼ਨਾਂ ਬਣੀਆਂ ਜੀ ਜਾਂ ਬਾਹਰਲੇ ਕੰਟਰੀ 'ਚ ਬਣੀਆਂ, ਉਹਨਾਂ ਨੇ ਆਪ ਆਪਣੇ ਰੂਲ ਜਿਹੜੇ ਫਰੇਮ ਕੀਤੇ। ਮੈਂ ਬਥੇਰਾ ਰੌਲਾ ਪਾਈ ਜਾਂਦਾ ਵੀ ਘੱਟੋ ਘੱਟ ਜਦੋਂ ਵੀ ਕੋਈ ਪ੍ਰੈਸ ਰਿਪੋਰਟਰ ਸਾਨੂੰ ਪੁੱਛ ਲੈਂਦਾ ਵੀ ਆਹ ਫਲਾਣੇ ਥਾਂ ਰੂਲ ਉੱਥੇ ਇੱਦਾਂ ਖੇਡਿਆ ਜਾਂਦਾ ਅਤੇ ਇਹ ਇੱਥੇ ਕੀ ਕਬੱਡੀ ਹੈ, ਕਿੱਦਾਂ ਤੁਸੀਂ ਇਹਨੂੰ ਓਲੰਪਿਕ 'ਚ ਲੈ ਜਾਓ, ਕਿੱਦਾਂ ਵਰਲਡ 'ਚ ਲੈ ਜਾਓਗੇ ਇਹਨੂੰ, ਹੈ ਨਾ, ਜਦੋਂ ਇਹ ਇੱਕ ਅਸੂਲ ਹੀ ਨਹੀਂ, ਰੂਲ ਹੀ ਨਹੀਂ ਇਹਨਾਂ ਦੇ। ਸੋ ਕਾਫੀ ਕੋਸ਼ਿਸ਼ ਕੀਤੀ ਹੈ ਵੀ ਇਹ ਘੱਟੋ ਘੱਟ ਇਹਦੀ ਜਿਹੜੀ ਯੂਨੀਫਾਰਮਿਟੀ ਹੈ ਰੂਲਾਂ ਦੀ, ਉਹ ਸਾਰੇ ਵਰਲਡ 'ਚ ਇੱਕੋ ਰੂਲਾਂ ਨਾਲ ਖਿਡਾਏ ਜਾਣ। ਪਰ ਅਫਸੋਸ ਦੀ ਗੱਲ ਹੈ ਵੀ ਕਬੱਡੀ ਧਨਾਡਾ ਕੋਲ ਚਲੇ ਗਈ, ਉਹ ਆਪਣੇ ਹਿਸਾਬ ਨਾਲ ਜਿੱਦਾਂ ਵੀ ਉਹਨਾਂ ਦੀ ਕਲੱਬ 'ਚ ਆਉਂਦੀ ਆ ਜਾਂ ਫੈਡਰੇਸ਼ਨ 'ਚ ਆਉਂਦੀ ਆ, ਉਹਦੇ ਮੁਤਾਬਕ ਉਹਨਾਂ ਰੂਲ ਬਣਾ ਕੇ ਵੱਖੋ ਵੱਖਰੀ ਕੰਟਰੀਆਂ 'ਚ ਵੱਖਰੇ ਵੱਖਰੇ ਰੂਲਾਂ ਨਾਲ ਕਰਾਈ ਜਾਂਦੀ ਹੈ। ਸੋ ਬੜੀ ਇਹ ਮੈਂ ਸਮਝਦਾ ਕਿ ਹੀਨਤਾ ਦੀ ਗੱਲ ਹੈ ਕਿ ਅਸੀਂ ਇੰਨੀ ਕਬੱਡੀ ਦੇ ਪੈਸਾ ਇਨਵਾਲਵ ਹੋ ਗਿਆ, ਇਹਦੇ ਚੱਕ ਰੂਲ ਹੀ ਨਹੀਂ ਵੱਡਦੇ ਬਣੇ, ਤਾਂ ਅਸੀਂ ਓਲੰਪਿਕ 'ਚ ਕਿੱਦਾਂ ਜਾ ਸਕਦੇ ਹਾਂ। ਸੋ ਓਲੰਪਿਕ 'ਚ ਜਿਹੜੀ ਜਾਣ ਵਾਲੀ ਗੱਲ ਹੈ ਉਹਦਾ ਵੀ ਸਿਸਟਮ ਹੈਗਾ। ਪਹਿਲੋਂ ਅਸੀਂ ਜ਼ਿਲ੍ਹਾ ਕਰਾਉਣੇ, ਫਿਰ ਪੰਜਾਬ ਕਰਾਉਣੇ, ਫਿਰ ਨੈਸ਼ਨਲ ਕਰਾਉਣੇ, ਫਿਰ ਏਸ਼ੀਅਨ ਕਰਾਉਣੇ, ਐ ਸਟੈਪ ਬਾਈ ਸਟੈਪ ਅੱਗੇ ਜਾਣਾ। ਇੱਥੇ ਵੇਖਿਆ ਹੁਣ ਪ੍ਰਚਾਰ ਜਦੋਂ ਕੋਈ ਕੱਪ ਹੁੰਦਾ, ਐਸੀ ਚੀਜ਼ ਓਲੰਪਿਕ 'ਚ ਲੈ ਕੇ ਜਾਣੀ ਕਬੱਡੀ ਨੂੰ। ਕਬੱਡੀ ਦਾ ਜੇ ਸਿਸਟਮ ਨਹੀਂ ਬਣਿਆ, ਰੂਲ ਇੱਕ ਨਹੀਂ ਬਣੇ, ਐਸੋਸੀਏਸ਼ਨ ਨਹੀਂ ਬਣੀ, ਫੈਡਰੇਸ਼ਨ ਇੱਕ ਨਹੀਂ ਬਣੀ, ਅਤੇ ਕਿਸੇ ਰੂਲਾਂ ਦੇ ਮੁਤਾਬਕ ਫਿਰ ਇਹਦੇ ਨਾਲ ਗੌਰਮੈਂਟ ਇਨਵੋਲਵ ਨਹੀਂ। ਜਿਹੜੇ ਆ ਕੱਪ ਕਰਾਉਣੇ ਆ, ਇਹ ਠੀਕ ਹੈ ਪੈਸਾ ਬਾਹਰੋਂ ਇਕੱਠਾ ਕਰਕੇ ਗੌਰਮੈਂਟ ਨਾਲ ਕਰਾਉਂਦੀ ਨਾ, ਜਿੱਦਾਂ ਬਾਦਲ ਸਰਕਾਰ ਨੇ ਕਰਾਈ ਹੈ, ਲੇਕਿਨ ਉਹ ਗੌਰਮੈਂਟ ਵੱਲੋਂ ਮਾਨਤਾ ਨਹੀਂ ਕੋਈ ਵੀ। ਗੌਰਮੈਂਟ ਜਿਹੜੀ ਹੁੰਦੀ ਆ ਕੱਪ ਹੁੰਦਾ, ਉਹ ਹੁੰਦਾ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਮਾਨਤਾ ਲੈਣੀ ਪੈਂਦੀ, ਜਿਹੜੀ ਇੰਡੀਆ ਲੈਵਲ ਦੀ ਬੋਡੀ ਹੈ। ਜਦੋਂ ਟੀਮ ਬਾਹਰ ਜਾਣੀ, ਉਹ ਵਿਦ ਦੀ ਪਰਮਿਸ਼ਨ ਆਫ ਦੈਟ, ਉਸ ਦੀ ਫਿਰ ਨਾਲ ਜਿਹੜੀ ਕਬੱਡੀ ਫੈਡਰੇਸ਼ਨ ਆਫ ਇੰਡੀਆ ਬਣੀ ਆ, ਲੀਗਲ ਮਾਨਤਾ ਪ੍ਰਾਪਤ ਆ, ਉਹਦੀ ਪਰਮਿਸ਼ਨ ਨਾਲ ਟੀਮਾਂ ਜਾਂਦੀਆਂ। ਸਿਸਟਮ ਤਾਂ ਹੈਗਾ, ਲੇਕਿਨ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਕਬੱਡੀ ਇਸ ਸਰਕਲ ਸਟਾਈਲ ਦੀ ਇਹ ਜਿਹੜਾ ਆਪੋ ਤਾਂ ਪਈ ਹੈ, ਇਹਦੇ ਵਿੱਚ ਅਜੇ ਤੱਕ ਇਹ ਜਿਹੜਾ ਕੋਈ ਰੂਲ ਰੈਗੂਲੇਸ਼ਨ ਇੱਕ ਨਹੀਂ ਬਣ ਸਕਿਆ। ਕੋਚ ਸਾਹਿਬ, ਇਹ ਤਰਾਸਦੀ ਆ ਸਾਡੀ ਗੇਮ ਦੀ, ਮਾਂ ਖੇਡ ਦੀ, ਕਿ ਪੰਜਾਬ ਤੱਕ ਸੀਮਤ ਰਹਿ ਗਈ ਗੇਮ। ਪੰਜਾਬ ਦੇ ਜ਼ਿਲ੍ਹੇ ਤਾਂ ਆਪਸ ਵਿੱਚ ਖੇਡ ਲੈਂਦੇ ਆ, ਪਰ ਭਾਰਤ ਦੇ ਵਿੱਚ ਜਿਹੜੇ ਸਟੇਟਾਂ ਆ ਉਹਨਾਂ ਦੇ ਹਾਲੇ ਤੱਕ ਕੋਈ ਚੈਂਪੀਅਨਸ਼ਿਪ ਨਹੀਂ ਹੋ ਸਕੀ। ਇਹ ਇੱਕ ਤਰਾਸਦੀ ਹੈ ਸਾਡੀ ਖੇਡ ਦੀ, ਕਿਉਂਕਿ ਪੰਜਾਬ ਦੇ ਵਿੱਚ ਇਹ ਖੇਡੀ ਜਾਂਦੀ ਆ, ਪਰ ਹੁਣ ਤਾਮਿਲਨਾਡੂ ਵਾਲਿਆਂ ਨੂੰ ਨਹੀਂ ਪਤਾ ਕਿ ਪੰਜਾਬ ਸਟਾਈਲ ਕਬੱਡੀ ਵੀ ਹੈਗੀ ਆ। ਹੁਣ ਕੇਰਲਾ ਵਾਲਿਆਂ ਨੂੰ ਨਹੀਂ ਪਤਾ ਵੀ ਇਹ ਕਿੱਦਾਂ ਕਬੱਡੀਆਂ ਪੈਣੀਆਂ ਪੰਜਾਬ ਸਟਾਈਲ ਦੀਆਂ। ਕਿ ਜੋੜ ਪਹਿਲਾਂ ਆਪਣੇ ਦੇਸ਼ ਵਿੱਚ ਦੇਣਾ ਚਾਹੀਦਾ ਕਿ ਘੱਟੋ ਘੱਟ ਜਿਹੜੀਆਂ 28 ਸਟੇਟਾਂ ਆ ਜਾਂ ਜਿਹੜੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉਹਨਾਂ ਦੇ ਵਿੱਚ ਵੀ ਘੱਟੋ ਘੱਟ ਪੰਜਾਬ ਸਟਾਈਲ ਕਬੱਡੀ ਨੂੰ ਪਹਿਲਾਂ ਪ੍ਰਮੋਟ ਕੀਤਾ ਜਾਵੇ, ਓਲੰਪਿਕ ਦੇ ਬਾਰੇ ਫਿਰ ਸੋਚਿਆ ਜਾਵੇ। ਮੈਂ ਤੁਹਾਨੂੰ ਥੋੜ੍ਹਾ ਜਿਹਾ ਬੈਕਗਰਾਊਂਡ 'ਤੇ ਜਾਣਾ ਬੈਕ 'ਤੇ 1998 ਦੀ ਗੱਲ ਹੈ ਜੀ। ਮੈਂ ਤੁਹਾਨੂੰ ਦੱਸਿਆ ਵੀ ਮੈਂ ਵੀ ਕਬੱਡੀ ਐਸੋਸੀਏਸ਼ਨ ਦੇ ਵਿੱਚ ਰਿਹਾ, ਇਨਵੋਲਵ ਹੋਇਆ। 1998 ਵਿੱਚ ਅਸੀਂ ਨਕੋਦਰ ਵਿਖੇ
ਇੱਕ ਆਲ ਇੰਡੀਆ ਸਬ ਜੂਨੀਅਰ ਟੂਰਨਾਮੈਂਟ ਕਰਾਇਆ, ਜਿਹਦੇ ਵਿੱਚ ਕੁੜੀਆਂ ਨੇ ਵੀ ਭਾਗ ਲਿਆ, ਸਾਰੇ ਇੰਡੀਆ ਦੀ 14 ਸਾਲ ਤੱਕ ਹੁੰਦੀ ਹੈ, ਮੁੰਡਿਆਂ ਨੇ ਵੀ ਭਾਗ ਲਿਆ। ਉੱਥੇ ਜਿਹੜਾ ਕਬੱਡੀ ਫੈਡਰੇਸ਼ਨ ਆਫ ਦਾ ਇੰਡੀਆ ਦਾ ਜਿਹੜਾ ਪ੍ਰਧਾਨ ਹੈ ਗਲੋਟ, ਉਹ ਉਹਨਾਂ ਨੂੰ ਮਤਲਬ ਕਿਉਂਕਿ ਇੰਡੀਆ ਲੈਵਲ ਦਾ ਉਹ ਕੰਪੀਟੀਸ਼ਨ ਸੀਗਾ ਜੀ, ਉਹ ਪ੍ਰਧਾਨ ਨੇ ਆਉਣਾ ਹੀ ਸੀਗਾ। ਉੱਥੇ ਜੀ ਉਹਨਾਂ ਨੇ ਸਾਰਾ ਮਿਲ ਕੇ ਰਿਕੁਐਸਟ ਕੀਤੀ ਵੀ ਦੇਖੋ ਕਿੱਡੀ ਪਾਪੂਲਰ ਗੇਮ ਹੈ ਇਹ, ਬੜੀ ਥ੍ਰਿਲਿੰਗ ਗੇਮ ਆ, ਮਾਈਂਡ ਟੂ ਮਾਈਂਡ ਫਾਈਟ ਹੈ ਇਹਦੇ 'ਚ, ਰੈਸਲਿੰਗ ਟਾਈਪ ਆ ਵੀ ਨੈਸ਼ਨਲ ਸਟਾਈਲ ਤਾਂ ਇੱਕ ਬੰਦੇ ਨੂੰ 4 ਪੈ ਗਏ 6 ਪੈ ਗਏ ਕੋਈ ਮਜ਼ਾ ਨਹੀਂ ਆਉਂਦਾ। ਇਹ ਮਾਈਂਡ ਟੂ ਮਾਈਂਡ ਜਦੋਂ ਫਾਈਟ ਹੁੰਦੀ ਹੈ ਬੰਦੇ ਨੂੰ ਸਪਿਰਿਟ ਆਉਂਦੀ ਵੇਖਣ ਵਾਲੇ ਨੂੰ, ਬੜੀ ਆਪਾਂ ਕਹਿ ਲਈਏ ਵੀ ਵੇਖਣ ਵਾਲੇ ਨੂੰ ਨਸ਼ਾ ਆ ਜਾਂਦਾ, ਜਾਨੀ ਵੇਖਣ 'ਚ ਵੀ ਜਦੋਂ ਸਟਰਗਲ ਹੁੰਦਾ। ਉੱਥੇ ਰਿਕੁਐਸਟ ਕੀਤੀ ਵੀ ਇਸ ਜਿਹੜੀ ਸਾਡੀ ਇਹ ਇੰਟਰਨੈਸ਼ਨਲ 'ਤੇ ਖੇਡੀ ਜਾਂਦੀ, ਬਾਹਰ ਵੀ ਟੀਮਾਂ ਜਾਂਦੀਆਂ, ਲੋਕ ਇਨਵਾਈਟ ਕਰਦੇ ਆ ਜਿਹੜੇ ਪੰਜਾਬੀ ਲੋਕ ਗਏ ਆ, ਵੀ ਇਹਨੂੰ ਤੁਸੀਂ ਮਾਨਤਾ ਦਿਓ ਤਾਂ ਕਿ ਆਪਾਂ ਇੰਡੀਆ 'ਚੋਂ ਬਾਅਦ ਫਿਰ ਇਹਨੂੰ ਜੇ ਓਲੰਪਿਕ ਜਾਣਾ, ਏਸ਼ੀਅਨ ਜਾਣਾ ਅਤੇ ਉਹ ਤੁਸੀਂ ਆਪਾਂ ਲੈ ਕੇ ਜਾ ਸਕਦੇ ਹਾਂ। ਗੱਲ ਕੀ ਉਹ ਮੰਨ ਗਏ ਉਦੋਂ। ਉਹਨਾਂ ਨੇ ਲੋਟ ਸਾਹਿਬ ਨੇ ਡਿਕਲੇਅਰ ਕਰਤਾ ਵੀ ਅੱਜ ਤੋਂ ਸਰਦਾਰ ਬਲਵੀਰ ਸਿੰਘ ਜਿਹੜੇ ਸਰਗਵਾਸ ਪੂਰੇ ਹੋ ਗਏ ਆ, ਰੱਬ ਦੇ ਘਰ ਜਾ ਬੈਠੇ ਉਹਨਾਂ ਨੇ ਇਸ ਵਿੰਗ ਦਾ ਪੰਜਾਬ ਸਰਕਲ ਸਟਾਈ ਦਾ ਉਹਨਾਂ ਨੂੰ ਇੰਚਾਰਜ ਬਣਾਤਾ, ਕਨਵੀਨਰ ਬਣਾਤਾ ਵੀ ਤੁਸੀਂ ਇਹਨੂੰ ਡਿਵੈਲਪਮੈਂਟ ਕਰੋ ਤਾਂ ਕਿ ਆਪਾਂ ਇੰਟਰਨੈਸ਼ਨਲ ਪੱਧਰ 'ਤੇ ਲੈ ਕੇ ਜਾਈਏ ਜੀ। ਗੱਲ ਕੀ ਜੀ, ਅਸੀਂ ਫਿਰ ਪ੍ਰੋਗਰਾਮ ਬਣਾ ਕੇ ਅਤੇ ਅਸੀਂ ਟੀਮ ਬਣਾਈ, ਇਹਦੇ ਵਿੱਚ ਹਰਜੀਤ ਵਾਜਾ ਖਾਨਾ ਵੀ ਉਦੋਂ ਵਿੱਚ ਹੀ ਸੀਗਾ। ਅਸੀਂ ਇੱਕ ਟੀਮ ਬਣਾ ਕੇ ਅਤੇ ਮਦਰਾਸ ਭੇਜੀ। ਉਸ ਤੋਂ ਬਾਅਦ ਇੱਕ ਕੁੜੀਆਂ ਦੀ ਟੀਮ ਜਿਹੜੀ ਬਣਾ ਕੇ, ਪਲਵਿੰਦਰ ਕੌਰ ਕੁੜੀ ਬਹੁਤ ਵਧੀਆ ਕੋਚ ਹੋ ਗਈ, ਉਹਨੇ ਬਹੁਤ ਅੱਛੇ ਰਿਜ਼ਲਟ ਦਿੱਤੇ ਆ, ਉਹਨੂੰ ਕੁੜੀਆਂ ਦਾ ਇੰਚਾਰਜ ਬਣਾਤਾ। ਇੱਧਰੋਂ ਫਿਰ ਮੈਂ ਜਿਹੜਾ ਟੀਮ ਪੰਜਾਬ ਦੀ ਟੀਮ ਲੈ ਕੇ, ਤਾਂ ਕਿ ਐਗਜੀਬਿਸ਼ਨ ਕਰਕੇ ਅਸੀਂ ਮਹਾਰਾਸ਼ਟਰ ਵੱਲ, ਇੱਧਰ ਮਦਰਾਸ ਵੱਲ, ਤਾਮਿਲਨਾਡੂ ਵੱਲ, ਸਾਰੇ ਵੱਡੇ ਜਿੱਥੇ ਇੱਥੇ ਟਰਾਂਸਪੋਰਟਰ ਆਪਣੇ ਪੰਜਾਬੀ ਆ, ਵੀ ਘੱਟੋ ਘੱਟ ਉੱਥੇ ਜਿਹੜੇ ਆ ਪ੍ਰਦਰਸ਼ਨੀ ਮੈਚ ਦਈਏ ਤਾਂ ਕਿ ਗੇਮ ਨੂੰ ਪਾਪੂਲਰ ਕਰੀਏ। ਜਾਣੀ ਥੋੜ੍ਹੇ ਟਾਈਮ ਦੇ ਵਿੱਚ ਅਸੀਂ ਇਹਨਾਂ ਕੋ ਕੁਛ ਕੀਤਾ, ਕੁਛ ਮੈਚ ਉੱਧਰ ਖਿਡਾਏ ਆ, ਜਾਂ ਦਿੱਲੀ ਖਿਡਾਇਆ, ਫਿਰ ਮੇਰੇ ਤਾਮਿਲਨਾਡੂ ਤੁਹਾਨੂੰ ਦੱਸਿਆ, ਮਦਰਾਸ। ਸੋ ਉਸ ਤੋਂ ਬਾਅਦ ਅਸੀਂ ਇੱਕ ਨੈਸ਼ਨਲ ਕਬੱਡੀ ਜਿਹੜੀ ਹੈ ਨਾ ਆਲ ਇੰਡੀਆ ਸਾਹਨੇਵਾਲ ਕਰਾਈ। ਸਾਹਨੇਵਾਲ ਪਿੰਡ ਵਿੱਚ ਉੱਥੋਂ ਟੀਮਾਂ ਆਈਆਂ ਸਾਰੀਆਂ, ਕੋਈ 10-12 ਟੀਮਾਂ ਆਈਆਂ ਇੰਡੀਆ ਤੋਂ। ਉਹਦੇ ਵਿੱਚ ਉਹਨਾਂ ਨੂੰ ਰੂਰਲ ਦਾ ਵੀ ਨਹੀਂ ਸੀ ਬਹੁਤਾ ਪਤਾ, ਹਾਲੇ ਕੋਈ ਨਹੀਂ। ਫਿਰ ਮੈਂ ਬੋਰਡ 'ਤੇ ਸਾਰਾ ਉਹਨਾਂ ਨੂੰ ਸਮਝਾਇਆ ਵਗੈਰਾ ਵੀ ਆਹ ਗਰਾਊਂਡ ਹੈ, ਇੱਥੇ ਇਹਨਾਂ ਸਟਾਪਰਾਂ ਨੇ ਇੱਥੇ ਖੜਨਾ। ਗੱਲ ਕੀ ਉਹਨਾਂ ਨੇ ਮਾੜਾ ਚੰਗੇ ਜਿਹੜੇ ਆ ਕੰਪੀਟੀਸ਼ਨ ਦਿੱਤਾ, ਅਤੇ ਉਹ ਅਸੀਂ ਪਹਿਲੀ ਉੱਥੇ ਆਲ ਇੰਡੀਆ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਕਰਾਈ ਆਫੀਸ਼ੀਅਲੀ ਗੌਰਮੈਂਟ ਸਾਈਡ ਤੋਂ, ਜਿਹੜੀ ਮਾਨਤਾ ਦਿੱਤੀ, ਬਕਾਇਦਾ ਉਹਨਾਂ ਨੂੰ ਸਰਟੀਫਿਕੇਟ ਇਸ਼ੂ ਕੀਤੇ ਜਿਹਦੀ ਨੌਕਰੀ ਵੇਲੇ ਵੈਲਿਊ ਪੈਂਦੀ ਹੈ। ਸੋ ਕਰਨ ਤੋਂ ਬਾਅਦ ਫਿਰ ਸਰਦਾਰ ਬਲਵੀਰ ਸਿੰਘ ਹੋਣੀ ਜਿਹੜੇ ਵਿਚਾਰੇ ਪੂਰੇ ਹੋ ਗਏ, ਅਤੇ ਉਸ ਤੋਂ ਬਾਅਦ ਬਹੁਤਾ ਉਪਰਾਲਾ ਨਹੀਂ ਕੀਤੇਗਾ। ਮੈਂ ਵੀ ਥੋੜ੍ਹਾ ਜਿਹਾ ਬਾਹਰ ਅੰਦਰ ਜਾਣ ਕਰਕੇ ਫਿਰ ਜਿਹੜਾ ਮੈਂ ਬਹੁਤਾ ਇੰਟਰਸਟ ਨਹੀਂ ਲਿਆ, ਕਿਉਂਕਿ ਜਿੰਨਾ ਚਿਰ ਉੱਤੇ ਪ੍ਰਧਾਨ ਜਾਂ ਵੱਡੇ ਜਿਹੜੀ ਆ ਹੁੰਦੇ ਆ ਇਹਨਾਂ ਦੇ ਕਰਤਾ ਧਰਤਾ, ਉਹ ਜਦੋਂ ਇਨੀਸ਼ੀਏਟਿਵ ਨਹੀਂ ਲੈਂਦੇ ਫਿਰ ਇੱਕ ਬੰਦਾ ਕੁਝ ਨਹੀਂ ਕਰ ਸਕਦਾ। ਸੋ ਇਹ ਚੱਲੀ ਸੀ ਇੱਧਰ ਨੂੰ ਗੱਲ, ਪਰ ਸਾਨੂੰ ਅਫਸੋਸ ਦੀ ਗੱਲ ਹੈ ਵੀ ਉਹ ਕਿਸੇ ਨੇ ਗਾਂਹ ਮੁੜ ਕੇ ਬਾਂਹ ਨਹੀਂ ਫੜੀ ਉਸ ਗੱਲ ਦੀ, ਨਾ ਉੱਧਰ ਨੂੰ ਕਿਸੇ ਨੇ ਧਿਆਨ ਦਿੱਤਾ। ਸ਼ੋਅ ਮੈਚ ਕਰਾ ਕੇ ਪੈਸੇ ਦੇ ਕੇ ਤੋੜ ਦਿੰਦੇ ਆ, ਲੇਕਿਨ ਜਿਹੜੀ ਅਫੀਸ਼ੀਅਲੀ ਇਹਦੀ ਮਾਨਤਾ ਉਹ ਕਿਸੇ ਨੇ ਉੱਧਰ ਧਿਆਨ ਨਹੀਂ ਦਿੱਤਾ। ਹਾਂਜੀ ਪਰਮਜੀਤ ਜੀ, ਤੁਸੀਂ ਸਵਾਲ ਕਰਨਾ ਚਾਹੁੰਦੇ ਸੀ ਕੋਈ? ਕੋਚ ਸਾਹਿਬ, ਆਪਾਂ ਕਬੱਡੀ ਦੇ ਵਿੱਚ ਰੂਲ ਦੀ ਗੱਲ ਕਰਦੇ ਸੀ ਕਿ ਕਬੱਡੀ ਨੂੰ ਓਲੰਪਿਕ ਦੇ ਵਿੱਚ ਕਿਵੇਂ ਲਿਜਾਇਆ ਜਾ ਸਕਦਾ। ਕਬੱਡੀ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਦੇ ਹੋਣੇ ਗਰਾਊਂਡ ਲੈਵਲ 'ਤੇ ਡੇਲੀ ਮੈਚਾਂ ਦੇ ਵਿੱਚ ਜਾਂਦੇ, ਕਿਉਂਕਿ ਤੁਹਾਡਾ ਤਾਂ ਕਬੱਡੀ ਦੇ ਨਾਲ ਇੰਨਾ ਪ੍ਰੇਮ ਆ ਕਿ ਤੁਹਾਡਾ ਜੀਅ ਨਹੀਂ ਲੱਗਦਾ ਹੋਣਾ ਘਰ ਕੇ, ਜਦੋਂ ਵੀ ਕਿਤੇ ਕਬੱਡੀ ਹੁੰਦੀ ਹੋਣੀ ਤੁਹਾਨੂੰ ਇੱਦਾਂ ਲੱਗਦਾ ਰਹਿੰਦਾ ਵੀ ਮੈਂ ਹੁਣ ਚੱਲ ਜਾਵਾਂ। ਕੋਚ ਸਾਹਿਬ, ਤੁਸੀਂ ਦੇਖਦੇ ਹੋਣੇ ਆ ਕਿ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਕਬੱਡੀ ਆ, ਫੈਡਰੇਸ਼ਨਾਂ ਦੇ ਮੈਚ ਹੁੰਦੇ ਆ, ਕਮੇਟੀ ਵੱਲੋਂ 11 ਵਜੇ ਦਾ ਸੱਦਾ ਦਿੱਤਾ ਜਾਂਦਾ ਆ ਟੀਮਾਂ ਨੂੰ ਕਿ 8 ਟੀਮਾਂ 11 ਵਜੇ ਸਵੇਰੇ ਪਹੁੰਚ ਜਾਣ, ਪਰ ਉਹ ਟੀਮਾਂ 2-3 ਵਜੇ ਤੋਂ ਪਹਿਲਾਂ ਨਹੀਂ ਪਹੁੰਚਦੀਆਂ। ਔਰ ਦੂਜੀ ਗੱਲ, ਟੀਮਾਂ 8 ਹੁੰਦੀਆਂ, ਉਹ ਆਪਣੀ ਪ੍ਰੋਪਰ ਯੂਨੀਫਾਰਮ ਦੇ ਵਿੱਚ ਨਹੀਂ ਹੁੰਦੀਆਂ, ਕਿੱਟ ਦੇ ਵਿੱਚ ਨਹੀਂ ਹੁੰਦੀਆਂ। ਔਰ ਚੱਲਦੇ ਮੈਚ ਦੇ ਵਿੱਚ ਆਪਾਂ ਕਹਿ ਦਈਏ ਕਿ ਤੁਹਾਨੂੰ ਜ਼ਿਆਦਾ ਪਤਾ, ਕਿਉਂਕਿ ਤੁਸੀਂ ਸਟਾਰਟਿੰਗ ਤੋਂ ਕਬੱਡੀ ਜਿਹੜੀ ਆ 1970 ਤੋਂ ਸਟਾਰਟ ਜਿਹੜੀ ਆ ਕੋਚਿੰਗ ਕੀਤੀ ਹੋਈ ਆ। ਵਾਟਰ ਬ੍ਰੇਕ ਦੇ ਵਿੱਚ ਕਈ ਵਾਰ ਖਿਡਾਰੀ ਜਿਹੜੇ ਵਾਟਰ ਬ੍ਰੇਕ ਤੋਂ ਪਹਿਲਾਂ ਹੀ ਪਾਣੀ ਪੀ ਲੈਂਦੇ ਆ, ਉਹ ਰੂਲ ਨਹੀਂ ਹੁੰਦਾ। ਫਿਰ ਇੱਕ ਬਹੁਤ ਵੱਡੀ ਗੱਲ ਸੋਚਣ ਵਾਲੀ ਇਹ ਆ ਕਿ ਕਬੱਡੀ ਜਦੋਂ ਆਪਾਂ ਲੇਟ ਸ਼ੁਰੂ ਕਰਵਾਉਂਦੇ ਆ ਅਤੇ ਉਹ ਲੇਟ ਨਾਈਟ ਖਤਮ ਹੁੰਦੀ ਆ। ਕਈ ਵਾਰ ਮੈਂ ਦੇਖਿਆ ਕਿ ਕਈ ਵਾਰ 12-1 ਵਜੇ ਵੀ ਰਾਤ ਦੇ ਵੱਜ ਜਾਂਦੇ ਆ,
ਤੇ ਉਹਦੇ ਨਾਲ ਕਬੱਡੀ ਨੂੰ ਆਪਾਂ ਕਿਵੇਂ ਓਲੰਪਿਕ 'ਚ ਲਿਜਾਵਾਂਗੇ, ਕਿਉਂਕਿ ਕਬੱਡੀ ਦੇ ਵਿੱਚ ਸੁਧਾਰ ਲਿਆਉਣ ਨੂੰ ਫੈਡਰੇਸ਼ਨ ਨੂੰ, ਪਿੰਡ ਦੀ ਕਮੇਟੀ ਨੂੰ, ਕਬੱਡੀ ਖਿਡਾਰੀਆਂ ਨੂੰ, ਕੋਚ ਸਾਹਿਬਾਨ ਨੂੰ, ਰੈਫਰੀਆਂ ਨੂੰ ਕੀ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਕਬੱਡੀ ਸਮੇਂ ਸਿਰ ਸ਼ੁਰੂ ਹੋਵੇ, ਸਮੇਂ ਸਿਰ ਖਤਮ ਹੋ ਜਾਵੇ, ਪ੍ਰੋਪਰ ਕਿੱਟਾਂ 'ਚ ਹੋਣ ਖਿਡਾਰੀ, ਜਿਹੜਾ ਰੂਲ ਨੂੰ ਫੋਲੋ ਕਰਨ। ਜੇ ਮੰਨ ਲਓ ਆਪਾਂ ਜਿੰਨੇ ਸਮੇਂ ਦਾ ਹੈਗਾ ਆ ਜਿਹੜਾ ਮੈਚ ਆ ਉਹਨੂੰ ਸਮੇਂ ਦੇ ਵਿੱਚ ਜਿਹੜੀ ਵਾਟਰ ਬ੍ਰੇਕ ਆ ਉਦੋਂ ਹੀ ਹੋਵੇ, ਪਹਿਲਾਂ ਕੋਈ ਖਿਡਾਰੀ ਉਹਨੂੰ ਪਾਣੀ ਨਾ ਪੀਵੇ। ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਨਾ ਪੀਵੇ, ਰੱਬ ਨਾ ਕਰੇ ਕੋਈ ਖਿਡਾਰੀ ਨੂੰ ਵਾਹਿਗੁਰੂ ਕੋਈ 19 ਕੀ ਹੁੰਦੀ, ਚਲੋ ਉਹ ਤਾਂ ਗੱਲ ਵੱਖਰੀ ਆ, ਪਰ ਵਾਟਰ ਬ੍ਰੇਕ ਦੇ ਵਿੱਚ ਤੋਂ ਵੀ ਪਹਿਲਾਂ ਕਈ ਵਾਰੀ ਖਿਡਾਰੀ ਪਾਣੀ ਪੂਣੀ ਪੀ ਲੈਂਦੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਤੁਸੀਂ ਸਵਾਲ ਕਈ ਕਰ ਦਿੱਤੇ ਆ ਤੇ ਮੈਂ ਧੰਨਵਾਦ ਜੀ ਇਹਨਾਂ ਦਾ ਜਵਾਬ ਦਿੰਦਾ। ਬਿਲਕੁਲ ਜੀ। ਜਿਹੜੀ ਗੱਲ ਰਹਿ ਗਈ, ਤੁਸੀਂ ਆ ਕਿੱਟਾਂ ਦੀ ਗੱਲ ਚੱਲੀ ਆ ਵੀ ਕਿੱਟ ਪਾ ਕੇ ਨਹੀਂ ਆਉਂਦੇ, ਜਿਹੜੀਆਂ ਤਾਂ ਹੁਣ ਫੈਡਰੇਸ਼ਨਾਂ ਰਜਿਸਟਰਡ ਹੈਗੀਆਂ ਜੀ, ਉਹ ਪਤਾ ਹੀ ਆ ਤੁਹਾਨੂੰ। ਉਹ ਤਾਂ ਜਿਹੜਾ ਵੀ ਕੋਈ ਕੱਛਾ ਆਪਣੀ ਉਸ ਟੀਮ ਨੂੰ ਜਿਹੜਾ ਅਲਾਟ ਕੀਤਾ ਹੈ ਨੰਬਰ ਰੰਗ ਹੈ, ਉਹ ਨਹੀਂ ਪਾ ਕੇ ਉਹਨੂੰ 5000 ਇਕੱਠਾ ਜੁਰਮਾਨਾ ਕਰ ਦਿੰਦੇ ਜਾਂ 1000 ਜੋ ਵੀ ਆ ਉਹਨਾਂ ਨੂੰ ਫਾਈਨ ਕਰਦੇ ਆ, ਤਾਂ ਕਿ ਉਹ ਆਪਣੀ ਪ੍ਰੋਪਰ ਕਿੱਟ ਜਾਵੇ। ਸੋ ਇਸ ਕਰਕੇ ਜਿਹੜੇ ਪਿੰਡਾਂ ਦੇ ਮੈਚ ਉਹਦੇ ਮੈਂ ਮੰਨਦਾ ਹੈ ਕਿ ਜਿਹੜੀਆਂ ਕਲੱਬਾਂ ਆਉਂਦੀਆਂ ਆਪਣੇ ਤੌਰ 'ਤੇ ਬਣ ਕੇ ਉਹਦੇ ਵਿੱਚ ਨਹੀਂ ਹਾਲ ਇਹ ਗੱਲ ਹੈਗੀ, ਲੇਕਿਨ ਜਿਹੜੀਆਂ ਫੈਡਰੇਸ਼ਨਾਂ ਬਣੀਆਂ ਹੋਈਆਂ ਉਹਨਾਂ ਨੇ ਬਕਾਇਦਾ ਅਲਾਟ ਕੀਤੇ ਆ ਕਲਰ, ਉਹਦੇ ਮੁਤਾਬਕ ਉਹਨਾਂ ਨੂੰ ਆਉਣਾ ਪੈਂਦਾ। ਬਿਲਕੁਲ। ਲੇਕਿਨ ਉਹਦੇ ਬਾਵਜੂਦ ਹੀ ਜੇ ਕੋਈ ਇੱਦਾਂ ਜਿੱਦਾਂ ਆਪਾਂ ਹੁਣ ਹੋਲਾ ਮਹੱਲਾ ਕਰਾਇਆ ਕਿ ਟੂਰਨਾਮੈਂਟ, ਹਾਂਜੀ, ਉਹਦੇ ਵਿੱਚ ਜਿਹੜੀ ਯੂਨੀਫਾਰਮ ਕਿੱਟ ਦਿੰਦੇ ਆ, ਪਲੇਇੰਗ ਕਿੱਟ ਇਹਨੂੰ ਕਹਿੰਦੇ ਆ, ਉਹਦੇ ਵਿੱਚ ਸ਼ਾਰਟ ਜਿਹੜੇ ਕੱਛੇ ਜਿਹਨੂੰ ਕਹਿੰਦੇ ਆ, ਇਹ ਫਰੀ ਕੀਤਾ ਜਲੰਧਰ ਨੂੰ ਉਹਨਾਂ ਅਲਾਟ ਕੀਤਾ ਆ, ਯੈਲੋ ਕੀਤਾ ਨਾ, ਉਹ 12-15 ਜਿੰਨੇ ਵੀ ਉਹਨਾਂ ਕੱਛੇ ਲੈ ਕੇ ਗਏ ਟੀਮ, ਕਿਉਂਕਿ ਇਹਨਾਂ ਪ੍ਰੋਵਾਈਡ ਕਰਦੇ ਆ ਜਿਹੜੇ ਟੂਰਨਾਮੈਂਟ ਕਰਾਉਂਦੇ ਕਮੇਟੀ ਯੂਕੇ ਵਾਲੇ, ਉਹ ਕਰਾਉਂਦੇ ਆ। ਇਸੇ ਤਰ੍ਹਾਂ ਦੂਜੇ ਜਿਹੜੀ ਨਾਰਥ ਫੈਡਰੇਸ਼ਨ ਉਹ ਵੀ ਇਸੇ ਤਰ੍ਹਾਂ ਹੀ ਆ। ਉਹ ਕਈ ਵਾਰ ਹੁੰਦਾ ਜੀ ਮੁੰਡਾ ਅੱਗੇ ਹੁੰਦਾ ਭਾਰਾ, ਅਤੇ ਉਹ ਜਿਹੜੇ ਇੱਥੋਂ ਲੈ ਕੇ ਗਏ ਹੁੰਦੇ ਆ ਕਾਮਨ ਜਿਹਾ ਸਾਈਜ਼ ਲੈ ਕੇ ਗਏ ਹੁੰਦੇ ਵੀ ਇੰਨੇ ਕੁ ਆ ਜਾਣੇ ਆ, ਉਹ ਫਸਦੇ ਨੇ ਪੱਟਾਂ 'ਚ ਉਹ, ਅਤੇ ਉਹਨਾਂ ਨੂੰ ਫਿਰ ਮਜਬੂਰਨ ਉਹ ਕਰਨਾ ਪੈਂਦਾ। ਸਾਨੂੰ ਕਹਿੰਦੇ ਲਿਆ ਕੇ ਦਿਓ ਕੱਛਾ, ਨਹੀਂ ਤਾਂ ਮੈਂ ਤਾਂ ਹੁਣ ਖੇਡਣ ਦਾ ਹੈਗਾ ਹੀ ਉਹ ਪਲੇਅਰ ਨੇ। ਬਿਲਕੁਲ। ਸੋ ਉਦੋਂ ਇਹ ਵੀ ਪ੍ਰੋਬਲਮ ਆਉਂਦੀ ਆ, ਕਿਉਂਕਿ ਮੁੰਡੇ ਆਪ ਨਹੀਂ ਲਿਆਉਂਦੇ, ਉਹ ਫੈਡਰੇਸ਼ਨਾਂ ਦਿੰਦੀਆਂ। ਸੋ ਇਸ ਕਰਕੇ ਕੋਸ਼ਿਸ਼ ਹੋ ਰਹੀ ਹੈ, ਜਿਹੜੀਆਂ ਅਪਰੂਵਡ ਆ ਰੈਕੋਗਨਾਈਜ਼ਡ ਨੇ, ਉਹ ਬਕਾਇਦਾ ਉਹਨਾਂ ਨੇ ਕਿੱਟਾਂ ਜਿਹੜਾ ਨਹੀਂ ਬੱਚਾ ਪਾ ਕੇ ਆਉਂਦਾ ਉਹਨੂੰ ਫਾਈਨ ਕਰਦੇ ਆ। ਜੇ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਵੀ ਮੈਚ ਹੀ ਨਹੀਂ ਆਇਆ, ਉਹਨੂੰ ਫਿਰ ਐਗਜ਼ੈਂਪਸ਼ਨ ਦੇਣੀ ਪੈਂਦੀ ਆ, ਨਹੀਂ ਤਾਂ ਮੈਚ ਨਹੀਂ ਹੁੰਦਾ, ਫਿਰ ਉਹ ਤਗੜਾ ਮੁੰਡਾ ਹੁੰਦਾ ਉਹ। ਹਾਂਜੀ। ਸੋ ਦੂਜੀ ਰਹਿ ਗਈ ਪਾਣੀ ਵਾਲੀ ਗੱਲ। ਰੂਲ ਇਸ ਕਰਕੇ ਬਣਾਇਆ ਸੀ ਕਿ ਇਹਦੇ ਨਾਲ ਹੀ ਮੈਂ ਇੱਕ ਹੋਰ ਦੱਸ ਦਿਆਂ ਕਿ 30 ਸਕਿੰਟ ਵੀ ਜਿਹੜਾ ਨੇ ਐਡ ਕੀਤਾ, ਕਿਉਂਕਿ ਪਹਿਲੋਂ ਕਬੱਡੀ ਬੋਲ ਕੇ ਖੇਡੀ ਜਾਂਦੀ ਸੀ, ਜਿੰਨਾ ਕਿਸੇ ਦਾ ਸਾਹ ਹੋਣਾ ਉਹ ਸਾਹ ਦੇ ਵਿੱਚ ਹੀ ਉਹਨੇ ਸਟਰਗਲ ਲੈ ਕੇ ਰੇਡਰ ਨੇ ਵਾਪਸ ਆਉਣਾ ਹੁੰਦਾ ਸੀਗਾ। ਅਤੇ ਉਹਦੇ ਵਿੱਚ ਕੀ ਹੁੰਦਾ ਸੀ, ਮੁੰਡੇ ਇੱਥੋਂ ਤੱਕ ਜਿਹੜੀ ਨੈਸ਼ਨਲ ਸਾਈਡ ਕਬੱਡੀ ਆ, ਉਹਦੇ ਵਿੱਚ ਕਬੱਡੀ ਦਾ ਸਾਹ ਜਿੱਦਾਂ ਬੀਨ ਵਜਾਉਣ ਵਾਲਾ ਕਰਦਾ, ਕਬੱਡੀ ਕਰੀ ਨਾਲ ਸਾਹ ਲੈਂਦਾ ਨੱਕ ਦੇ ਵਿੱਚ। ਇਸੇ ਤਰ੍ਹਾਂ ਹੀ ਸਰਕਲ ਸਟ੍ਰਾਈਕ ਪੰਜਾਬ ਕਬੱਡੀ ਸਟਾਈਲ ਦੇ ਵਿੱਚ ਹੀ ਸ਼ੁਰੂ ਹੋ ਗਿਆ ਕੰਮ। ਉਹ ਰੇਡਰ ਨੇ ਸਟਾਪਰ ਨੇ ਵਿਚਾਰੇ ਨੇ ਫੜਿਆ ਹੋਣਾ ਲੱਤਾਂ ਤੋਂ, ਦਾਇਰੇ ਤੋਂ ਲੈ ਕੇ ਤੇ ਜੋ ਘੜੀਸ ਕੇ ਉਹਦਾ ਸਤਿਆਨਾਸ਼ ਕਰਦੇ ਰਗੜਾਂ, ਸਾਰਾ ਪਿੰਡਾ ਰਗੜ ਦਿੰਦੇ ਸੀ ਮਾਰ, ਕਿਉਂਕਿ ਸਾਹ ਬਲੀ ਜਾਣਾ, ਲੋਕਾਂ ਨੇ ਕਹਿਣਾ ਵੀ ਸਾਹ ਅਜੇ ਟੁੱਟਾ ਨਹੀਂ। ਉਹ ਕਰਦਿਆਂ ਕਰੋ ਜਿਹੜਾ ਸਟਾਪਰ ਬਣਨ ਨੂੰ ਹਟ ਗਏ ਮੁੰਡੇ, ਵੀ ਇੰਨਾ ਚਿਰ ਜੱਫਾ ਕਦੋਂ ਦਾ ਮੈਂ ਲਾਇਆ ਅਤੇ ਜੀ ਸਾਹ ਹੀ ਨਹੀਂ ਮੁੱਕਾ। ਉਸ ਚੀਜ਼ ਨੂੰ ਮੁੱਖ ਰੱਖਦੇ ਹਨ, ਫਿਰ ਸਟਾਪਰ ਬਣਨ ਨੂੰ ਹਟ ਗਏ ਕਬੱਡੀ 'ਚ। ਉਹ ਫਿਰ ਅਸੀਂ ਕੀਤਾ ਇੱਕ ਤਾਂ ਫਾਸਟ ਗੇਮ ਹੋ ਜੂਗੀ, ਇੰਟਰਸਟਿੰਗ ਗੇਮ ਹੋ ਜੂਗੀ, ਅਤੇ ਉਹ 30 ਸਕਿੰਟ ਦਾ ਜਿਹੜਾ ਉਹ ਰੇਟ ਕਰ ਦਿੱਤਾ, ਤਾਂ ਕਿ ਫਾਸਟ ਗੇਮ ਜਿਹੜੀ ਲੋਕ ਲਾਈਕ ਕਰ, ਲੋਕਾਂ ਨੂੰ ਕਿਉਂਕਿ ਇੰਟਰਟੇਨ ਵੀ ਕਰਨਾ ਹੁੰਦਾ। ਸੋ ਇਸ ਕਰਕੇ ਉਹ ਜਿਹੜਾ ਨਾ ਇਹ 30 ਸਕਿੰਟ ਕੀਤਾ। ਦੂਜੀ ਰਹਿ ਗਈ ਪਾਣੀ ਵਾਲੀ ਗੱਲ। ਪਾਣੀ ਜਦੋਂ ਹੁਣ ਗਰਮੀ ਅੱਜ ਕੱਲ੍ਹ ਸਿਆਲਾਂ ਦਾ ਸਰ ਜਾਂਦਾ, ਅਤੇ ਤੁਹਾਨੂੰ ਪਤਾ ਵੀ ਜਦੋਂ ਜ਼ੋਰ ਲੱਗਾ ਹੋਵੇ ਇੱਕ ਰੇਡਰ ਦਾ, ਜਦੋਂ ਦੂਜਾ ਤੀਜਾ ਸਾਹ ਪਾਉਣਾ ਪਿਆ ਉਹਦਾ, ਅਤੇ ਅੱਖਾਂ ਬਾਹਰ ਆ ਜਾਂਦੀਆਂ। ਬਿਲਕੁਲ ਜੀ। ਅਤੇ ਉਹ ਕੀ ਕਰਦੇ ਵੀ ਪਾਣੀ ਦੇ ਬਹਾਨੇ ਮੁੜ ਕੇ ਇੱਦਾਂ ਕਰਕੇ ਪੀ ਕੇ ਅਤੇ ਮੂੰਹ 'ਚ ਰੱਖ ਲੈਂਦੇ ਪਾਣੀ। ਅਤੇ ਉਹਨਾਂ ਜਦੋਂ ਵੀ ਰੇਡ ਸ਼ੁਰੂ ਕਰਨਾ, ਮੇਰੀ ਫਰਜ਼ ਕੀਤਾ ਮੇਰੀ ਤੀਜੀ ਵਾਰੀ ਆਉਂਦੀ ਹੈ, ਅਤੇ ਪਹਿਲੇ ਮੂੰਹ ਪਾਣੀ ਭਰ ਕੇ ਅਤੇ ਜਦੋਂ ਤੁਰ ਲੱਗਾ ਉਦੋਂ ਗੁੱਟਾਂ ਦੇ ਮੂੰਹ ਨਾਲ ਪਿਚਕਾਰੀ ਮਾਰ ਲੈਣੀ। ਬਿਲਕੁਲ। ਸੋ ਸਟਾਪਰ ਫਿਰ ਰੌਲਾ ਪਾਉਂਦੇ ਸੀ ਪਾਣੀ ਲਾ ਕੇ, ਹੁਣ ਨਾ ਪਸੀਨੇ ਦਾ ਪਤਾ, ਜਦੋਂ ਪਸੀਨਾ ਆਵੇ ਨਾ ਪਾਣੀ ਦਾ ਪਤਾ ਲੱਗਦਾ, ਅਤੇ ਨਾ ਉੱਤੋਂ ਪਾਣੀ ਡੋਲਣਾ ਨਾਲ ਪਸੀਨਾ, ਅਤੇ ਸਟਾਪਰ ਕਿੰਨਾ ਫੜ ਲੂਗਾ ਉਹਨੂੰ। ਬਿਲਕੁਲ। ਸੋ ਇਸ ਕਰਕੇ ਉਹ ਕੀਤਾ ਗਿਆ ਵੀ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ, ਰੋਕਣ ਲਈ ਉਹਨਾਂ ਨੇ ਫਿਰ ਵਾਟਰ ਬ੍ਰੇਕ ਦਾ ਕਰ ਦਿੱਤਾ। ਠੀਕ ਹੈ। ਅਤੇ ਲੇਕਿਨ ਵਾਟਰ ਬ੍ਰੇਕ ਦੇ ਵਿੱਚ ਵੇਖਿਆ ਗਿਆ ਕਿ ਰੈਫਰੀ ਜਾਂ ਅੰਪਾਇਰ ਜਿਹੜੇ ਖਿਡਾਉਂਦੇ ਆ ਉਹਨਾਂ ਦਾ ਧਿਆਨ ਸਾਰਾ ਉੱਧਰ ਹੁੰਦਾ,
ਜਿੱਥੇ ਸਟਰਗਲ ਚੱਲਦਾ, ਗੇਮ ਚੱਲਦੀ ਹੁੰਦੀ, ਜਿਨ੍ਹਾਂ ਦੀ ਵਾਰੀ ਹੁੰਦੀ ਹੈ ਉਹ ਫਿਰ ਦਾ ਮਾਰ ਜਾਂਦੇ ਇੱਧਰ ਉੱਧਰ। ਵੱਡੀ ਪ੍ਰੋਬਲਮ ਹੈ ਜਿਹੜੇ ਉਹਦੇ ਸਪੋਰਟਰ ਆਏ ਹੁੰਦੇ ਆ, ਕੋਚ ਨਹੀਂ ਮੈਂ ਕਹਿ ਸਕਦਾ, ਬੜਾ ਰਿਸਪੈਕਟੇਬਲ ਜਗ੍ਹਾ ਆ। ਸੋ ਜਿਹੜੇ ਆਮ ਲੱਕੜੀ ਨਾਲ ਗਏ ਹੁੰਦੇ ਆ ਉਹ ਵੀ ਡੱਬਾਂ 'ਚ ਦੇ ਦੂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਿੱਕਾ ਮੋਟੀ ਤੋ ਚੁੱਪ ਕਰਕੇ ਪੜਦੇ ਜੇ ਇਹਨਾਂ ਨੂੰ ਫੜਾ ਲੈਣਾ, ਫੇਰ ਪੀ ਲੈਂਦੇ। ਇੱਦਾਂ ਕਰਕੇ ਮਤਲਬ ਫੜੇ ਵੀ ਆ ਬਥੇਰੇ। ਅਸੀਂ ਉਹਨਾਂ ਦੇ ਟੈਕਨੀਕਲ ਬੈਂਡ ਵੀ ਦੇ ਸਕਦੇ ਹਾਂ, ਲੇਕਿਨ ਫਾਰ ਦਾ ਬੈਸਟ ਇੰਟਰਸਟ ਆਫ ਮੈਚ ਵੀ ਰੁਕੇ ਨਾ ਲਾ ਨਾ ਹੋਵੇ ਤਾਂ ਉਹ ਫਿਰ ਵਾਰਨਿੰਗ ਦੇ ਕੇ ਉਹਨਾਂ ਨੂੰ ਛੱਡ ਦੇਈਏ। ਕੋਸ਼ਿਸ਼ ਕਰੀਏ ਵੀ ਰੂਲਾਂ ਮੁਤਾਬਕ ਹੀ ਖਿਡਾਇਆ ਜਾਵੇ ਜੀ। ਸੋ ਇਸ ਤਰੀਕੇ ਨਾਲ ਇਹ ਗੱਲਾਂ ਜਿਹੜੀਆਂ ਓਲੰਪਿਕ ਵਾਲੀ ਗੱਲ ਕਰਦੇ ਆ ਤੁਸੀਂ, ਇਹ ਤਾਂ ਤੁਹਾਨੂੰ ਦੱਸਿਆ ਇਹਦਾ ਚੈਨਲ ਆ, ਸਟੇਜਸ ਆ, ਸਟੈਪ ਬਾਈ ਸਟੈਪ ਅੱਗੇ ਜਾਣਾ, ਜ਼ਿਲ੍ਹਾ ਫਿਰ ਸਟੇਟ ਦੇ ਵਿੱਚ ਚੈਂਪੀਅਨਸ਼ਿਪ ਕਰਾਉਣੀ, ਉਹਦਾ ਹਿਸਾਬ ਗਵਰਨਮੈਂਟ ਨੂੰ ਦੇਣਾ, ਗਵਰਨਮੈਂਟ ਦਾ ਕੁਝ ਪੈਸਾ ਉਹ ਗ੍ਰਾਂਟ ਹੁੰਦੀ ਹੈ, ਕੁਛ ਜਿਹੜਾ ਅਸੀਂ ਇਕੱਠਾ ਕਰਕੇ ਮਤਲਬ ਲਾਉਂਦੇ ਆ ਇੱਧਰ ਉੱਧਰ ਜਿਹੜੇ ਕਲੈਕਸ਼ਨ ਕਰਕੇ। ਇਸੇ ਤਰ੍ਹਾਂ ਜਦੋਂ ਆਲ ਇੰਡੀਆ ਹੁੰਦੀ ਆ ਉਦੋਂ ਜਿਹੜੀ ਆ ਸਾਡੀ ਓਲੰਪਿਕ ਐਸੋਸੀਏਸ਼ਨ ਹੈਗੀ ਆ, ਇੰਡੀਅਨ ਓਲੰਪਿਕ, ਉਹ ਪੈਸਾ ਦਿੰਦੀ ਹੈ ਕੁਛ, ਤੇ ਕੁਛ ਇੱਦਾਂ ਕਲੈਕਸ਼ਨ ਕਰਕੇ ਲਾਉਣਾ ਹੁੰਦਾ। ਉਹ ਸਾਰਾ ਹੀ ਹਿਸਾਬ ਕਿਤਾਬ ਆਡਿਟ ਵਾਸਤੇ ਵਗੈਰਾ ਗਵਰਨਮੈਂਟ ਦੇ ਥਰੂ ਉਹ ਹੁੰਦਾ ਵੀ ਫਾਲਤੂ ਤੇ ਨਹੀਂ ਕਿਸੇ ਨੇ ਵਿੱਚੋਂ ਘਪਲਾ ਤਾਂ ਨਹੀਂ ਕੀਤਾ ਜਾਂ ਹੋਰ ਆ। ਇਹ ਗਵਰਨਮੈਂਟ ਦੇ ਖਾਤੇ ਜਿੰਨਾ ਚਿਰ ਇਹ ਚੀਜ਼ਾਂ ਜਾਂਦੀਆਂ ਨਹੀਂ ਜਾਂ ਇਹ ਚੈਨਲ ਬਣਦਾ ਨਹੀਂਗਾ, ਉਹਨਾਂ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਵੀ ਇਹ ਓਲੰਪਿਕ 'ਚ ਜਾਵੇਗੀ। ਕੋਸਾ ਵੀ ਇੱਕ ਗੱਲ ਰਹਿ ਗਈ ਆ ਜਿਹੜੀ ਕਿ ਮੈਂ ਲਾਸਟ ਤੇ ਕੀਤੀ ਸੀਗੀ, ਆਪਾਂ ਟੀਮਾਂ ਨੂੰ 11 ਵਜੇ ਦਾ ਸਮਾਂ ਦਿੱਤਾ ਆ, ਟੀਮਾਂ ਪਹੁੰਚਦੀਆਂ 2 ਵਜੇ 3 ਵਜੇ, ਲੇਟ ਮੈਚ ਸ਼ੁਰੂ ਹੁੰਦੇ, ਲੇਟ ਨਾਈਟ ਖਤਮ ਹੁੰਦੇ ਆ। ਉਹਦੇ ਵਿੱਚ ਕਬੱਡੀ ਦੇ ਖਿਡਾਰੀ ਆ, ਜਿਵੇਂ ਆਪਾਂ ਕਹਿ ਦਈਏ ਕੋਈ ਹੁਣ ਪਟਿਆਲੇ ਤੋਂ ਖਿਡਾਰੀ ਨੇ ਆਉਣਾ, ਜਲੰਧਰ ਖੇਡਣ ਆਉਣਾ, ਰਾਤ ਨੂੰ 11-12 ਵਜੇ ਘਰ ਪਹੁੰਚਦਾ, ਮੰਨ ਲਓ 11-12 ਵਜੇ ਮੈਚ ਖਤਮ ਹੁੰਦਾ, 3 ਘੰਟੇ ਜਾਣ ਨੂੰ ਲੱਗ ਗਏ ਆ, 3-4 ਵਜੇ ਘਰੇ ਪਹੁੰਚਾ। ਕਈ ਵਾਰ ਫਿਰ ਸਵੇਰ ਨੂੰ ਉਹਨਾਂ ਨੂੰ ਟਾਈਮ ਦਿੱਤਾ ਹੁੰਦਾ 11 ਵਜੇ ਦਾ, ਫਿਰ ਲੇਟ ਹੋ ਜਾਂਦੇ ਆ। ਮੈਂ ਮੰਨਦਾ ਕਿ ਖਿਡਾਰੀ ਜਿਹੜੇ ਚਲੋ ਚੱਲ ਚ ਲੱਗੇ ਹੋਏ, ਉਹਨਾਂ ਦਾ ਸਰੀਰ ਆ, ਅਕਸਰ ਮਸ਼ੀਨ ਥੋੜ੍ਹੀ ਆ, ਸਰੀਰ ਆ ਥੱਕ ਜਾਂਦਾ, ਪਰ ਕਮੇਟੀ ਨੂੰ ਕੀ ਕਰਨਾ ਚਾਹੀਦਾ, ਰੂਲ ਦੇ ਮੁਤਾਬਕ ਉਹਨਾਂ ਨੂੰ ਖਿਲਾਵੇ, ਸਮੇਂ ਸਿਰ ਆਉਣ, ਸਮੇਂ ਸਿਰ ਘਰ ਵਾਪਸ ਜਾਣ। ਪੰਮਾ ਜੀ ਮੇਰੇ ਹਿਸਾਬ ਨਾਲ ਜਿਹੜਾ, ਕਿਉਂਕਿ ਪੈਸਾ ਬੜਾ ਇਨਵੋਲਵ ਹੋ ਗਿਆ ਕਬੱਡੀ ਦੇ ਵਿੱਚ। ਬਿਲਕੁਲ ਜੀ। ਔਰ ਪੈਸਾ ਜਿਹੜਾ ਉਹ ਤੁਹਾਨੂੰ ਪਤਾ ਵੀ ਪੰਜਾਬ ਜਾਂ ਹੋਰ ਕੋਈ ਇੱਥੇ ਇਹੋ ਜਿਹੀ ਸੰਸਥਾ ਹੈ ਨਹੀਂ ਜਿਹੜਾ ਇੰਨਾ ਪੈਸਾ ਲਾ ਸਕੇ। ਇਹ ਸਾਰੀ ਖੇਡ ਚਾਹੇ ਬਾਹਰ ਖੇਡ ਹੁੰਦੀ ਚਾਹੇ ਇੱਥੇ ਪੰਜਾਬ 'ਚ ਹੁੰਦੀ, ਉਹ ਸਾਰਾ NRI ਵੀਰ ਆ ਕੇ ਕਰਾਉਂਦੇ ਆ, ਉਹੀ ਪੈਸਾ ਉੱਧਰੋਂ ਕਮੇਟੀਆਂ ਬਣੀਆਂ ਕਲੈਕਸ਼ਨ ਕਰਕੇ ਤੇ ਇੱਧਰ ਆ ਕੇ ਟੂਰਨਾਮੈਂਟ ਕਰਾਉਂਦੇ ਆ। ਦੂਜੀ ਪ੍ਰੋਬਲਮ ਇਹ ਹੈ ਕਿ ਉਹਨਾਂ ਦਾ ਸੀਜ਼ਨ ਹੁੰਦਾ ਆਉਣ ਦਾ, ਜਿਹੜੇ ਬਾਹਰੋਂ NRI ਆਉਂਦੇ ਆ ਨਾ, ਉਹ ਨਵੰਬਰ ਦਸੰਬਰ ਦੇ 'ਚ ਆਉਂਦੇ ਕਰਕੇ ਲੋਕਾਂ ਨੇ ਕਿਸੇ ਨੇ ਲੋਹੜੀ ਮਨਾਉਣੀ ਹੁੰਦੀ ਗਾ ਜਨਵਰੀ ਦੇ ਵਿੱਚ, ਜਾਂ ਹੋਰ ਇਸ ਤਰੀਕੇ ਨਾਲ ਫੈਮਿਲੀਜ਼ ਵਿਆਹ ਸ਼ਾਦੀਆਂ ਦਾ ਵੀ ਉਹ ਸੀਜ਼ਨ ਵਧੀਆ ਹੁੰਦਾ। ਉਹਨਾਂ ਕੋਲ ਹੁੰਦਾ ਟਾਈਮ ਕੋਈ ਆਪਾਂ ਕਰੀਏ ਹੋਲੇ ਮਹੱਲੇ ਦਾ ਕੀ ਲਾਸਟ, ਜਿੱਦਾਂ ਆਪਾਂ ਮਾਰਚ ਤੱਕ ਹੀ ਇਹ ਚੱਲਦਾ ਸੀਜ਼ਨ, ਫਿਰ ਗਾਂ ਵਾਢੀਆਂ ਪੈ ਜਾਂਦੀਆਂ। ਸੋ ਇੰਨੇ ਕੁ ਟਾਈਮ ਦੇ ਵਿੱਚ ਲੋਕਾਂ ਨੇ ਇੰਨੇ ਟੂਰਨਾਮੈਂਟ ਫਿਕਸ ਕਰ ਦਿੰਦੇ ਬਾਹਰੋਂ ਜਿਹੜੇ ਲੋਕ ਆਏ ਵੀ ਸਾਡੇ ਅੱਜ ਆਹ ਡੇਟ ਦਿਓ, ਸਾਨੂੰ ਅੱਜ ਦੇ ਦਿਓ ਜੀ। ਗੱਲ ਕੀ ਜੀ, ਉਹ ਟਾਈਮ ਸ਼ਾਰਟ ਹੋਣ ਕਰਕੇ ਹਰ ਰੋਜ਼ ਹੀ ਮੈਚ ਜਿਹੜੇ ਆ ਉਹ ਕੱਪਦੇ ਹੁੰਦੇ ਆ। ਤੇ ਇਹਦੇ ਵਿੱਚ ਫਿਰ ਜੇ ਵੇਖਿਆ ਜਾਏ ਵੀ ਹੁਣ ਮੈਂ ਜੋ ਐਨਾਲਿਸਿਸ ਕਰਦਾ ਐਜ਼ ਏ ਕੋਚ, ਜਿਹੜਾ ਕਹਿੰਦੇ ਮੁੰਡੇ ਨਸ਼ਾ ਪੱਤਾ ਕਰਦੇ ਜੀ, ਉਹ ਕਰਦੇ, ਦੇਖੋ ਹੁਣ ਰਾਤ ਨੂੰ ਜਿੱਦਾਂ ਤੁਸੀਂ ਕਿਹਾ ਵੀ ਲੇਟ ਆਵਰਸ ਦੇ ਵਿੱਚ ਉਹ ਮੈਚ ਖਤਮ ਹੋਏ ਆ, ਫਾਈਨਲ ਮੈਚ ਖੇਡੇ ਮੁੰਡੇ, ਉਹਨਾਂ ਦਾ ਸਵੇਰੇ ਕੱਲ੍ਹ ਨੂੰ 11 ਵਜੇ ਜਾਣਗੇ। ਪੂਰੀ ਰੈਸਟ ਨਹੀਂ ਮਿਲੀ ਉਹਨਾਂ ਨੂੰ, ਪੂਰੀ ਨੀਂਦ ਨਹੀਂ ਮਿਲੀ, ਉਹਨਾਂ ਦੀ ਜੋ ਐਨਰਜੀ ਵੇਸਟ ਹੋਈ ਆ ਉਹ ਨਹੀਂ ਉਹਨਾਂ ਨੇ ਕਵਰ ਕੀਤੀ ਜਾਂਦੀ। ਸੋ ਇਸ ਕਰਕੇ ਉਹ ਦੂਜੇ ਦਿਨ ਜੇ ਕਹਿ ਦਈਏ ਵੀ ਉਹ ਮੈਚ ਜਿਹੜਾ ਜੀ ਆ ਕੇ 11 ਵਜੇ ਖੇਡ ਜਾਣਗੇ, ਪਰ ਜਿਹਦਾ ਟਾਈ ਉਹਨਾਂ ਦੀ 11 ਵਜੇ ਪਈ ਆ, ਜਿਹਨੇ ਫਾਈਨਲ ਰਾਤ ਨੂੰ ਖੇਡਿਆ। ਸੋ ਇਹ ਮੈਂ ਸਮਝਦਾ ਵੀ ਇਹਦੇ ਇੱਕੋ ਇਲਾਜ ਆ ਵੀ ਇੱਕ ਦਿਨ ਛੱਡ ਕੇ ਇੱਕ ਦਿਨ ਜਿਹੜਾ ਮੈਚ ਫਿਕਸ ਕੀਤਾ ਜਾਵੇ, ਲਗਾਤਾਰ ਨਹੀਂ ਦੇਣਾ ਚਾਹੀਦਾ। ਮੁੰਡਿਆਂ ਦਾ ਜਿਹੜਾ ਨਾ ਆਪਾਂ ਕਹਿ ਲਈਏ ਵੀ ਉਹਨਾਂ ਦੇ ਵੱਸ ਦੀ ਗੱਲ ਨਹੀਂ, ਆਪਾਂ ਦੇ ਇੱਕ ਵੇਖਣ ਵਾਲੇ ਆਪਾਂ ਤਾਂ ਵੇਖਣਾ ਹਾਂ ਵੀ ਬਹੁਤ ਵਧੀਆ, ਲੇਕਿਨ ਜਿਹਨੇ ਖੇਡਣਾ ਗਰਾਊਂਡ ਵਿੱਚ ਉਹਨੂੰ ਪਤਾ ਵੀ ਕਿੱਦਾਂ ਖੇਡਣਾ ਦਾ, ਕਿੰਨਾ ਜ਼ੋਰ ਲੱਗਦਾ ਤੇ ਕੀ ਹਾਲ ਹੁੰਦਾ। ਸੋ ਇਸ ਕਰਕੇ ਮੈਂ ਸਮਝਦਾ ਵੀ ਜਿਹੜੇ ਪ੍ਰਬੰਧਕ ਵੀਰ ਆ ਉਹਨਾਂ ਨੂੰ ਇੱਕ ਦਿਨ ਦਾ ਗੈਪ ਘੱਟੋ ਘੱਟ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਉਹ ਕੱਲ੍ਹ ਨੂੰ ਜਿਹੜਾ ਅਗਲੇ ਦਿਨ ਮੈਚ ਹੋਣਾ ਉਹ ਠੀਕ ਟਾਈਮ 'ਤੇ ਬੱਚੇ ਉੱਥੇ ਪਹੁੰਚ ਕੇ ਤੇ ਮੈਚ ਖੇਡ ਸਕਣ। ਸੋ ਇਹ ਗੱਲਾਂ ਮਜਬੂਰੀ ਨਾਲ ਹੋ ਰਹੀਆਂ। ਬਿਲਕੁਲ। ਦੂਜੀ ਗੱਲ ਇਹ ਹੈ ਕਿ ਮੈਂ ਸਪਸ਼ਟ ਕਹਿ ਦਿਆਂ ਕਿ ਜਿਹੜੀ ਕਬੱਡੀ ਦੇ ਖਿਡਾਰੀ ਆ ਉਹਨਾਂ ਨੇ ਜਿਹੜੀ ਕਬੱਡੀ ਨੂੰ ਆਪਣੇ ਹੱਥਾਂ 'ਚ ਵੀ ਲਿਆ। ਬਿਲਕੁਲ। ਜੋ ਚਾਹੁੰਦੇ ਆ ਵੀ ਇੱਦਾਂ ਸਾਡੇ ਮੁਤਾਬਿਕ ਚੱਲੇ ਥੋੜ੍ਹੇ ਜਿਹਾ, ਇਹ ਵੀ ਮੈਨੂੰ ਬੜਾ ਅਫਸੋਸ ਹੈ ਕਿ ਜਿਹੜੇ ਪ੍ਰਬੰਧਕ ਲੋਕ ਹੁੰਦੇ ਆ ਉਹਨਾਂ ਨੂੰ ਜੇ ਹੁਣ ਫਰਜ਼ ਕੀਤਾ 10 ਲੱਖ ਰੁਪਈਆ ਖਰਚ ਕਰਨਾ ਹੈ ਟੂਰਨਾਮੈਂਟ, ਉਹਨਾਂ ਨੇ ਇਹ ਹੁੰਦਾ ਕਿ ਸਾਡਾ ਕਾਮਯਾਬ ਹੋਈ ਯਾਰ ਕਿਸੇ ਤਰੀਕੇ ਨਾਲ, ਰਾਤ ਪੈ ਜੇ ਤੇ ਪੈ ਜਾਵੇ।
ਸੋ ਉਹ ਇਹ ਗੱਲਾਂ ਜਿਹੜੀਆਂ ਨਾ ਸਾਰੀਆਂ ਜਿਹੜੇ ਬੇਵਸੀਆਂ ਵੀ ਕੁਛ ਹੈਗੀਆਂ। ਕੁਛ ਮੁੰਡੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਜੇ ਤਗੜਾ ਮੁੰਡਾ ਨਹੀਂ ਉੱਥੇ ਜਾਂਦਾ ਕਹਿੰਦਾ ਇਹਨਾਂ 10 ਲੱਖ ਕਾਹਦਾ ਲਾਇਆ ਯਾਰ, ਸਮਝਦੇ ਕੋ ਨਹੀਂ। ਹਰ ਪਾਸੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਉਹ ਮੁੰਡੇ ਦੀ ਵੀ ਮਜਬੂਰੀ ਆ ਤੇ ਉਹਨਾਂ ਦੀ ਵੀ ਹੁੰਦੀ ਆ, ਉਹਨਾਂ ਨੂੰ ਫਿਰ ਖਿਡਾਉਣਾ ਹੀ ਪੈਂਦਾ। ਤੇ ਆਮ ਵੇਖਿਆ ਤੁਸੀਂ ਫਾਈਨਲ ਮੈਚ ਵੇਲੇ ਪਿੰਡ ਦੇ ਕਿਤੇ ਰਹਿ ਜਾਂਦੇ, ਬਾਕੀ ਸਾਥ ਨਿਕਲ ਜਾਂਦੇ ਲੋਕਾਂ ਨੇ ਘਰ ਜਾ ਕੇ ਕੰਮ ਕਾਰ ਕਰਨੇ ਸਵੇਰੇ ਅੱਧੀ ਰਾਤ ਨੂੰ। ਜ਼ਮਾਨਾ ਵੀ ਕਿਹੋ ਜਿਹਾ। ਬਿਲਕੁਲ। ਸੋ ਇਸ ਕਰਕੇ ਫਾਈਨਲ ਮੈਚ ਜਿਹੜਾ ਬਹੁਤ ਜੋਸ਼ ਨਾਲ ਹੁੰਦਾ ਉਹ ਬਿਲਕੁਲ ਡੈਡ ਜਿਹਾ ਹੁੰਦਾ ਐਵੇਂ। ਬਿਲਕੁਲ। ਪਿੰਡ ਦੇ ਉੱਥੇ ਬੈਠੇ ਹੁੰਦੇ ਆ ਰਾਤ ਨੂੰ 11-12 ਵਜੇ ਤੱਕ। ਕਈ ਵਾਰੀ ਵੇਖਿਆ ਹੀ ਆ ਤੁਸੀਂ, ਜਿਹੜਾ ਜ਼ਿਆਦਾ ਹੀ ਜਿਨ੍ਹਾਂ ਨੂੰ ਜਨੂਨ ਹੁੰਦਾ ਕਬੱਡੀ ਦਾ, ਜੋ ਉਹ ਬੈਠੇ ਹੁੰਦੇ ਕਬੱਡੀ ਉਹੀ ਲਾ ਲਓ। ਪਰ ਆਮ ਵੇਖਿਆ ਜਿਹਨੇ ਹੁਣ ਕੋਈ 15-20 ਮੀਲ ਜਾਣਾ ਇੱਥੋਂ ਰਾਤ ਨੂੰ, ਕਿਹੜਾ ਰਿਸਕ ਲੈਂਦਾ ਅੱਜ ਕੱਲ੍ਹ ਇਸ ਜ਼ਮਾਨੇ 'ਚ। ਬਿਲਕੁਲ ਜੀ, ਇਹ ਜ਼ਮਾਨਾ ਵੀ ਖਰਾਬ ਹੈ। ਕੋ ਸਾਹਿਬ ਤੁਸੀਂ ਗੱਲ ਕੀਤੀ ਆ ਜਿਹੜੀ ਕਬੱਡੀ ਆਪਾਂ ਕਹਿ ਦਈਏ ਕਿ ਇਨਾਮ ਰੱਖਿਆ ਹੋਇਆ ਆ ਕਬੱਡੀ ਦੇ ਵਿੱਚ। ਕਈ ਵਾਰੀ ਖਿਡਾਰੀ, ਮੈਂ ਬਹੁਤ ਵਾਰ ਸੁਣਿਆ ਕਿ ਕਈ ਵਾਰੀ ਖਿਡਾਰੀ ਸਾਈ ਜਿਹੜੀ ਆ 2-3 ਥਾਵਾਂ ਤੋਂ ਫੜ ਲੈਂਦੇ ਆ ਪਰ ਪਹੁੰਚ ਨਹੀਂ ਸਕਦੇ ਉੱਥੇ। ਇਹਦੇ ਲਈ ਤੁਸੀਂ ਕੀ ਕਹਿਣਾ ਤੁਹਾਡਾ? ਤੁਸੀਂ ਕਿਉਂਕਿ ਕਬੱਡੀ ਦੇ ਵਿੱਚ ਰਹੇ ਆ, ਤੁਹਾਨੂੰ ਵੀ ਪਤਾ ਕਿ ਖਿਡਾਰੀ ਕਈ ਹੈਗੇ ਆ ਜਿਹੜੇ ਮੰਨ ਲਓ 2-3 ਪਿੰਡਾਂ ਤੋਂ ਸਾਈ ਫੜ ਲਈ ਆ, ਪਹੁੰਚ ਹੁੰਦਾ ਨਹੀਂ। ਉਧਰੋਂ ਕਬੱਡੀ ਪ੍ਰੇਮੀ ਵੇਟ ਕਰਦੇ ਵੀ ਇਸ ਵੱਡੇ ਖਿਡਾਰੀ ਨੇ ਆਉਣਾ ਸੀ। ਸਹੀ ਗੱਲ ਤੁਹਾਡੀ, ਇਹ ਬਹੁਤ ਥਾਵਾਂ 'ਤੇ ਹੁੰਦੀ ਹੈ ਗੱਲ। ਕਿਉਂਕਿ ਜਿਹੜਾ ਅੱਜ ਕੱਲ੍ਹ ਪੈਸਾ ਜਿਹੜਾ ਨਾ ਉਹਨੂੰ ਮੁੱਖ ਰੱਖਿਆ ਗਿਆ। ਜਿਹੜੀ ਇੱਜ਼ਤ ਮਾਣ ਆ ਜਾਂ ਜ਼ਮੀਰ ਆ ਨਾ ਉਹ ਅੱਜ ਕੱਲ੍ਹ ਹੈ ਨਹੀਂ। ਉਹ ਜਿੱਥੇ ਤੁਸੀਂ ਵਾਅਦਾ ਕੀਤਾ, ਇੱਕ ਪ੍ਰੋਮਿਸ ਦੇਤਾ ਵੀ ਟੀਮ ਪਹੁੰਚੂਗੀ, ਹਾਂਜੀ, ਉੱਥੇ ਨਹੀਂ ਪਹੁੰਚਦੀ। ਜਿਹੜੇ ਕਰਾਉਣ ਵਾਲੇ ਫਿਰ ਆਉਂਦੇ ਸਾਲ ਨੂੰ ਕਦੋਂ ਕਰਾਉਣਗੇ ਉਹ ਲੋਕੀ ਗਾਲਾਂ ਕੱਢਣਗੇ ਜਿਹੜੇ ਪ੍ਰਬੰਧਕਾਂ ਨੂੰ। ਸੋ ਇਹ ਪੈਸੇ ਦੀ ਖੇਡ ਹੈ। ਇੱਦਾਂ ਹੁੰਦਾ ਕਿ ਜਿੱਦਾਂ ਹੁਣ ਇੱਕ ਟੀਮਾਂ ਆਪਣਾ 10-15 ਬਣਾਉਂਦੇ ਫੈਡਰੇਸ਼ਨ ਦੇ ਵਿੱਚ ਚੰਗੀਆਂ ਟੀਮਾਂ, ਉਹਦੇ ਵਿੱਚ ਤਕਰੀਬਨ 20-25 ਮੁੰਡੇ ਹਰ ਕਲੱਬ ਦੇ ਵਿੱਚ ਹੁੰਦੇ ਹੀ ਆ। ਬਿਲਕੁਲ। ਕਈ ਜਿਹੜੇ ਵਿੱਚ ਕਲੱਬ ਦੇ ਵਿੱਚ ਕੈਪਟਨ ਆ ਜਾਂ ਕੈਪਟਨ ਵੀ ਕਹਿੰਦਾ, ਕੋਈ ਚੌਧਰੀ ਵੀ ਵਿੱਚ ਇਹੋ ਜਿਹੇ ਹੁੰਦੇ ਆ। ਹਾਂਜੀ। ਉਹ ਕੀ ਕਹਿੰਦੇ ਵੀ ਹੋਰ ਕਿਤੇ ਕੱਪ ਨਹੀਂ ਹੋ ਰਿਹਾ ਤੇ ਉੱਦਾਂ ਟੂਰਨਾਮੈਂਟ ਕਰਾਇਆ ਸਿੰਪਲ, ਉੱਥੇ ਵੀ ਸਾਈ ਫੜ ਲੈਂਦੇ ਆ ਕਿ ਸਾਡੀ ਟੀਮ ਆਊਗੀ। ਉਹ ਫਿਰ ਜਿਹੜੇ ਇੱਧਰੋਂ ਸਪੇਅਰ ਹੁੰਦੇ ਆ ਉੱਧਰ ਭੇਜ ਦਿੰਦੇ, ਉਹ ਉੱਧਰ ਭੇਜ ਦਿੰਦੇ ਆ। ਅਤੇ ਫਿਰ ਅੱਗੇ ਜਾ ਕੇ ਉਹ ਜਿਸ ਤਰੀਕੇ ਨਾਲ ਫਰਜ਼ ਕੀਤਾ ਆਪਣੀ ਜਲੰਧਰ ਟੀਮ ਹੈ, ਤੁਹਾਨੂੰ ਪੂਰੀ ਟੀਮ ਪਤਾ ਲੋਕਾਂ ਨੂੰ ਵੀ ਜਲੰਧਰ ਦੀ ਕਿੱਡੀ ਤਗੜੀ ਟੀਮ, ਕਿੱਡੀ ਤਗੜੀ। ਇੱਥੇ ਹੁਣ 3rd ਕਲਾਸ ਤੁਸੀਂ ਭੇਜੋਗੇ ਤੇ ਫਿਰ ਉਹਨਾਂ ਗਾਲਾਂ ਕੱਢਣੀਆਂ ਵੀ ਇਹ ਕੀ ਜੀ ਟੀਮ ਆਈ ਹੈ, ਇੰਨਾ ਪੈਸਾ 2 ਲੱਖ ਦਾ ਨਾਮ ਰੱਖਿਆ। ਹਾਂਜੀ ਹਾਂਜੀ। ਉਹਨਾਂ ਨੂੰ ਹੁੰਦਾ ਵੀ ਚਲੋ ਘੱਟੋ ਘੱਟ ਉੱਥੇ ਟੀਮ ਹਾਰ ਜੂ ਤੇ 50 ਤਾਂ ਮਿਲੂਗਾ ਹੀ ਨਾ। ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਲੈ ਕੇ ਬੈਠੀਆਂ, ਸਾਡਾ ਕਬੱਡੀ ਦਾ ਜਿਹੜਾ ਨਾ ਫਾਲ ਡਾਊਨ ਜਿਹੜਾ ਥੱਲੇ ਨੂੰ ਜਾ ਰਹੇ ਆ ਜਾਂ ਲੋਕਾਂ ਦੇ ਇਮੇਜ ਜਿਹੜਾ ਉਹ ਖਰਾਬ ਹੋ ਰਿਹਾ, ਇਹਨਾਂ ਗੱਲਾਂ ਕਰਕੇ ਹੋ ਰਿਹਾ। ਪਾਰਟੀਸਪੇਟ ਕਹਿ ਦਈਏ 50 ਪਾਰਟੀਸਪੇਟ 40-50 ਤਾਂ ਲੱਖ ਦੇ ਹੀ ਹੈ। ਹਾਂਜੀ ਹਾਂਜੀ। ਤੇ ਉਹਨਾਂ ਨੂੰ ਕਹਿੰਦਾ ਵੀ ਇੱਧਰੋਂ ਵੀ ਮਿਲ ਜਾਣੇ ਆ, 40-50 ਉੱਧਰੋਂ ਠੋਕ ਲਓ। ਹਾਂਜੀ। ਨਾਲੇ ਇੱਕ ਗੱਲ ਹੋਰ ਕੋਚ ਸਾਹਿਬ, ਨਾਲੇ ਜਿਹੜੇ ਨਵੇਂ ਖਿਡਾਰੀ ਉਹਨਾਂ ਨੂੰ ਉੱਧਰਲੀ ਸਾਈਡ ਮੌਕਾ ਮਿਲ ਜਾਣਾ ਖੇਡਣ ਦਾ। ਜਾਂ ਇਹ ਵੀ ਗੱਲ ਹੈ, ਨਾਲੇ ਪਾਰਟੀਸਪੇਟ ਨਾਲੇ ਮੌਕਾ। ਹਾਂਜੀ। ਕਈਆਂ ਥਾਵਾਂ ਤੇ ਜਿਹੜੇ ਨਾਲ, ਕਿਉਂਕਿ ਸਰਟੀਫਿਕੇਟ ਤੇ ਖੇਡ ਹੀ ਇਹੋ ਜਿਹੀ ਹੈ, ਜੇ ਸਰਟੀਫਿਕੇਟ ਕਦੋਂ ਵੀ ਲੱਗ ਸਕਦੀ ਹੈ। ਬਿਲਕੁਲ ਜੀ। ਤੇ ਉਹਨਾਂ ਨੇ 20-25 ਬੰਦੇ ਰੱਖੇ ਹੀ ਹੁੰਦੇ ਕਲੱਬ 'ਚ। ਬਿਲਕੁਲ ਜੀ। ਉਹ ਫਿਰ ਕਈਆਂ ਨੂੰ ਟਾਈਮ ਵੀ ਮਿਲਦਾ, ਉਹਨਾਂ ਨੂੰ ਉਹਦਾ ਟਾਈਮ ਵੀ ਮਿਲ ਜਾਂਦਾ। ਹਾਂਜੀ। ਇੰਦਰਜੀਤ ਜੀ, ਮੈਂ ਗੱਲਬਾਤ ਕੀਤੀ ਆ ਕਿ ਰੂਲਸ ਦੇ ਮੁਤਾਬਿਕ ਜਿਹੜੀ ਕਬੱਡੀ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਇਹਨੂੰ ਵੱਡੇ ਪੱਧਰ 'ਤੇ ਦੇਖਣਾ ਚਾਹੁੰਦੇ ਹਾਂ। ਆਪਾਂ ਗੱਲ ਕੀਤੀ ਨੈਸ਼ਨਲ ਸਟਾਈਲ ਕਬੱਡੀ ਦੀ, ਪਹਿਲਾਂ ਵੀ ਨੈਸ਼ਨਲ ਸਟਾਈਲ ਕਬੱਡੀ ਕੋਸਾ ਬਹੁਤ ਜਲਦੀ ਉੱਪਰ ਗਈ। ਅਤੇ ਇੱਦਾਂ ਹੀ ਜਿਹੜੀ ਆਪਣੀ ਕਬੱਡੀ ਆ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਆ, ਮਾਂ ਖੇਡ ਕਬੱਡੀ ਆ, ਆਪਣੇ ਰਗ ਰਗ ਦੇ ਵਿੱਚ ਵਸੀ ਹੋਈ ਆ। ਅਤੇ ਇੰਦਰਜੀਤ ਜੀ, ਤੁਹਾਡਾ ਕੀ ਕਹਿਣਾ ਆ ਕਿ ਇਹਨੂੰ ਰੂਲ ਦੇ ਮੁਤਾਬਿਕ ਚਲਾਉਣ ਦੇ ਲਈ ਫੈਡਰੇਸ਼ਨ ਨੂੰ, ਪ੍ਰਬੰਧਕਾਂ ਨੂੰ, ਕੋਚ ਸਾਹਿਬ ਨੂੰ ਔਰ ਰੈਫਰੀਆਂ ਨੂੰ ਅਤੇ ਪਿੰਡ ਦੀ ਕਮੇਟੀ ਨੂੰ ਕੀ ਯਤਨ ਕਰਨੇ ਚਾਹੀਦੇ ਆ, ਔਰ ਕਮੈਂਟਰ ਵੀ ਵਿੱਚ ਆਉਂਦੇ ਆ? ਪਰਮਜੀਤ ਜੀ, ਕਿਉਂਕਿ ਤੁਸੀਂ ਨੈਸ਼ਨਲ ਸਟਾਈਲ ਨੂੰ ਵਿੱਚ ਲਿਆ, ਨੈਸ਼ਨਲ ਸਟਾਈਲ ਨੂੰ ਦੇਖਿਆ ਜਾਵੇ ਤਾਂ ਉਹਦੀ ਇੱਕ ਬੋਡੀ ਬਣੀ ਹੈ ਇੰਡੀਆ ਦੇ ਵਿੱਚ। ਹਰ ਸਟੇਟ ਦੇ ਵਿੱਚ ਉਹਦੇ ਮੈਚ ਹੁੰਦੇ ਆ, ਸਟੇਟ ਵਾਈਜ਼ ਉਹ 'ਚ ਮੈਚ ਹੁੰਦੇ ਆ। ਰੇਲਵੇ ਦੀਆਂ ਟੀਮਾਂ ਨੇ, ਬਹੁਤ ਇੱਕ ਸੰਗਠਨ ਬਣਿਆ ਹੋਇਆ ਵਾ। ਇੰਡੀਅਨ ਓਲੰਪਿਕ ਐਸੋਸੀਏਸ਼ਨ ਆ, ਉਹਦੇ ਝੰਡੇ ਹੇਠ ਨੈਸ਼ਨਲ ਕਬੱਡੀ ਦੇ ਮੈਚ ਹੁੰਦੇ ਆ। ਹੁਣ ਪਿਛਲੇ 2-3 ਸਾਲਾਂ ਤੋਂ ਇੱਕ ਲੀਗ ਵੀ ਸ਼ੁਰੂ ਹੋਈ ਆ ਜਿਹਦੇ ਵਿੱਚ ਵਿਦੇਸ਼ਾਂ ਦੇ ਖਿਡਾਰੀ ਵੀ ਖੇਡਦੇ ਆ। ਦੂਜੀ ਗੱਲ ਇਹ ਆ ਕਿ ਨੈਸ਼ਨਲ ਜਿਹੜੀ ਕਬੱਡੀ ਆ ਏਸ਼ੀਆ ਗੇਮਾਂ ਦੇ ਵਿੱਚ ਖੇਡੀ ਜਾਂਦੀ ਆ। ਹੁਣ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਕਈ ਸਾਲ ਹੋ ਗਏ ਆ, ਰਾਸ਼ਟਰਮੰਡਲ ਖੇਡਾਂ ਦੇ ਵਿੱਚ ਵੀ ਸ਼ਾਮਲ ਆ। ਨੈਸ਼ਨਲ ਕਬੱਡੀ ਨੂੰ ਕੋਈ ਸਮੱਸਿਆ ਨਹੀਂ ਹੈਗੀ, ਕਿਉਂਕਿ ਪੰਜਾਬ ਸਟਾਈਲ ਕਬੱਡੀ ਜੇ ਆਪਾਂ ਦੇਖੀਏ ਇੰਟਰਸਟਿੰਗ ਜ਼ਿਆਦਾ ਆ ਨੈਸ਼ਨਲ ਦੇ ਮੁਕਾਬਲੇ, ਕਿਉਂਕਿ ਇੱਥੇ ਇਕੱਲੇ ਨੂੰ ਇਕੱਲਾ ਟੱਕਰਦਾ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਨੇ ਨਾ ਇਕੱਲੇ ਨੂੰ ਇਕੱਲਾ, ਇੱਥੇ ਇਕੱਲੇ ਨੂੰ ਇਕੱਲਾ ਟੱਕਰਦਾ। ਉੱਥੇ ਤਾਂ ਗੁੱਥਮ ਗੁੱਥੂ ਜਿਹੇ ਹੋ ਜਾਂਦੇ ਸਾਰੇ, ਠੀਕ ਹੈ। ਅਤੇ ਇਹਦੇ ਵਿੱਚ ਇਹੋ ਹੀ ਆ ਕਿਉਂਕਿ ਪੰਜਾਬ ਸਟਾਈਲ ਕਬੱਡੀ ਦੇ ਵਿੱਚ ਨਿਯਮ ਨਹੀਂ ਹੈਗੇ। ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਮੈਚ ਬਹੁਤ ਦੇਰ ਰਾਤ ਚੱਲ ਜਾਂਦੇ ਆ, ਖਿਡਾਰੀ ਟਾਈਮ ਨਹੀਂ ਆਉਂਦੇ।
ਹੁਣ ਉਹ 'ਚ ਖਿਡਾਰੀ ਦਾ ਵੀ ਕਸੂਰ ਹੈ ਨਹੀਂ। ਖਿਡਾਰੀ ਨੇ ਜੇ ਰਾਤ ਨੂੰ 2 ਵਜੇ ਘਰ ਜਾਣਾ ਵਾ ਖੇਡ ਕੇ, ਤਾਂ ਉਹ ਸਵੇਰੇ ਫਿਰ ਉਹ 2 ਵਜੇ ਵਾਲੇ ਟਾਈਮ ਹੀ ਆਊਗਾ। ਜੇ ਜਦੋਂ ਮੈਚਾਂ ਦੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ ਨਾ, ਜੇ ਉਦੋਂ ਹੀ ਫਿਕਸ ਹੋ ਜਾਵੇ ਵੀ ਮੈਚ ਮੰਨ ਲਓ 10 ਵਜੇ ਸਟਾਰਟ ਹੋਣਾ ਤੇ 10 ਵਜੇ ਹੋਣਾ, ਜੇ 10 ਵਜੇ ਟੀਮ ਨਹੀਂ ਪਹੁੰਚਦੀ ਮਤਲਬ ਖਤਮ ਟੂਰਨਾਮੈਂਟ ਦਾ, ਉਹਨੂੰ ਉਹ ਟੀਮ ਨਹੀਂ ਖੇਡੂਗੀ। ਚਾਹੇ ਉਹ ਫੈਡਰੇਸ਼ਨ ਦਾ ਟੂਰਨਾਮੈਂਟ ਹੀ ਖਤਮ ਹੁੰਦਾ ਪਰ ਟੀਮ ਨਹੀਂ ਖੇਡੂਗੀ। ਜੇ ਰੂਲ ਸਖਤ ਹੋਣਗੇ ਤਾਂ ਫਿਰ 11 ਵਜੇ ਆਉਣਗੇ ਖਿਡਾਰੀ। ਜੇ 11 ਵਜੇ ਆਉਣਗੇ, ਮੰਨ ਲਓ ਖਿਡਾਰੀ 10 ਵਜੇ ਮੈਚ ਸ਼ੁਰੂ ਹੋ ਜਾਂਦੇ ਆ, ਤਾਂ ਉਹ 5-6 ਵਜੇ ਮੈਚ ਮੁੱਕ ਜਾਣੇ ਆ। 5-6 ਵਜੇ ਮੈਚ ਮੁੱਕ ਜਾਣੇ ਤੇ ਅਗਲੇ ਦਿਨ ਫਿਰ ਉਹ 11 ਵਜੇ ਆ ਸਕਦੇ ਖਿਡਾਰੀ। ਬਿਲਕੁਲ। ਜੇ ਹੁਣ 2 ਵਜੇ ਆਉਣਗੇ ਤੇ ਰਾਤ ਨੂੰ 2 ਵਜੇ ਜਾਣਗੇ ਤਾਂ ਅਗਲੇ ਦਿਨ ਫਿਰ ਉਹ ਆਪਾਂ ਉਮੀਦ ਨਹੀਂ ਕਰ ਸਕਦੇ ਵੀ ਅਗਲੇ ਦਿਨ 9 ਵਜੇ ਆ ਜਾਣਗੇ ਜਾਂ 10 ਵਜੇ ਆ ਜਾਣਗੇ। ਇਹ ਬਹੁਤ ਵੱਡਾ ਕਾਰਨ ਆ। ਜੇ ਤੁਸੀਂ ਇੱਦਾਂ ਹੀ ਕੰਮ ਚਲਾਉਣਾ ਵਾ, ਮੰਨ ਲਓ ਤੁਸੀਂ ਰਾਤ ਨੂੰ ਹੀ ਮੈਚ ਕਰਾਉਣੇ ਆ ਤੇ ਫਿਰ ਤੁਸੀਂ ਮੈਚ ਹੀ 4-5 ਵਜੇ ਸ਼ੁਰੂ ਕਰ ਦਿਆ ਕਰੋ, ਡੇ ਨਾਈਟ ਮੈਚ ਕਰ ਲਓ। ਕੋਸਾ ਵੀ ਹੋ ਸਕਦਾ ਵੀ ਤੁਸੀਂ ਮੈਚ ਨੂੰ, ਜੇ ਤੁਸੀਂ ਚਾਹੁੰਦੇ ਆ ਵੀ ਸ਼ਾਮ ਨੂੰ ਲੋਕ ਵਿਹਲੇ ਹੁੰਦੇ ਆ ਸ਼ਾਮ ਨੂੰ ਕਬੱਡੀ ਦੇਖਣ, ਤੇ ਫਿਰ ਜਿਸ ਤਰ੍ਹਾਂ IPL ਦੇ ਰਾਤ ਨੂੰ ਮੈਚ ਹੁੰਦੇ ਆ ਜਾਂ ਕ੍ਰਿਕਟ ਦੇ ਰਾਤ ਨੂੰ ਮੈਚ ਹੁੰਦੇ ਡੇ ਨਾਈਟ, ਤੇ ਤੁਸੀਂ ਮੈਚ ਨੂੰ ਡੇ ਨਾਈਟ ਕਰ ਲਓ, ਸਮਾਂ ਜ਼ਿਆਦਾ ਇੰਟਰਸਟਿੰਗ ਹੋ ਸਕਦਾ ਜੀ। ਬਿਲਕੁਲ ਜੀ। ਇੰਦਰਜੀਤ ਜੀ, ਜ਼ਿਆਦਾ ਸਮਾਂ ਆਪਾਂ ਦਰਸ਼ਕਾਂ ਦਾ ਨਾਂ ਲੈਂਦੇ ਹੋਏ ਤੁਹਾਡਾ ਕੀ ਕਹਿਣਾ, ਇਹਦੇ ਰੂਲ ਸਹੀ ਹੋ ਜਾਣ, ਕੋਚ ਸਾਹਿਬ ਤੁਹਾਡਾ ਕੀ ਕਹਿਣਾ? ਰੂਲ ਦੇਖੋ ਜੀ, ਸਿਸਟਮ ਤਾਂ ਬਣਾਉਣਾ ਪਏਗਾ ਨਾ, ਜਿਹੜਾ ਮੈਂ ਦੱਸਿਆ ਵੀ ਇਸ ਤਰ੍ਹਾਂ ਤਰੀਕੇ ਨਾਲ ਸਿਸਟਮ ਬਣਿਆ, ਜ਼ਿਲ੍ਹਾ ਲੈਵਲ, ਸਟੇਟ ਲੈਵਲ, ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ, ਏਸ਼ੀਅਨ ਗੇਮ ਦੀ ਵੀ ਉਹਦੇ ਵਿੱਚ ਕੋਈ ਵੀ ਕਿਸੇ ਨੂੰ ਜਿੱਦਾਂ ਹੁਣ ਰੂਲ ਆ ਫਰਜ਼ ਕੀਤਾ, ਜਦੋਂ ਬੁੱਕ ਬਣੀ ਹੋਈ ਆ ਜੀ, ਉਹਨਾਂ ਬੁੱਕ ਦੇ ਮੁਤਾਬਕ ਹੀ ਹਰ ਸਟੇਟ ਨੇ ਆਪਣੀ ਟੀਮ ਲੈ ਕੇ ਜਾਣਾ। ਜੇ ਏਸ਼ੀਅਨ ਗੇਮ ਹੈ ਤੇ ਏਸ਼ੀਅਨ ਫੈਡਰੇਸ਼ਨ ਵੱਲੋਂ ਰੂਲ ਬੁੱਕ ਬਣੀ, ਉਹਦੇ ਮੁਤਾਬਕ ਹੀ ਖੇਡਿਆ ਜਾਣਾ। ਬਿਲਕੁਲ। ਉਹਦੇ ਵਿੱਚੋਂ ਇੱਕ ਵੀ ਜਾਨੀ ਆਪਾਂ ਸੂਈ ਦੇ ਧਾਗੇ ਜਿੰਨਾ ਵੀ ਕੋਈ ਚਾਂਸ ਨਹੀਂ ਕਿ ਵਿੱਚੋਂ ਤੁਸੀਂ ਇੱਧਰ ਉੱਧਰ ਕਰ ਲਓ ਜੀ। ਕੋਈ ਰੂਲ ਫਰਕ ਕੀਤਾ ਚੇਂਜ ਹੋਇਆ, ਮੈਂ ਤੁਹਾਨੂੰ ਦੱਸਿਆ ਵੀ ਆਲ ਇੰਡੀਆ ਤੱਕ ਜਾਂਦੇ ਰਹੇ ਟੀਮ ਪੰਜਾਬ ਦੀ ਲੈ ਕੇ ਜੀ। ਜੇ ਕੋਈ ਚੇਂਜ ਹੋਇਆ ਰਾਤ ਨੂੰ ਜਿਹੜੀ ਹੈ ਨਾ ਰੈਫਰੀ ਬੋਰਡ ਆ, ਇੱਕ ਚੇਅਰਮੈਨ ਹੁੰਦਾ ਜੀ, ਉਹਦੀ ਕਲੀਨਿਕ ਲੱਗਦੀ ਹੈ। ਕਲੀਨਿਕ ਦਾ ਮਤਲਬ ਇੱਦਾਂ ਟੇਬਲ ਜਿੰਨੇ ਸਟੇਟਾਂ ਦੇ ਕੋਚ ਆਏ ਹੁੰਦੇ ਆ ਜਾਂ ਅਫੀਸ਼ੀਅਲ ਮੰਗਵਾਏ ਹੁੰਦੇ ਆ, ਰੈਫਰੀ ਅੰਪਾਇਰ ਜੀ, ਉਹਨਾਂ ਨੂੰ ਬਕਾਇਦਾ ਸਮਝਾਇਆ ਜਾਂਦਾ ਸਾਰਾ ਵੀ ਆਹ ਚੇਂਜ ਹੋ ਗਿਆ, ਇਹਦੇ ਥਾਂ ਆਹ ਚੀਜ਼ ਆ। ਬਿਲਕੁਲ। ਇਹ ਮੈਚ ਜਿਹੜੇ ਸਵੇਰੇ ਖੇਡੇ ਜਾਣੇ ਆ ਉਹ ਇਹਦੇ ਮੁਤਾਬਕ ਖੇਡੇ ਜਾਣੇ ਆ। ਬਿਲਕੁਲ। ਸੋ ਉਹਦੇ ਮੁਤਾਬਕ ਹੀ ਖੇਡੇ ਜਾਂਦੇ ਆ। ਇੱਥੇ ਹੁਣ ਤੁਸੀਂ ਮੈਂ ਦੇਖਿਆ ਵੀ ਲਾਈਨ ਟੱਚ ਹੋ ਗਈ ਜੀ, ਇੱਕ ਬੰਦਾ ਸਟਰਗਲ ਲੈ ਰਿਹਾ, ਤਾਂ ਕੀ ਹੋ ਰਿਹਾ, ਉਹਦਾ ਮਾੜੀ ਜਿਹੀ ਅੱਡੀ ਪਿੱਛੇ ਲਾਈਨ 'ਤੇ ਲੱਗੀ ਤੇ ਉਹਨੂੰ ਆਊਟ ਗਿਣ ਦਿੰਦੇ। ਹਾਲਾਂਕਿ ਉਹਦਾ ਲਿੰਕ ਜਿਹੜਾ ਗਰਾਊਂਡ ਨਾਲ ਹੁੰਦਾ ਸਿੱਧਾ। ਹਾਂਜੀ ਹਾਂਜੀ। ਸੋ ਇਹ ਜਿਹੀਆਂ ਗੱਲਾਂ ਮੈਨੂੰ ਬੜੀਆਂ ਹੈਰਾਨੀ। ਅੱਗੇ ਹੁੰਦਾ ਸੀ ਵੀ ਜਿਹੜਾ ਰੇਡਰ ਆ ਜਾਂ ਸਟਾਪਰ ਜਾਂ ਸਟਰਗਲ ਹੋਇਆ ਬਾਹਰਲੀ ਲਾਈਨ 'ਤੇ ਸਰਕਲ 'ਤੇ ਖੇਡਿਆ, ਹਾਂਜੀ, ਇੱਕ ਬੰਦਾ ਬਾਹਰ ਚਲਾ ਗਿਆ, ਉਹਦਾ ਇਹ ਹੁੰਦਾ ਸੀ ਵੀ ਉਹਨੇ ਖਿੱਚ ਕੇ ਬਾਹਰ ਲੈ ਗਿਆ, ਹਾਂਜੀ, ਉਹਦਾ ਲਿੰਕ ਵੀ ਛਡਾ ਕੇ ਤੇ ਫਿਰ ਉਹ ਕਾਮਨ ਪੁਆਇੰਟ ਹੁੰਦਾ। ਤੇ ਹੁਣ ਕੀ ਹੈ, ਜਿਹਦਾ ਮਾੜਾ ਜਿਹਾ ਸਟਰਗਲ ਲੱਗਾ ਜਾ ਕੇ ਹੱਥ ਵੱਜ ਗਿਆ ਬਾਹਰ, ਉਹਦੀ ਅਗੇਂਸਟ ਪੁਆਇੰਟ ਮਿਲ ਜਾਂਦਾ। ਲੈਨ ਟੱਚ ਸਟਰਗਲ ਉੱਥੇ ਖਤਮ ਹੋ ਗਿਆ, ਵੇਖਣ ਵਾਲਿਆਂ ਨੂੰ ਵੀ ਮਜ਼ਾ ਆਉਂਦਾ। ਹਾਂਜੀ ਹਾਂਜੀ। ਸੋ ਇਹ ਜਿਹੇ ਰੂਲ ਜਿਹੜੇ ਅਮੈਂਡ ਕਰਨ ਵਾਲੇ ਆ, ਪਰ ਜੀ ਤਾਂ ਕਰਦਾ ਕਰੀਏ ਕਦੀ, ਪਰ ਬੇਵਸੀ ਕਿਉਂਕਿ ਖੇਡ ਇਹ ਜਿਹੜੀ ਕਬੱਡੀ ਆ ਨਾ, ਇਹ ਤਰ੍ਹਾਂ ਲੱਗ ਜਾਂਦਾ ਚਲੇਗੀ, ਰੂਲ ਰੈਗੂਲੇਸ਼ਨ ਜਿਹੜਾ ਉਹ ਪਿੱਛੇ ਚਲੇ ਗਿਆ। ਅਸਲੀ ਗੱਲ ਹੈ ਰੂਲ ਦੀ ਗੱਲ। ਇਹ ਕੋਚ ਸਾਹਿਬ ਮੈਂ ਗੱਲ ਕਰਨੀ ਚਾਹੂੰਗਾ, ਰੂਲ ਇੱਥੇ ਕਿਤਾਬ ਦੇ ਵਿੱਚ ਬਣਨੇ ਚਾਹੀਦੇ ਆ, ਇੱਕ ਬੁੱਕ ਬਣਨੀ ਚਾਹੀਦੀ ਹੈ, ਪਰ ਸਾਡੀ ਕਬੱਡੀ ਦੀ ਤਰਾਸਦੀ ਇੱਥੇ ਗਰਾਊਂਡ 'ਤੇ ਰੂਲ ਬਣ ਜਾਂਦੇ। ਹਰ ਇੱਕ ਟੂਰਨਾਮੈਂਟ ਦੇ ਵਿੱਚ ਉਹ ਗਰਾਊਂਡ 'ਚ ਫੈਡਰੇਸ਼ਨਲ ਜਿਹੜੇ ਪ੍ਰਧਾਨ ਆ ਉਹ ਰੂਲ ਬਦਲ ਦਿੰਦੇ ਜੀ, ਅੱਜ ਨਹੀਂ ਇੱਦਾਂ ਨਹੀਂ ਮੈਚ ਤੇ ਇੱਦਾਂ ਹੋਊਗੇ, ਆਹ ਟੂਰਨਾਮੈਂਟ 'ਚ ਮੈਚ ਇੱਦਾਂ ਨਹੀਂ ਇੱਦਾਂ ਹੋਊਗੇ। ਜਿੱਥੇ ਗਰਾਊਂਡ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਰੂਲ ਬਣਦੇ ਹੋਣ, ਉੱਥੇ ਤੁਸੀਂ ਕੀ ਉਮੀਦ ਰੱਖ ਸਕਦੇ ਹੋ ਵੀ ਇਹ ਜਿਹੜੀ ਖੇਡ ਆ ਇੱਕ ਰੂਲਾਂ ਦੇ ਵਿੱਚ ਆ ਜਾਊਗੀ। ਜੇ ਹੁਣ ਕਬੱਡੀ ਨੂੰ ਵਾਕਿਆ ਏਸ਼ੀਅਨ ਖੇਡਾਂ ਤੱਕ ਜਾਣਾ ਵਾ ਜਾਂ ਓਲੰਪਿਕ ਜਾਣਾ, ਤਾਂ ਜਿਹੜਾ ਸਭ ਤੋਂ ਪਹਿਲਾ ਕਦਮ ਆ ਉਹ ਓਲੰਪਿਕ ਜਿਹੜੀ ਐਸੋਸੀਏਸ਼ਨ ਹੈ ਉਹਦੇ ਝੰਡੇ ਹੇਠ ਹੋਣਾ ਪੈਣਾ ਸਾਰੀਆਂ ਫੈਡਰੇਸ਼ਨ ਨੂੰ। ਉਹਦੇ ਰੂਲਾਂ ਦੇ ਮੁਤਾਬਕ ਮੈਚ ਹੋਣਗੇ ਤਾਂ ਹੀ ਤੁਸੀਂ ਇਹਨੂੰ ਅੱਗੇ ਜਿਹੜਾ ਓਲੰਪਿਕ ਦਾ ਜਿਹੜਾ ਸੁਪਨਾ ਹੈ ਨਾ, ਉਹਨੂੰ ਉਹਦੇ ਬਾਰੇ ਸੋਚ ਸਕਦੇ ਆ। ਦੇਖੋ ਗੱਲ ਉੱਥੇ ਆਉਂਦੀ ਆ ਵੀ ਇਹ ਜਿਹੜੀ ਨਾ ਹੁਣ ਮੈਂ ਸੱਚੀਆਂ ਗੱਲਾਂ ਕਰਦਾ, ਇਹਦੇ 'ਚ ਚੌਧਰ ਵੀ ਬਹੁਤ ਆ ਬੜੀ ਹੈ, ਹਉਮੈ ਜਿਹਨੂੰ ਕਹਿ ਲਓ ਆਪਾਂ, ਵੀ ਮੈਂ ਹੀ ਹੋਵਾਂ ਕਿ ਜੋ ਕੀਤਾ ਕਬੱਡੀ ਮੈਂ ਹੀ ਕੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਜਿਹਦੇ ਵਿੱਚ ਜਿੱਦਾਂ ਗੌਰਮੈਂਟ ਇਨਵੋਲਵ ਹੋਏ ਥੋੜ੍ਹੀ ਜਿਹੀ, ਰੂਲ ਬੁੱਕਾਂ ਬਣਾਈਆਂ ਆਪਣੀਆਂ, ਲੇਕਿਨ ਕੋਈ ਕਿਸ ਤਰ੍ਹਾਂ ਰੂਲ ਹੈ, ਕੋਈ ਕਿਸ ਤਰ੍ਹਾਂ ਰੂਲ ਹੈ। ਰੂਲ ਤਾਂ ਬੁੱਕਾਂ ਬਣੀਆਂ ਹੋਈਆਂ ਲੇਕਿਨ ਆਪੋ ਆਪਣੀ ਬਣਾਈਆਂ। ਸਾਰੇ ਜਿਹੜੀ ਕਬੱਡੀ ਜਿੱਥੇ ਵੀ ਖੇਡੀ ਜਾਂਦੀ ਉਹਦਾ ਇੱਕ ਰੂਲ ਨਹੀਂ, ਇਸੇ ਕਰਕੇ ਕਿ ਉਹਨਾਂ ਨੇ ਆਪਦੇ ਹਿਸਾਬ ਨਾਲ ਬਣਾਈ, ਦੂਜਿਆਂ ਨੇ ਆਪਦੇ ਹਿਸਾਬ ਨਾਲ। ਇਹਦੇ ਵਿੱਚ ਗੌਰਮੈਂਟ ਵੱਲੋਂ ਇੰਪਰੂਵ ਕਰਾਈ ਜਾਵੇ, ਜਾਂ ਟੈਕਨੀਕਲ ਜਿਹੜੇ ਕੋਚ ਆ ਜਿੱਦਾਂ ਦਾ ਐਕਸਪੀਰੀਅੰਸ ਆ
ਉਹਨਾਂ ਵੀ ਤੋਂ ਰੂਲ ਬਣਾਏ। ਅਸੀਂ ਬਣਾਈ ਸੀ ਰੂਲ ਜਿਹੜੀ ਪੰਜਾਬ ਕੋਆਰਡੀਨੇਸ਼ਨ ਦੇ ਚੱਲਦੇ ਰੂਲ, ਉਹਦੇ ਮੁਤਾਬਕ ਖੇਡੀ ਜਾਂਦੀ ਹੈ ਨੈਸ਼ਨਲ ਸਟਾਈਲ ਵੀ ਦੂਜੀ ਵੀ। ਕੋਚ ਸਾਹਿਬ ਮੈਂ ਗੱਲ ਤੁਹਾਨੂੰ ਪੁੱਛਣੀ ਚਾਹੂੰਗਾ, ਹਾਂਜੀ ਕੋਚ ਇੱਕ ਅਹਿਮ ਹਿੱਸਾ ਹੁੰਦਾ ਇਸ ਖੇਡ ਦਾ, ਕਿਸੇ ਵੀ ਖੇਡ ਦਾ, ਕਬੱਡੀ ਦਾ ਨਹੀਂ ਕਿਸੇ ਵੀ ਖੇਡ ਦਾ। ਪਰ ਅੱਜ ਤੱਕ ਕੱਲ ਇੱਦਾਂ ਦੇ ਕੋਚ ਆ ਗਏ ਹੋਣ ਦੇ ਵਿੱਚ, ਤੁਸੀਂ ਤੇ ਜਾਣਦੇ ਹੀ ਆ ਵੀ ਉਹਨਾਂ ਨੂੰ ਕਬੱਡੀ ਦਾ ਜਿਹਨੂੰ ਕਹਿੰਦੇ ਊੜਾ ਐੜਾ ਵੀ ਨਹੀਂ ਪਤਾ, ਉਹ ਵੱਡੀਆਂ ਵੱਡੀਆਂ ਟੀਮਾਂ ਨੂੰ ਕੋਚਿੰਗ ਦੇ ਰਹੇ ਆ। ਇਹਦਾ ਵੀ ਪ੍ਰਭਾਵ ਪੈਂਦਾ ਕਿਤੇ ਇਸ ਚੀਜ਼ ਦਾ, ਕਿਉਂਕਿ ਇੱਕ ਪ੍ਰੋਫੈਸ਼ਨਲ ਕੋਚ ਹੈ ਜਿਹਨੇ ਖੁਦ ਕਬੱਡੀ ਖੇਡੀ, ਉਹ ਗਹਿਰਾਈ ਜਾਣਦਾ, ਹਰ ਖੇਡ ਦੀ ਗਹਿਰਾਈ ਨੂੰ ਜਾਣਦਾ। ਇੱਕ ਕੋਚ ਆ ਜਿਹੜਾ ਪ੍ਰਮੋਟਰਾਂ ਦਾ ਇੱਕ ਨਜ਼ਦੀਕੀ ਬੰਦਾ ਵਾ, ਜਾਂ ਉਹਦਾ ਹੋਰ ਪ੍ਰਭਾਵ ਆ ਕਿਸੇ ਤਰ੍ਹਾਂ ਖੇਡ ਦੇ ਉੱਪਰ ਕਿ ਉਹ ਕੋਚਿੰਗ ਲਾਈਨ ਦੇ ਵਿੱਚ ਆ ਗਿਆ। ਔਰ ਜਿਹੜੇ ਵੱਡੇ ਵੱਡੇ ਕਈ ਖਿਡਾਰੀ ਆ ਉਹਨਾਂ ਨੂੰ ਵੀ ਸੰਗ ਆਉਂਦੀ ਉਤੋਂ ਕੋਚਿੰਗ ਲੈਣ ਵੇਲੇ, ਤੇ ਉਹ ਵੀ ਹਿਜਕ ਮਹਿਸੂਸ ਕਰਦਾ ਉਹਨਾਂ ਖਿਡਾਰੀਆਂ ਨੂੰ ਦੱਸਣ ਵੇਲੇ। ਇਹ ਖੇਡ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਚੀਜ਼ ਆ ਗਈ? ਐਕਚੁਅਲੀ ਜੀ ਜੋ ਕਲੱਬਾਂ ਬਣੀਆਂ ਜਾਂ ਟੀਮਾਂ ਬਣੀਆਂ ਨਾ, ਇਹਦੇ ਵਿੱਚ ਮੈਂ ਕਹਿ ਸਕਦਾ ਜਿਹੜੀ ਟੀਮ ਬਣੀ ਹੈ ਫਰਜ਼ ਕੀਤਾ, ਹੁਣ ਮੈਂ ਕੋਚ ਹਾਂ, ਮੈਂ ਬੱਚਿਆਂ ਨੂੰ ਨਾੜੀ ਬੱਚੇ ਜਿਹੜੇ ਪਿੰਡਾਂ 'ਚ ਅਨਟੱਚਡ ਆ ਕਬੱਡੀ ਨਾਲ, ਉਹਨਾਂ ਦੇ ਟਾਇਰ ਲੈ ਕੇ ਜਾਂ ਉਹਨਾਂ ਨੂੰ ਸ਼ੁਰੂ ਤੋਂ ਫੜਿਆ, ਉਹਨਾਂ ਨੂੰ ਮੈਂ ਸਿਖਾਇਆ ਵੀ ਆਹ ਨਹੀਂ ਇੱਦਾਂ ਫੜਨਾ, ਗਿੱਟਾ ਇੱਦਾਂ ਫੜਨਾ, ਗੋਟੇ ਇੱਦਾਂ, ਕੈਂਚੀ ਇੱਦਾਂ ਮਾਰਨੀ, ਰੇਡੀਅਮ ਦੱਸਣ ਤੋਂ ਐਂ ਡੌਜ ਮਾਰਨੀ, ਇੱਥੇ ਟੱਚ ਕਰਨਾ, ਇੱਥੇ ਅਟੈਕ ਕਰਨਾ। ਇਹ ਜਿੰਨੇ ਵੀ ਕੋਚ ਬਣੇ ਉਹਨਾਂ ਦੱਸ ਦਿਓ ਵੀ ਟੈਕ ਕਿਸ ਤਰ੍ਹਾਂ ਕੀਤਾ ਜਾਂਦਾ, ਕਿੱਥੇ ਕਰਨਾ ਚਾਹੀਦਾ, ਕੀ ਉਹਦਾ ਟੈਕਨੀਕ ਹੈ ਨਾ, ਕਿੱਦਾਂ ਡੈਸ਼ ਮਾਰਨੀ ਚਾਹੀਦੀ, ਕਿੱਦਾਂ ਥ੍ਰਿਲ ਕਰਨਾ ਚਾਹੀਦਾ। ਜਦੋਂ ਅਸੀਂ ਅਟੈਕ ਮਾਰਨੇ ਆ ਇਹਨਾਂ ਨੂੰ ਘਬਰਾਹਟ 'ਚ ਲਿਆ ਕੇ ਹੈ ਨਾ ਕਰਨਾ ਹੁੰਦਾ ਸਾਰਾ ਕੁਝ, ਅਟੈਕ ਸ਼ੋ ਕਿਤੇ ਅਟੈਕ ਕਿਤੇ, ਇਹ ਕੋਚ ਨੇ ਗੱਲਾਂ ਦੱਸੀਆਂ। ਕੋਚ ਜਿੰਨੇ ਵੀ ਮੈਂ ਵੇਖਦਾ ਟੀਮਾਂ ਦੇ ਵਿੱਚ ਲੱਗਾ ਉਹ ਬਿਲਕੁਲ ਅਨਟੱਚਡ, ਉਹਨਾਂ ਨੂੰ ਟ੍ਰੇਨਿੰਗ ਦਾ ਨਹੀਂ ਪਤਾ। ਉਹਨਾਂ ਨੇ ਸਿਰਫ ਮੁੰਡੇ, ਕਿਉਂਕਿ ਮੁੰਡਿਆਂ ਨੇ ਉਹਨਾਂ ਨੂੰ ਤਿਆਰ ਨਹੀਂ ਕੀਤਾ ਹੁੰਦਾ, ਇਸ ਕਰਕੇ ਮੁੰਡੇ ਵੀ ਉਹਦੇ ਆਖੇ ਲੱਗਦੇ। ਹੁਣ ਮੇਰੇ ਮੁੰਡੇ ਜਿਹੜੇ ਮੈਂ ਟੀਮਾਂ ਬਣਾਉਂਦਾ, ਜਿਹੜਾ ਕੋਚ ਸੀ ਸਪੋਰਟਸ ਕਾਲਜ ਸਕੂਲ 'ਚ ਜਾਂ ਅਸੀਂ ਜ਼ਿਲ੍ਹੇ ਦੀ ਬਣਾਈ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਬੱਚੇ ਦਾ ਮਜ਼ਾਲ ਅੱਖ ਵੀ ਚੁੱਕ ਲਿਆ ਕੋਈ, ਜਿੱਥੇ ਕਹਿਣਾ ਵੀ ਇੱਦਾਂ ਕਰਨਾ ਉਹਨੂੰ ਕਰਨਾ ਪੈਣਾ, ਕਿਉਂਕਿ ਮੈਂ ਉਹਨੂੰ ਟੈਕਨੀਕ ਦੱਸੀ ਹੈ ਬਕਾਇਦਾ, ਉਹਨੂੰ ਜਾਚ ਦੱਸੀ ਵੀ ਇੱਦਾਂ ਕਰਨਾ। ਬੱਚੇ ਵੀ ਸਤਿਕਾਰ ਨਾਲ ਸਾਡਾ ਕਿਹਾ ਮੰਨਦੇ ਆ। ਅਤੇ ਜਿਹੜਾ ਕੋਚ ਫੜ ਕੇ ਤੁਸੀਂ ਲਾ ਦੇਣ ਵੀ ਉਹ ਅੱਜ ਕੱਲ੍ਹ ਦੀਆਂ ਟੀਮਾਂ ਨੂੰ ਉਹ ਕੋਚ ਨਹੀਂ ਹੁੰਦਾ, ਐਕਚੁਅਲੀ ਉਹ ਟੀਮ ਨੂੰ ਇਕੱਠੇ ਕਰ ਲਈ ਹੁੰਦਾ, ਤਾਂ ਟੈਲੀਫੋਨ ਕਰ ਦੇਣਾ ਵੀ ਸਵੇਰੇ ਮੈਚ ਇੱਥੇ ਆ ਜੀ, ਇੱਥੇ ਜੀ। ਕਿਸੇ ਨੇ ਟ੍ਰੇਨਿੰਗ ਤਾਂ ਕਿਸੇ ਨੂੰ ਟੀਮ ਨੂੰ ਦਿੱਤੀ ਨਹੀਂ ਹੁੰਦੀ, ਨਾ ਉਹਨਾਂ ਨੂੰ ਪਤਾ। ਮੈਂ ਆਮ ਜਿੰਨੀਆਂ ਵੀ ਟੀਮਾਂ ਬਣੀਆਂ ਕੋਈ ਇੱਕ ਅੱਧਾ ਕੋਚ ਹੋਊਗਾ ਜਿਹੜਾ ਟੈਕਨੀਕ ਦੱਸਦਾ ਹੋਊਗਾ, ਜਾਂ ਉਹਨੇ ਬੱਚਿਆਂ ਉਸ ਟੀਮ ਨੂੰ ਖਿਡਾਇਆ ਹੋਊਗਾ, ਨਹੀਂ ਤਾਂ ਨਹੀਂ। ਉਹ ਟੀਮ ਨੂੰ ਕਲੈਕਟ ਕਰਨ ਵਾਸਤੇ ਵੀ ਸਵੇਰੇ ਮੈਚ ਇੱਥੇ ਆ, ਆਪਣੀ ਗੱਡੀ ਇੱਥੇ ਖੜੀ ਹੋਣੀ ਅਤੇ ਇੱਥੇ ਆ ਜਾਓ ਇੰਨੇ ਵਜੇ। ਸੋ ਉਹਨੂੰ ਅਸੀਂ ਕੋਚ ਨਹੀਂ ਕਹਿ ਸਕਦਾ। ਕੋਚ ਮੀਨਸ ਤੁਹਾਨੂੰ ਹੈਵ ਟੂ ਪ੍ਰੋਵਾਈਡ ਟ੍ਰੇਨਿੰਗ ਟੈਕਨੀਕਲ, ਕਿ ਕਿਸ ਤਰ੍ਹਾਂ ਟੀਮ ਦਾ ਕੀ ਘਾਟ ਹੈ, ਉਸ ਸਟਾਪਰ 'ਚ ਰੇਡਰ 'ਚ ਕੀ ਘਾਟ ਉਹਨੂੰ ਦੱਸਣਾ, ਅਤੇ ਚਾਹ ਫਾਲਟ ਹੈ ਤੂੰ ਇਹਨੂੰ ਰਿਮੂਵ ਐਂ ਕਰ। ਟੀਮ ਵਰਕ ਦੇ ਵਿੱਚ ਫਿਰ ਦੱਸਣਾ ਵੀ ਸਟਾਪ ਲਾਈਨ ਨੇ ਕਿਹਨੂੰ ਡੌਜ ਕਰਨਾ, ਕਿੰਨੇ ਕੀ ਕਰਨਾ। ਇਹ ਗੱਲਾਂ ਤਾਂ ਟੈਕਨੀਕਲ ਹੈਗੀਆਂ। ਹੁਣ ਕਬੱਡੀ ਨੂੰ ਤਾਂ ਰੋਲਿਆ ਪਿਆ ਵੀ ਕੋਚ ਜਿਹੜਾ ਉਹਨਾਂ ਨੇ ਤੌਲੀਏ ਫੜੇ ਹੁੰਦੇ, ਮੋਢਿਆਂ 'ਤੇ ਲਾਏ ਹੁੰਦੇ ਆ, ਜਦੋਂ ਮੁੜਕਾ ਆ ਗਿਆ ਉਹਦਾ ਪੂੰਝਦਾ ਬਸ, ਜਾ ਕੇ ਪਾਣੀ ਚੋਰੀ ਛੱਪੀ ਦੇ ਦਿੰਦੇ ਆ ਗਰਾਊਂਡ 'ਚ। ਅਸਲੀ ਗੱਲ ਹੈ, ਮੈਂ ਦੇਖੋ ਮੈਂ ਜੋ ਮੈਂ ਗੱਲ ਬਸ ਜੋ ਵੇਖਦਾ ਮੈਂ ਉਹ ਦੱਸ ਰਿਹਾ, ਮੈਂ ਕਿਸੇ ਦੇ ਵਿਰੁੱਧ ਨਹੀਂ ਹੈਗਾ। ਪਰ ਮੈਨੂੰ ਅਫਸੋਸ ਬੜਾ ਆ ਰਿਹਾ ਵੀ ਕੋਚ ਦੀ ਰੁਤਬਾ ਬਹੁਤ ਵੱਡਾ ਹੁੰਦਾ, ਪਰ ਉਹਨੂੰ ਮੇਨਟੇਨ ਰੱਖਣ ਲਈ ਟੈਕਨੀਕਲ ਬੰਦਾ ਚਾਹੀਦਾ ਟੀਮ ਦਾ, ਜਿਹੜਾ ਦੱਸ ਵੀ ਸਕੇ। ਉਹਨਾਂ ਨੇ ਕੀ ਕਰਨਾ ਹੁੰਦਾ, ਕੋਚ ਜਿਹੜੇ ਹੁੰਦੇ ਆ ਜਾ ਕੇ ਰੈਫਰੀ ਨੇ ਭਿੜਨਾ ਹੁੰਦਾ, ਆਹ ਜੋ ਕਰਤਾ ਆਹ ਕਿ ਉਹਦੀ ਪਰਫੋਰਮੈਂਸ ਇੱਥੋਂ ਵੇਖੀ ਨੇ ਵੀ ਇਹ ਕਿੰਨਾ ਰੈਫਰੀ ਨੇ ਕਿੰਨਾ ਲੜਿਆ ਸਾਡਾ ਕੋਚ ਸਾਡੇ ਬਾਰੇ। ਅਤੇ ਕੋਈ ਟੈਕਨੀਕਲ ਦੇ ਕੋਲ ਹੁੰਦਾ, ਉਹਨੇ ਇਹੀ ਵੇਖਣਾ ਹੁੰਦਾ ਵੀ ਸਾਡਾ ਕੋਚ ਸਾਡੇ ਲਈ ਕਿੰਨਾ ਕੁ ਲੜਿਆ, ਉਹਨੂੰ ਕੋਚ ਕਹਿੰਦੇ। ਹੁਣ ਰੈਫਰੀ ਦੀ ਗੱਲ ਕੀਤੀ, ਕਿਉਂਕਿ ਹਰ ਖੇਡ ਆ ਕ੍ਰਿਕਟ ਦੇ ਵਿੱਚ ਵੀ ਸਕੂਲ ਆ ਜਿਹੜੇ ਟੈਕਨੀਕਲ ਚੀਜ਼ ਸਿਖਾਉਂਦੇ ਆ, ਜਿੱਥੇ ਇੱਕ ਕੋਰਸ ਹੁੰਦਾ ਜੇ ਤੁਸੀਂ ਅੰਪਾਇਰਿੰਗ ਕਰਨੀ ਆ, ਅੰਪਾਇਰ ਬਣਨਾ, ਹਾਕੀ ਆ ਜਾਂ ਹੋਰ ਵੀ ਗੇਮਾਂ। ਪਰ ਕਬੱਡੀ ਦੇ ਵਿੱਚ ਤੁਸੀਂ ਦੇਖਦੇ ਆ ਵੀ ਜਿਹੜੇ ਅੰਪਾਇਰ ਹੈਗੇ ਆ, ਸਾਰੇ ਨਹੀਂ ਮੈਂ ਕਹਿ ਰਿਹਾ, ਕਈ ਹੈਗੇ ਟੈਕਨੀਕਲ ਤੌਰ 'ਤੇ, ਕਿਉਂਕਿ ਜਿਹੜੇ ਫਿਜ਼ੀਕਲ ਸਿੱਖਿਆ ਦੇ ਅਧਿਆਪਕ ਹੈਗੇ ਆ ਉਹਨਾਂ ਨੂੰ ਰੂਲ ਰੈਗੂਲੇਸ਼ਨ ਪਤਾ ਹੁੰਦਾ, ਉਹ ਦੂਸਰੀ ਗੇਮਾਂ ਦੇ ਵਿੱਚ ਵੀ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ। ਪਰ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਬੱਡੀ ਦੇ ਮੁਕਾਬਲਿਆਂ 'ਚ ਜਾਂ ਤਾਂ ਖਿਡਾਰੀ ਦੇ ਹੱਥ ਸੀਟੀ ਫੜੀ ਹੁੰਦੀ ਹੈ, ਜਾਂ ਕਲੀ ਵਾਲਾ ਵੀ ਕਿਤੇ ਸੀਟੀ ਫੜ ਲੈਂਦਾ, ਜਾਂ ਕੋਈ ਪ੍ਰਬੰਧਕ ਸੀਟੀ ਫੜ ਲੈਂਦਾ। ਉਹਦੇ ਵਿੱਚ ਆਪਾਂ ਕੀ ਉਮੀਦ ਕਰ ਸਕਦੇ ਹਾਂ ਵੀ ਗੇਮ ਜਿਹੜੀ ਪੂਰੀ ਇਮਾਨਦਾਰੀ ਨਾਲ ਹੋਊਗੀ, ਨਿਸ਼ਪਕਸ਼ਤਾ ਨਾਲ ਹੋਊਗੀ। ਖੇਡ ਦੇ ਵਿੱਚ ਖਿਡਾਰੀ ਜੇ ਰੂਲ ਨੂੰ ਭੰਗ ਕਰਦਾ ਤਾਂ ਉਹਨੂੰ ਰੈਫਰੀ ਡਾਂਟੂਗਾ, ਰੈਫਰੀ ਨੂੰ ਖੁਦ ਰੂਲ ਨਹੀਂ ਪਤਾ ਤਾਂ ਉਹ ਕੀ ਡਾਂਟੂਗਾ। ਗੱਲ ਉਹੀ ਹੈ ਜੀ। ਹੁਣ ਐਜ ਏ ਕੋਚ ਦੇ ਤੌਰ 'ਤੇ ਮੈਨੂੰ ਦੱਸਦਾ ਵੀ ਕੋਚ ਜਿਹੜਾ ਕੋਰਸ ਕਰਨਾ ਹੁੰਦਾ ਉਹ 9 ਮਹੀਨੇ ਦਾ ਹੈਗਾ,
NSC ਪਟਿਆਲਾ, ਫਿਰ ਇੱਦਾਂ ਗਾਂਧੀ ਨਗਰ ਸੀ। ਉਹਦੇ ਵਿੱਚ ਪਹਿਲਾਂ ਥਿਊਰੀ ਦੱਸੀ ਜਾਂਦੀ ਆ ਵੀ ਕਬੱਡੀ ਕਿੱਦਾਂ ਰੀਜਨਲ, ਉਹਦਾ ਕੀ ਟੈਕਨੀਕ ਆ, ਸਾਰਾ ਗਰਾਊਂਡਾਂ ਕਿੰਨੀਆਂ, ਰੂਲ ਕੀ ਆ, ਟਾਈਮਿੰਗ ਕਿੰਨਾ ਵਾ ਅਸੀਂ ਟਾਈਮ ਆਊਟ ਲੈ ਸਕਦੇ, ਕਦੋਂ ਲੈ ਸਕਦੇ ਹਾਂ, ਕਿੰਨੇ ਅਫੀਸ਼ੀਅਲ ਹੁੰਦੇ ਆ। ਤਾਂ ਉਹ ਸਾਰੀ ਚੀਜ਼ ਜਿਹੜੀ ਆ ਉਹ ਬਕਾਇਦਾ ਫਿਕਸਡ ਹੁੰਦੀ ਵੀ ਆਹ ਅੰਪਾਇਰ ਹੋਣਗੇ, ਆਹ ਰੈਫਰੀ। ਇੱਥੇ ਹੁਣ ਰੈਫਰੀ ਦਾ ਨਹੀਂ ਪਤਾ ਕਿਹੜਾ ਹੁੰਦਾ ਅਤੇ ਅੰਪਾਇਰ ਕਿਹੜਾ। ਜਿਹੜਾ ਟਾਈਮ ਕੀਪਰ ਹੁੰਦਾ ਉਹਨੂੰ ਕਿਉਂਕਿ ਇੱਕ ਚੀਜ਼ ਨੂੰ ਚੰਗਾ ਚਲਾਉਣ ਵਾਸਤੇ ਇੱਕ ਹੈੱਡ ਹੋਣਾ ਚਾਹੀਦਾ ਜੀ, ਜਿਹਨੂੰ ਅਸੀਂ ਰੈਫਰੀ ਕਹਿੰਦੇ, ਕੰਟਰੋਲਰ ਹੁੰਦਾ ਸਾਰੀ ਟੀਮ ਦਾ, ਮੈਚ ਦਾ। ਉਹਨੇ ਜੇ ਕੋਈ ਅੰਪਾਇਰਾਂ ਕੋਈ ਗਲਤੀ ਦਿੱਤਾ ਵੀ ਗਿਆ, ਫਿਰ ਕੀਤਾ ਰੈਫਰੀ ਦੀ ਜਜਮੈਂਟ ਜਿਹੜੀ ਇਹ ਹੈ ਵੀ ਇਹਨੇ ਗਲਤੀ ਦਿੱਤਾ ਗਿਆ ਕੋ, ਉਹ ਥਰਡ ਅੰਪਾਇਰ ਕਹਿੰਦੇ। ਹਾਂ, ਉਹ ਨਹੀਂ, ਉਹ ਕ੍ਰਿਕਟ 'ਚ ਹੁੰਦਾ, ਲੇਕਿਨ ਉਹ ਥਰਡ ਹੀ ਕਹਿ ਸਕਦੇ ਕਿਉਂਕਿ ਤੀਸਰੀ ਅੱਖ ਦੋ ਅੱਖਾਂ ਮੈਦਾਨ ਦੀ ਇੱਕ ਅੱਖ ਬਾਹਰ ਬੈਠੀ। ਮੈਂ ਫਲ ਕਰ ਰਿਹਾ, ਪਰ ਇਹਦਾ ਰੈਫਰੀ ਉਹ ਪਾਵਰਾਂ ਹੁੰਦੀਆਂ ਕਿ ਉਹਨੇ ਓਵਰ ਪਾਵਰ ਕਰਕੇ ਉਹਦਾ ਡਿਸੀਜਨ ਜਿਹੜਾ ਉਹਨੂੰ ਕੱਟ ਕਰਕੇ ਤੇ ਉਹ ਆਪਣਾ ਡਿਸੀਜਨ ਦੇ ਸਕਦਾ। ਉਹ ਹੈਗਾ ਕੰਟਰੋਲ। ਜਿਹੜੀ ਰਹਿ ਗਈ ਅੱਜ ਕੱਲ੍ਹ ਵਿਸਲਾਂ ਵਾਲੀ ਤੁਸੀਂ ਗੱਲ ਕੀਤੀ, ਜਿਹੜਾ ਮਰਜ਼ੀ ਫੜ ਲੈਂਦਾ। ਇਸੇ ਕਰਕੇ ਮੈਚਾਂ ਦੇ ਵਿੱਚ ਰੌਲਾ ਪੈਂਦਾ ਕਿਉਂਕਿ ਉਹਨੂੰ ਟੈਕਨੀਕਲ ਪਤਾ ਨਹੀਂ ਹੁੰਦਾ ਨਾ। ਉਹਦੀ ਜਿਹੜਾ ਮੈਚ ਖਿਡਾਉਣ ਵਾਲਾ ਨਾ, ਉਹਦਾ ਦੋਵਾਂ ਟੀਮਾਂ ਦਾ ਇੰਪਰੈਸ਼ਨ ਹੋਣਾ ਚਾਹੀਦਾ ਵੀ ਕਿਸੇ ਨੇ ਖਬਰਦਾਰ ਜੇ ਫਾਉਲ ਕੀਤਾ ਇੱਥੇ ਉਹਨੂੰ ਮੂੰਹ 'ਤੇ ਮਾਰੀ ਜਾਂਦੇ ਜਾਂ ਇੱਥੇ ਦੇ ਦਿੰਦੇ ਹੱਥ। ਵੇਖਿਆ ਮੈਂ ਸਟੋਪਰ ਦੇ ਇੱਥੇ ਦੇ ਕੇ ਹੱਥ ਦੇ ਉਹਨੂੰ ਧੱਕਾ ਦਿੰਦੇ ਜਾਂ ਇੱਥੇ ਮਾਰ ਕੇ ਭੱਜ ਜਾਂਦੇ। ਕਿਸੇ ਨੇ ਵਾਰਨਿੰਗ ਤੱਕ ਨਹੀਂ ਦਿੱਤੀ ਜਦੋਂ ਕਿ ਫਾਉਲ ਹੈ, ਸਾਹ ਬੰਦ ਕਰਨਾ, ਅੱਖ 'ਚ ਮਾਰਨਾ। ਸੋ ਉਹ ਜਿੱਦਾਂ ਖੇਡੀ ਜਾਂਦੇ ਫਿਰ ਉਹ ਲੜਾਈ ਦਾ ਘਰ ਬਣ ਜਾਂਦੇ। ਇਸ ਕਰਕੇ ਜਿਹੜਾ ਅੰਪਾਇਰ ਆ ਜਾਂ ਰੈਫਰੀ, ਉਹਦਾ ਪ੍ਰੈਸ਼ਨ ਹੋਣਾ ਚਾਹੀਦਾ ਉਹਨਾਂ ਟੀਮਾਂ 'ਤੇ, ਹਾਂ ਵੀ ਜਿਵੇਂ ਗਲਤੀ ਕੀਤੀ ਤਾਂ ਇਹਨਾਂ ਨੂੰ ਚੁੱਕ ਕੇ ਬਾਹਰ ਮਾਰਨਾ। ਸਮਝਦੇ ਹੋ ਕਿ ਨਹੀਂ? ਇਹ ਡਿਪੈਂਡ ਕਰਦਾ ਤੁਹਾਡੀ ਆਪਣੀ, ਜੇ ਤੁਸੀਂ ਖੇਡੇ ਆ ਜਾਂ ਕੋਚ ਦੇ ਤੌਰ 'ਤੇ ਤੁਹਾਨੂੰ ਪਤਾ, ਤੁਹਾਨੂੰ ਕੋਈ ਕੱਲ੍ਹ ਨੂੰ ਜੂਰੀ ਆਫ ਫੀਲਡ 'ਚ ਚਲਿਆ ਜਾਂਦਾ, ਇਸ ਪੁਆਇੰਟ ਦਾ ਜਿਹੜਾ ਫੀਲ ਚਲੇ ਜਾਂਦੀ ਵੀ ਆਹ ਗਲਤ ਹੋਇਆ, ਉੱਥੇ ਮੈਂ ਕਨਵਿੰਸ ਕਰਾਉਣਾ ਵੀ ਇੱਥੇ ਕਿਉਂ ਮੈਂ ਦਿੱਤਾ ਪੁਆਇੰਟ ਇਹਦੇ ਅਗੇਂਸਟ, ਕਿਉਂ ਇਹਦੇ ਹੱਕ 'ਚ ਦਿੱਤਾ। ਮੈਂ ਕਰਵਾ ਸਕਦਾ ਕਿਉਂਕਿ ਮੈਨੂੰ ਟੈਕਨੀਕਲ ਦਾ ਪਤਾ। ਹੋਰ ਕੋਈ ਜਿਹੜਾ ਤੁਸੀਂ ਕਹਿੰਦੇ ਜਿੱਦਾਂ ਉਹ ਨਹੀਂ ਕਨਵਿੰਸ ਕਰਾਊਗਾ। ਪਰ ਕੋਚ ਸਾਹਿਬ ਗੱਲ ਇੱਥੇ ਆ ਵੀ ਜੇ ਰੈਫਰੀ ਨੂੰ ਅੱਜ ਦੇ ਆਪਾਂ ਕਬੱਡੀ ਦੀ ਸਥਿਤੀ ਨੂੰ ਦੇਖਦੇ ਹਾਂ, ਰੈਫਰੀ ਨੂੰ ਪਤਾ ਜਿਹੜਾ ਅੰਪਾਇਰ ਆ ਉਹਨੂੰ ਪਤਾ ਵੀ ਫਲਾਨਾ ਖਿਡਾਰੀ ਫਾਉਲ ਖੇਡ ਰਿਹਾ, ਪਰ ਉਹ ਚਾਹ ਕੇ ਵੀ ਉਹਨੂੰ ਫਾਉਲ ਨਹੀਂ ਦੇ ਰਿਹਾ ਕਿਉਂਕਿ ਉਹਨੂੰ ਪਤਾ ਮੈਂ ਅਗਲੇ ਟੂਰਨਾਮੈਂਟ 'ਚ ਵੀ ਰੈਫਰੀ ਬਣਨਾ ਵਾ, ਅਗਲੇ ਟੂਰਨਾਮੈਂਟ 'ਚ ਵੀ ਅੰਪਾਇਰਿੰਗ ਕਰਨੀ ਹੈ। ਜੇ ਉਹ ਸਖਤ ਫੈਸਲੇ ਲੈ ਗਿਆ ਤੇ ਉਹਦੀ ਫਿਰ ਅਗਲੇ ਟੂਰਨਾਮੈਂਟ 'ਚ ਸੀਟ ਹੀ ਨਹੀਂ ਮਿਲਣੀ। ਇਹ ਵੀ ਇੱਕ ਡਰ ਆ, ਇਹਨੂੰ ਵੀ ਦੂਰ ਕਰਨ ਦੀ ਲੋੜ। ਅਸਲ ਗੱਲ ਉੱਥੇ ਹੀ ਆਉਂਦੀ ਹੈ, ਤੁਸੀਂ ਜਿਹੜਾ ਜਦੋਂ ਰੌਲਾ ਪੈਂਦਾ ਨਾ, ਫਿਰ ਜਿਹੜੇ ਮੁੰਡੇ ਆ ਨਾ, ਤਗੜੇ ਮੁੰਡੇ ਆ, ਉਹ ਜਦੋਂ ਕਿਤੇ ਰੈਫਰੀ ਨੇ ਸਹੀ ਵੀ ਦਿੱਤਾ ਤੇ ਉਹਦੇ ਹਾਲਾਤ ਘੂਰ ਕੇ ਵੇਖ ਲੈਂਦੇ ਆ ਵੀ ਤੂੰ ਇੱਦਾਂ ਮੇਰੇ ਹੱਕ ਨਹੀਂ ਦਿੱਤਾ, ਤੈਨੂੰ ਦੇਖੂਗਾ ਨਾ। ਉਹ ਗੱਲ ਤੁਹਾਡੇ ਵਾਲੀ ਆ ਜਾਂਦੀ ਹੈ ਮੁੜ ਕੇ। ਉਹਦੇ 'ਚ ਇੰਨੀ ਜ਼ਰੂਰਤ ਨਹੀਂ ਹੁੰਦੀ ਵੀ ਉਹ ਸਟੈਂਡ ਲੈ ਸਕੇ ਵੀ ਹਾਂ ਵੀ ਇਹ ਤੂੰ ਕੌਣ ਹੁੰਦਾ ਮੈਨੂੰ। ਜਦੋਂ ਵੀ ਦੇਖੋ ਇਹ ਰੈਫਰੀ ਜਾਂ ਅੰਪਾਇਰ ਨੂੰ ਕੋਈ ਵੀ ਜਿਹੜਾ ਪਲੇਅਰ ਚੈਲੰਜ ਕਰਦਾ ਨਾ, ਅਪੀਲ ਤਾਂ ਕਰ ਸਕਦਾ ਵੀ ਮੇਰਾ ਜੀ ਸਰ ਆ ਇੱਦਾਂ ਹੈ ਨਾ, ਜਿੱਦਾਂ ਆਪਾਂ ਵੇਖਿਆ ਵਰਲਡ ਕੱਪ ਦੇ, ਲੇਕਿਨ ਉਹਨੂੰ ਥ੍ਰੈਟ ਨਹੀਂ ਕਰ ਸਕਦਾ ਵੀ ਮੈਂ ਤੈਨੂੰ ਦੇਖੂੰਗਾ, ਤੁਸੀਂ ਮੇਰੇ ਅਗੇਂਸਟ ਕਿਉਂ ਦਿੱਤਾ। ਜੇ ਕੋਈ ਤਾਂ ਉੱਚੀ ਬੋਲਦਾ ਅੰਪਾਇਰ ਦੇ ਖਿਲਾਫ, ਉਦੋਂ ਹੀ ਉਹਨਾਂ ਦੇ ਮੇਰੇ ਕੋਲ ਪਾਵਰਾਂ, ਅੰਪਾਇਰ ਕੋਲ ਪਾਵਰਾਂ ਹੁੰਦੀਆਂ ਕਿ ਉਹਨੂੰ ਅਸੀਂ ਉਹਦੇ ਅਗੇਂਸਟ ਜਿਹੜਾ ਐਕਸ਼ਨ ਉਹਨੂੰ ਬਾਹਰ ਵੀ ਕੱਢਿਆ ਜਾ ਸਕਦਾ, 5 ਮਿੰਟ ਲਈ ਬਾਹਰ ਕੱਢਿਆ ਸਕਦਾ, ਜਾਂ ਉਹਦੀਆਂ 2 ਰੀਡਾਂ ਮਿਸ ਕਰਾ ਸਕਦੇ ਹਾਂ ਅਸੀਂ। ਜੇ ਐਜ਼ ਇਟ ਇਜ਼ ਜਿਹਦੇ ਮਤਲਬ ਬੈਸਟ ਇੰਟਰਸਟ ਆਫ ਦਾ ਮੈਚ ਵੀ ਨਾ ਖਰਾਬ ਹੋਵੇ ਤੇ ਲੇਕਿਨ ਉਹਦਾ ਵੀ ਦਿਮਾਗ ਟਿਕਾਣੇ ਆ ਜਾਵੇ। ਜੀ। ਸੋ ਇਸ ਕਰਕੇ ਸਾਡੇ ਕੋਲ ਪਾਵਰਾਂ ਤਾਂ ਬਹੁਤ ਹੁੰਦੀਆਂ ਅੰਪਾਇਰ ਕੋਲ, ਲੇਕਿਨ ਜ਼ਰੂਰਤ ਨਹੀਂ ਹੈਗੀ ਵਰਤਣ ਦੀ। ਉਹ ਮਗਰ ਫਿਰ ਕਮੇਟੀ ਨਹੀਂ ਖੜਦੀ, ਪ੍ਰੋਬਲਮ ਇਹ ਵੀ ਹੈ। ਜੇ ਇੱਕ ਰੈਫਰੀ ਫੇਰ ਕਰਾ ਰਿਹਾ ਅਤੇ ਕੱਲ੍ਹ ਨੂੰ ਉਹਦੇ ਜਿਹੜੀ ਕਮੇਟੀ ਕਰਾਉਂਦੀ ਹੈ ਟੂਰਨਾਮੈਂਟ, ਉੱਤੇ ਗੱਲ ਚੱਲ ਜਾਣੀ ਹੈ। ਅਤੇ ਕਮੇਟੀ ਕਹਿੰਦੀ ਜੇ ਰੈਫਰੀ ਨੇ ਗਲਤ ਕਰਦਾ ਕੋਈ ਨਹੀਂ ਯਾਰ ਜਾਣਦੇ ਫੜਦੇ, ਉਹਨੂੰ ਲੈਟ ਡਾਊਨ ਕਰ ਦਿੰਦੇ। ਹਾਲਾਂਕਿ ਕਮੈਂਟਰ ਰੌਲਾ ਪਾਉਂਦੇ ਮੈਦਾਨ 'ਚ, ਅੰਪਾਇਰ ਦਾ ਫੈਸਲਾ ਆਖਰੀ ਫੈਸਲਾ ਹੋਵੇ। ਦੇਖੋ ਇੱਕ ਗੱਲ ਜ਼ਰੂਰ ਮੈਂ ਕਹਿੰਦਾ, ਕਮੇਟੀ ਜਿਵੇਂ ਕਬੱਡੀ ਖੇਡੀ ਹੈ ਜਾਂ ਖਿਡਾਉਂਦੇ ਆ ਜਾਂ ਕਮੇਟੀ ਤੋਂ ਬਗੈਰ ਸਵਾਦ ਵੀ ਨਹੀਂ ਆਉਂਦਾ। ਜੇ ਵੇਖਿਆ ਜਾਵੇ ਹਲਾਸ਼ੇਰੀ ਦੇ ਕੇ ਇੰਟਰਸਟ ਬਣਾਉਣਾ ਹੁੰਦਾ, ਲੋਕਾਂ ਨੂੰ, ਦਰਸ਼ਕਾਂ ਨੂੰ ਵੀ ਨਾਲ ਜੋੜਨਾ ਹੁੰਦਾ। ਪਰ ਅੱਜ ਕੱਲ੍ਹ ਦੇ ਕਮੈਂਟਰ ਇੰਨੇ ਹੋ ਗਏ ਕਿ ਕਬੱਡੀ ਦਾ ਜਿਹੜਾ ਖਿਡਾਉਣ ਵਾਲਾ ਉਹਨੂੰ ਨਾ ਵਿਸਲ ਸੁਣਦੀ ਪਲੇਅਰ ਨੂੰ। ਜੇ ਮੈਂ ਫਰਜੀ ਤੱਕ ਉਹਨੂੰ ਕੰਟਰੋਲ ਕਰਨਾ ਚਾਹੁੰਦਾ ਹਾਂ ਨਾ, ਉਹਦੇ ਵਿੱਚ ਕਿਸੇ ਨੇ ਗੜਬੜ ਕੀਤੀ ਜਾਂ ਕੋਈ ਫਾਉਲ ਕੀਤਾ, ਉਹਨਾਂ ਨੂੰ ਸੱਦ ਕੇ ਵਾਰਨਿੰਗ ਜਾਂ ਕਾਰਡ ਦਿਖਾਉਣਾ, ਉਹ ਤਾਂ ਸਾਡੀ ਜਿਹੜੇ ਇੰਨੀ ਰੌਲਾ ਪਾਉਂਦੇ ਵਾਰੀ ਇੱਕ ਅਜੇ ਹਟਿਆ ਨੇ ਦੂਜਾ ਚੁੱਕ ਲੈਂਦਾ ਮਾਈਕ, ਉਹ ਸਾਡੀ ਜਿਹੜੀ ਉਹਨਾਂ ਨੂੰ ਅਸੀਂ ਕੰਟਰੋਲ ਕਰਨਾ ਹੁੰਦਾ ਆ ਪਲੇਅਰਾਂ ਨੂੰ, ਉਹ ਸਾਡੀ ਇੱਕ ਨਹੀਂ ਸੁਣਦੇ। ਜਿਨ੍ਹਾਂ ਨੂੰ ਬੱਚੇ ਨੂੰ ਅਸੀਂ ਤਾੜ ਕੇ ਨਾ ਕਵਾਂਗੇ, ਉਹਦੀ ਆਵਾਜ਼ ਨਾ ਸਾਡੀ ਉਹਦੇ ਕੋਲ ਜਾਊਗੀ, ਉਹਨੇ ਇੱਧਰੋਂ ਸੁਣ ਕੇ ਇੱਧਰ ਉਹਨੂੰ ਸੁਣੀ ਨਹੀਂ, ਕਿਉਂਕਿ ਇੰਨਾ ਕਲੋਜ਼ ਲਾਏ ਹੁੰਦੇ ਆ ਉਹਦੇ ਜਿਹੜੇ ਮਾਈਕ ਹੁੰਦੇ ਆ, ਸਪੀਕਰ ਹੁੰਦੇ ਗਰਾਊਂਡ ਦੇ, ਵੀ ਸਾਡੀ ਜਿਹੜੀ ਉਹਨਾਂ ਨੂੰ ਵਾਰਨਿੰਗ ਆ ਜਾਂ ਵਿਸਲ ਵੀ ਕਈ ਵਾਰ ਨਹੀਂ ਸੁਣਦੀ ਹੈ। ਵੀ ਅਸੀਂ ਕਈ ਵਾਰ ਸਟਰਗਲ ਇੱਦਾਂ ਦਾ
ਡੇਂਜਰਸ ਆ ਜਾਂਦਾ ਸੀ, ਛਡਾਉਣਾ ਹੁੰਦਾ ਵੀ ਕਿਤੇ ਲੱਤ ਬਾਂਹ ਨਾ ਟੁੱਟ ਜੇ। ਉਹ ਵਸੇ ਵਿਸਲ ਨਹੀਂ ਸੁਣਦੀ ਉਹਨਾਂ ਨੂੰ, ਪਲੇਅਰਾਂ ਨੂੰ ਇੰਨੇ ਜ਼ੋਰ ਨਾਲ ਬੋਲਦੇ ਆ। ਸੋ ਇਹ ਜਿਹੜੇ ਕਮੈਂਟੇਟਰ ਆ ਨਾ, ਮੈਂ ਨਹੀਂ ਲਾਈਕ ਕਰਦਾ। ਚਲੋ ਬੋਲੋ ਜ਼ਰੂਰ ਆਦਾ ਸਿਰ, ਪਰ ਜਦੋਂ ਸਟਰਗਲ ਹੋ ਰਿਹਾ ਨਾ, ਉਦੋਂ ਤੁਸੀਂ ਘੱਟੋ ਘੱਟ ਰੈਫਰੀ ਨੇ ਫੈਸਲਾ ਦੇਣਾ, ਉਹਨੂੰ ਪਲੇਅਰਾਂ ਦਾ ਪਤਾ ਲੱਗੇ ਵੀ ਅੰਪਾਇਰ ਕੀ ਕਹਿ ਰਿਹਾ। ਸੋ ਇਹ ਵੀ ਇੱਕ ਬਹੁਤ ਮੈਂ ਸਮਝਦਾ ਕਿ ਡਰਾਬੈਕ ਹੈ ਕਬੱਡੀ ਲਈ, ਜਿਹੜਾ ਇੰਨੇ ਕਮੈਂਟੇਟਰ ਲਾ ਦਿੰਦੇ ਆ। ਮੈਂ ਕਈ ਵਾਰ ਇਹਨਾਂ ਨੂੰ ਕਿਹਾ ਵੀ ਇਹ ਇੱਕ ਅੱਧਾ ਲਾਓ ਯਾਰ, ਪਰ ਉਹ ਲੋਕਾਂ ਦਾ ਪ੍ਰੋਫੈਸ਼ਨ ਇੱਦਾਂ ਦਾ ਬਣ ਗਿਆ ਵੀ ਉਹ ਕਮਾਈ ਇਸੇ ਗੱਲ ਤੋਂ ਖਾਂਦੇ, ਕਰਦਾ ਖਰਚ ਪੱਠਾ ਇੱਥੋਂ ਤੋਰਦੇ। ਸੋ ਕਈ ਗੱਲਾਂ ਤਾਂ ਹੈਗੀਆਂ, ਪਰ ਕਬੱਡੀ ਦੀ ਇੱਥੇ ਰੂਲ ਸਟੈਂਡ ਕਰਦਾ, ਕਬੱਡੀ ਦਾ ਬੈਟਰਮੈਂਟ ਆ, ਜਿੱਥੇ ਸੋਹਣੇ ਤਰੀਕੇ ਨਾਲ ਖਿਲਾਈ ਜਾਣ, ਲੋਕ ਇੰਜੋਏ ਵੀ ਕਰਨ। ਉਹ ਤਾਂ ਫਿਰ ਇਹਦੀਆਂ ਗੱਲਾਂ ਜਿਹੜੀਆਂ ਆਪਾਂ ਦੱਸਦੇ ਹਾਂ, ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ, ਫਿਰ ਹੀ ਕਬੱਡੀ ਦਾ ਮਜ਼ਾ ਆਉਂਦਾ। ਸੋ ਇਸ ਕਰਕੇ ਇਹ ਜਿਹੜੇ ਵਿਸਲਾਂ ਵਾਲੀ ਗੱਲ ਆ, ਉਹ ਅਸੀਂ ਬਕਾਇਦਾ ਕੁਆਲੀਫਾਈਡ ਨੇ, ਸਾਡੇ ਕੋਲ ਆਲ ਇੰਡੀਆ ਕਮੇਟੀ ਨੇ ਟੈਸਟ ਲਏ ਹੋਏ ਆ, ਉਹਦੇ ਵਿੱਚ ਸਰਟੀਫਿਕੇਟ ਦਿੰਦੇ ਆ ਵੀ ਇਹ ਕੁਆਲੀਫਾਈਡ ਰੈਫਰੀ, ਜਿੱਥੇ ਵੀ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਮੈਚ ਹੋਣਾ, ਅਤੇ ਉਹ ਸਰਟੀਫਿਕੇਟ ਤੁਹਾਡੇ ਕੋਲ ਹੈ ਵੀ ਮੈਂ ਪਾਸ ਕੀਤਾ ਰੈਫਰੀ ਬੋਰਡ ਦਾ, ਉਹ ਤੁਹਾਨੂੰ ਉੱਥੇ ਅਫੀਸ਼ੀਅਲ ਲਾ ਸਕਦੇ ਆ। ਹੁਣ ਇੱਥੇ ਜਿਹੜੇ ਤੁਸੀਂ ਪਿੰਡਾਂ ਵਾਲੇ ਕਹਿੰਦੇ ਆ, ਇਹਨਾਂ ਨੂੰ ABC ਦਾ ਨਹੀਂ ਪਤਾ, ਗਰਾਊਂਡ ਮਾਰਕਰ ਦਾ ਨਹੀਂ ਪਤਾ ਕਿੰਨੀ ਲੰਮੀ ਕਿੰਨੀ ਚੌੜੀ ਹੈ, ਸਮਝਦੇ ਹੋ ਕਿ ਨਹੀਂ। ਬਹੁਤਿਆਂ ਨੂੰ ਤੁਸੀਂ ਵੇਖ ਲਓ ਅਤੇ ਸੈਂਟਰ ਤੋਂ ਲਾ ਕੇ ਉਹ ਜਿਹੜੇ ਮਿਣ ਕੇ ਅਤੇ ਢੇਰੀਆਂ ਲਾ ਦਿੰਦੇ। ਅਸੀਂ ਇਹ ਗੱਲਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨਾ, ਇਹ ਦੱਸਣ ਦੀ ਲੋੜ ਆ। ਜਿਹੜੇ ਆ ਕਲੱਬਾਂ ਵਾਲੇ ਆ ਜਾਂ ਫੈਡਰੇਸ਼ਨ ਵਾਲੇ ਆ, ਜਿੱਦਾਂ ਨਾਰਥ ਆ ਜਾਂ ਦੂਜੀ ਲੀਗ ਵਾਲੇ ਜਾਂ ਹੋਰ ਤੀਜੀ, ਉਹਨਾਂ ਨੂੰ ਕਾਇਦਾ ਐਗਜ਼ਾਮ ਲੈਣਾ ਚਾਹੀਦਾ। ਉਹਦੇ ਵਿੱਚ ਇੱਕ ਸਰਟੀਫਿਕੇਟ 'ਚ ਵੀ ਕੁਆਲੀਫਾਈਡ ਸਾਡਾ ਅੰਪਾਇਰ ਰੈਫਰੀ ਆ, ਉਹਨਾਂ ਨੂੰ ਹੀ ਖਿਡਾਉਣ ਲਈ ਲਾਉਣਾ ਚਾਹੀਦਾ, ਤਾਂ ਕਿ ਸਟੈਂਡਰਡ ਵੀ ਬਣੇ। ਜਿਹਦੇ ਹੁਣ ਸਟੈਂਡਰਡ ਦਾ ਕੋਈ ਰੈਫਰੀ ਲਗਾਇਆ ਕੋਈ ਇੰਟਰਨੈਸ਼ਨਲ ਪੱਧਰ ਦਾ, ਉਹਦੇ ਗ੍ਰੇਸ ਹੀ ਵੱਖਰੀ ਬਣਦੀ ਹੈ ਟੂਰਨਾਮੈਂਟ ਦੀ। ਇਹਦੇ ਚੌਕੇ ਉਹਨਾਂ ਤੁਸੀਂ ਕੱਛਾ ਨਹੀਂ ਪਾਇਆ ਹੁੰਦਾ। ਮੈਂ ਵੇਖਿਆ ਵੀ ਗਰਾਊਂਡ ਦੇ ਵਿੱਚ ਬਾਥਰੂਮ ਚੱਪਲ ਪਾ ਕੇ ਖਿਡਾਉਣ ਦੇ ਹੁੰਦੇ, ਵੇਖਿਆ ਨਹੀਂ ਤੁਸੀਂ? ਅਤੇ ਕੀ ਰੈਫਰੀ ਅਤੇ ਕੀ ਭੱਜ ਕੇ ਜਾ ਕੇ ਚੈੱਕ ਕਰ ਲਊਗਾ। ਸੋ ਇਹ ਇੰਪਰੈਸ ਹੋਣਾ ਚਾਹੀਦਾ ਰੈਫਰੀ ਜਾਂ ਅੰਪਾਇਰ ਦਾ ਵਿੱਚ ਗਰਾਊਂਡ ਦੇ ਪਲੇਅਰਾਂ ਦੇ ਉੱਤੇ, ਤਾਂ ਕਿ ਕੋਈ ਗਲਤੀ ਨਾ ਕਰਨ। ਬਿਲਕੁਲ ਜੀ। ਇਸ ਨੂੰ ਸਾਡੇ ਨਾਲ ਸੀਨੀਅਰ ਕੋਚ ਸਰਦਾਰ ਸਰਦੂਲ ਸਿੰਘ ਰੰਧਾਵਾ ਜੀ, ਜਿਨ੍ਹਾਂ ਨੇ ਕਬੱਡੀ ਦੀ ਅੰਦਰੂਨੀ ਗੱਲਾਂ ਸਾਨੂੰ ਦੱਸ ਕੇ ਚਾਨਣਾ ਪਾਇਆ ਕਿ ਕਬੱਡੀ ਨੂੰ ਕਿਵੇਂ ਖੇਡਣਾ ਚਾਹੀਦਾ, ਰੂਲ ਕਿਵੇਂ ਫੋਲੋ ਕਰਨੇ ਚਾਹੀਦੇ ਆ, ਕੋਚ ਸਾਹਿਬਾਨ ਨੂੰ ਕੀ ਕਰਨਾ ਚਾਹੀਦਾ, ਰੈਫਰੀਆਂ ਨੂੰ ਕੀ ਕਰਨਾ ਚਾਹੀਦਾ, ਕਬੱਡੀ ਦੇ ਪ੍ਰੇਮੀਆਂ ਨੂੰ ਕੀ ਕਰਨਾ ਚਾਹੀਦਾ, ਕਬੱਡੀ ਖਿਡਾਰੀਆਂ ਨੂੰ ਕੀ ਕਰਨਾ ਚਾਹੀਦਾ, ਪਿੰਡ ਦੀ ਕਮੇਟੀ ਨੂੰ ਕੀ ਕਰਨਾ ਚਾਹੀਦਾ, ਔਰ ਫੈਡਰੇਸ਼ਨਾਂ ਨੂੰ ਕਬੱਡੀ ਨੂੰ ਉੱਪਰ ਚੱਕਣ ਦੇ ਲਈ ਕੀ ਕਰਨਾ ਚਾਹੀਦਾ। ਸੋ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਸਰਦੂਲ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਰੂਲਸ ਨੂੰ ਫੋਲੋ ਕਰੋ। ਜਿੰਨੇ ਵੀ ਦਰਸ਼ਕ ਦੇਖ ਰਹੇ, ਕਬੱਡੀ ਦੇ ਪ੍ਰੇਮੀ, ਚਾਹੇ ਪ੍ਰਮੋਟਰ, ਚਾਹੇ ਕਬੱਡੀ ਦੇ ਖਿਡਾਰੀ। ਸੋ ਅਸੀਂ ਕੱਲ੍ਹ ਇੱਕ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਜੀ, ਸ਼ੁਕਰੀਆ ਸਭ।